ਮੇਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਾਈਮ ਕਾਫੀ ਹੋ ਗਿਆ, ਹੁਣ ਨਾ ਫਤਿਹ ਬੁਲਾਇਓ। ਇਹ ਆਪਾਂ ਜਿਹੜੇ ਮੈਨੂੰ ਨਾ ਲੇਟ ਆਉਣ ਦੀ ਆਦਤ ਹੈਗੀ ਆ, ਕੀ ਕਰਾਂ, ਮੇਰੀ ਇਹ ਬੰਦੇ ਦੀ ਆਦਤਾਂ ਨਹੀਂ ਨਾ ਜਾਂਦੀਆਂ। ਨਹੀਂ ਵੀਰ ਜੀ, ਆਦਤ ਹੁੰਦੇ ਆ। ਨਹੀਂ ਆਦਤ ਵਾਲੀ ਗੱਲ ਨਹੀਂ ਆ ਵੀਰ ਜੀ। ਦੇਖੋ ਤੁਸੀਂ ਤੁਹਾਡਾ ਜਿਹੜਾ ਗ੍ਰਸਤੀ ਜਿਹੜੀ ਹੈ ਤੁਹਾਡੀ ਹਾਲੇ ਜਿਹੜੀ ਹੈਗੀ ਗ੍ਰਸਤੀ ਜਿਹੜੀ ਹੈਗੀ ਉਹਨੂੰ ਤੁਸੀਂ ਚਲਾਉਣਾ ਹੈ। ਅਸੀਂ ਤਾਂ ਰਿਟਾਇਰ ਹੋਏ ਆ ਹੁਣ, ਸਾਰੇ ਜਿਹੜੇ ਹੈਗੇ ਸਾਰੇ ਬੱਚੇ ਬੁੱਚੇ ਸੈੱਟ ਕਰ ਲਏ ਆ। ਮੇਰੇ ਵਾਲੇ ਕਹਿੰਦੇ ਆ ਕਿ ਬੂਟ ਲੈ ਜਾਣਾ, ਫਿਰ ਮੈਂ ਇਹਨਾਂ ਨੂੰ ਪਹਿਲਾਂ ਇੱਕ ਦੁਕਾਨ ਤੇ ਖੜਿਆ, ਫਿਰ ਉਹਨਾਂ ਦੇ ਮਨ ਦੀ ਤਸੱਲੀ ਕਰ ਲਈ, 3 ਦੁਕਾਨਾਂ ਹੋਰ ਖੜੀਆਂ ਕਿ ਉਹਨਾਂ ਦੇ ਮਨ ਚ ਨਾ ਹੋਵੇ ਕਿ ਪਾਪਾ ਨੇ ਗਲਤ ਚੀਜ਼ ਦਵਾਤੀ ਆ। ਤੇ ਬੱਚੇ ਨੈਟ ਨੂਟ ਤੇ ਵੇਖਦੇ ਰਹਿੰਦੇ ਨਾ, ਬਿਲਕੁਲ। ਤੇ ਇਹ ਫਿਰ ਬੰਦੇ ਨਾਲ ਲੈ ਕੇ ਨਾ ਬਿਲਕੁਲ ਅਸੀਂ ਤਾਂ ਤੁਸੀਂ ਨਾ 5 ਮਿੰਟ ਵੀ ਦੇ ਦੋਗੇ ਨਾ ਸਾਨੂੰ, ਅਸੀਂ ਸਾਡੇ ਵਾਸਤੇ ਤਾਂ ਸਿਰ ਮੱਥੇ ਤੇ ਆ ਗੋਰਖੀ ਸਾਹਿਬ ਬਸ। ਹਾਂ ਸਰ, ਮੈਂ ਸਮਝ ਲਓ ਕਿ ਇਹ ਰੱਬ ਜਾਣਦਾ, ਮੈਂ ਇੰਨੀ ਕੋਸ਼ਿਸ਼ ਕਰ ਰਿਹਾ ਵਾ ਕਿ ਕਥਾ ਨਾ ਬੰਦ ਹੋਵੇ। ਹਾਂਜੀ। ਮੈਂ ਮਤਲਬ ਕਿਸੇ ਤਰ੍ਹਾਂ ਇੱਕ ਕਥਾ ਦਾ ਹਿੱਸਾ ਬਣਿਆ ਰਹਾਂ ਕਿ ਮੈਨੂੰ ਇੱਥੇ ਮੇਰਾ ਸੈਟਿੰਗ ਹੋ ਜੇ, ਤੇ ਉਹ ਪ੍ਰਮਾਤਮਾ ਜਾਣਦਾ। ਆਪਾਂ ਸ਼ੁਭ ਇੱਛਾ ਰੱਖ ਕੇ ਚੱਲਦੇ ਹਾਂ। ਨਾ ਕੋਈ ਠੀਕ ਹੈ ਜੀ। ਰਾਮ ਸਿੰਘ ਤੁਸੀਂ ਮਾਈਕ ਬੰਦ ਕਰ ਦਿਓ। ਹਾਂਜੀ ਬਿਲਕੁਲ ਜੀ, ਬਹੁਤ ਵਧੀਆ। ਅੱਜ ਆਪਾਂ ਜਿਹੜੇ ਹੈਗੇ ਕਬੀਰ ਜੀ ਦੀ ਬਾਣੀ ਜਿਹੜੀ ਚੱਲ ਰਹੀ ਆ ਆਪਣੇ ਮਾਰੂ ਰਾਗ ਦੇ ਵਿੱਚ 1103 ਅੰਗ ਦੇ ਉੱਤੇ, ਉਹ ਦੂਸਰਾ ਸ਼ਬਦ ਉਹਨਾਂ ਦਾ ਲੈ ਰਹੇ ਆ। ਤੇ ਕਿਉਂਕਿ ਇਸ ਤੋਂ ਪਹਿਲਾ ਸ਼ਬਦ ਜਿਹੜਾ ਸੀਗਾ ਉਹਦੇ ਵਿੱਚ ਕਬੀਰ ਜੀ ਨੇ ਆਪਾਂ ਨੂੰ ਦੱਸਿਆ ਸੀਗਾ, ਬਈ ਤੂੰ ਕਿਹੜੀ ਮੱਤ ਲੱਗਿਆ ਹੋਇਆ, ਕਿਉਂ ਗਿਆਨ ਵੇਚ ਰਿਹਾ ਹੈ, ਤੂੰ ਗਿਆਨ ਤੂੰ ਲੈ ਤਾਂ ਕਮਾ ਤਾਂ ਰਿਹਾ ਨਹੀਂ ਹੈ, ਗਿਆਨ ਦੇ ਨਾਲ ਤੂੰ ਕਾਰੋਬਾਰ ਕਰ ਰਿਹਾ ਹੈ, ਇਹ ਕੀ ਕਰ ਰਿਹਾ ਤੂੰ ਤੇ ਡੁੱਬ ਜਾਏਗਾ। ਜਿਹੜੇ ਪਰਿਵਾਰ ਨੂੰ ਤੂੰ ਜਿਹੜਾ ਹੈਗਾ, ਜਿਨ੍ਹਾਂ ਨੂੰ ਤੂੰ ਮੱਤ ਦੇ ਰਿਹਾ ਆ, ਜਿਨ੍ਹਾਂ ਨੂੰ ਗਿਆਨ ਦੇ ਰਿਹਾ ਆ, ਉਹ ਵੀ ਨਾਲ ਤੇਰੇ ਡੁੱਬ ਜਾਣਗੇ ਭਾਈ। ਕਿਉਂਕਿ ਤੇਰੇ ਕੋਲ ਤਾਂ ਤੂੰ ਗਿਆਨ ਦਾ ਕੁਛ ਕੀਤਾ ਹੀ ਨਹੀਂ। ਤੂੰ ਤਾਂ ਦੀਵਾ ਲੈ ਕੇ ਹੱਥ ਦੇ ਵਿੱਚ ਦੀਵਾ ਲਿਆ ਹੋਇਆ, ਫਿਰ ਖੂਹ ਦੇ ਵਿੱਚ ਤੂੰ ਡਿੱਗ ਰਿਹਾ ਹੈ, ਔਰ ਤੇਰੇ ਪਿੱਛੇ ਜਿਹੜੇ ਹੈਗੇ ਉਹਨਾਂ ਨੇ ਵੀ ਡਿੱਗ ਪੈਣਾ। ਹੁਣ ਇਸ ਤੋਂ ਬਾਅਦ ਕਬੀਰ ਜੀ ਆ ਗਿਆਨ ਦੇ ਰਹੇ, ਬਨੈ ਬਸੈ ਕਿਉਂ ਪਾਈਏ, ਜੋ ਲੋ ਮਨੋ ਨਾ ਤਜੈ ਵਿਕਾਰ। ਦੇਖੋ ਆ ਵੀ ਸੇਧ ਦੇ ਰਹੇ ਭਾਈ। ਕਹਿੰਦੇ ਕਿੱਥੇ ਵੀ ਚਲੇ ਜਾਓ, ਵਨ 'ਚ ਚਲੇ ਜਾਓ, ਹੇਮਕੁੰਡ ਚਲੇ ਜਾਓ, ਕਿਤੇ ਮਰਜ਼ੀ ਪਹਾੜਾਂ 'ਤੇ ਚੜ੍ਹ ਜਾਓ ਭਾਈ। ਕਹਿੰਦੇ ਕਿਵੇਂ ਪਰਮਾਤਮਾ ਨੂੰ ਤੁਸੀਂ ਮਿਲ ਸਕਦੇ ਹੋ ਭਾਈ। ਪਰਮਾਤਮਾ ਨੇ ਤਾਂ ਹਿਰਦੇ 'ਚ ਪ੍ਰਗਟ ਹੋਣਾ, ਔਰ ਹਿਰਦੇ 'ਚ ਤੇਰੇ ਕਾਮ ਕ੍ਰੋਧ ਲੋਭ ਓਂਕਾਰ ਭਰਪੂਰ ਪਿਆ। ਉੱਥੇ ਤਾਂ ਜਗ੍ਹਾ ਹੀ ਹੈ ਨਹੀਂ ਗੀ, ਉੱਥੇ ਤਾਂ ਜਗ੍ਹਾ ਹੀ ਹੈ ਨਹੀਂ। ਮਾਲਕ ਪਰਮਾਤਮਾ ਦੇ ਪ੍ਰਗਟ ਹੋਣ ਵਾਸਤੇ ਜਗ੍ਹਾ ਹੀ ਨਹੀਂ ਹੈਗੀ। ਉੱਥੇ ਵੀ ਤੇਰਾ ਜਿਹੜਾ ਹੈਗਾ ਨਾਲੇ ਹੀ 5 ਅਵਗੁਣ ਤੇਰੇ ਨਾਲ ਹੀ ਤੁਰਨੇ ਆ। ਜਿੱਥੇ ਮਰਜ਼ੀ ਚਲੇ ਜਾ, ਭਾਵੇਂ ਜਿਹੜੀ ਮਰਜ਼ੀ ਕੰਦਰਾ ਦੇ ਵਿੱਚ ਜਾ ਕੇ ਛੁਪ ਜਾ, ਉੱਥੇ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਓਂਕਾਰ ਤੇਰੇ ਮਨ ਨੂੰ ਫਿਰ ਚਿੰਬੜ ਜਾਣੇ ਆ। ਇਹਨਾਂ ਨੇ ਨਹੀਂ ਛੁੱਟਣਾ ਭਾਈ, ਨਹੀਂ ਛੁੱਟਣਾ। ਬਨੇ ਬਸੇ ਕਿਉਂ ਪਾਈਏ, ਜੋ ਲੋ ਮਨੋ ਨਾ ਤਜੇ ਵਿਕਾਰ। ਦੇਖ ਮਨ ਤੋਂ ਜਿਹੜਾ ਹੈਗਾ ਆਪਾਂ ਨੇ ਮਨ ਤੋਂ ਪਵਿੱਤਰ ਹੋਣਾ ਹੈ। ਭਾਵੇਂ ਜਿੱਥੇ ਮਰਜ਼ੀ ਬੈਠਾ ਹੋਏ, ਭਾਵੇਂ ਇਨਸਾਨ ਜਿਹੜਾ ਹੈਗਾ ਕਿਸੇ ਮਰਜ਼ੀ ਜਿਹੜਾ ਜਗ੍ਹਾ ਤੇ ਬੈਠਾ ਹੋਏ, ਮੰਦੀ ਤੋਂ ਮੰਦੀ ਜਗ੍ਹਾ ਤੇ ਬੈਠਾ ਹੋਏ, ਜੇ ਮਨ ਤੋਂ ਪਵਿੱਤਰ ਹੈ ਤੇ ਕੁਛ ਵੀ ਫਰਕ ਨਹੀਂ ਪਏਗਾ ਉਹਨੂੰ ਭਾਈ। ਬਨੇ ਬਸੇ ਕਿਉਂ ਪਾਈਏ, ਜੋ ਲੋ ਮਨ ਹੋ ਨਾ ਤਜੈ ਵਿਕਾਰ। ਜਦ ਤੱਕ ਮਨ ਤੋਂ ਵਿਕਾਰ ਨਹੀਂ ਤਜਦਾ ਪਿਆਰਿਆ, ਆਪਣੇ ਮਨ ਨੂੰ ਨਹੀਂ ਦੇਖਦਾ, ਆਪਣੇ ਵਿਚਾਰਾਂ ਨੂੰ ਨਹੀਂ ਦੇਖਦਾ, ਤੇਰੇ ਵਿਚਾਰ ਹੀ ਤਾਂ ਆ ਰਹੇ, ਤੈਨੂੰ ਵਿਚਾਰ ਹੀ ਆ ਕੇ ਤੈਨੂੰ ਲੈ ਜਾਂਦੇ ਆ। ਕਾਮ ਦਾ ਵਿਚਾਰ ਆਇਆ, ਕਾਮ ਦੇ ਵਿੱਚ ਲੈ ਗਿਆ। ਕ੍ਰੋਧ ਆ ਗਿਆ, ਕਿਸੇ ਗੱਲ ਤੋਂ ਕ੍ਰੋਧ ਹੋ ਗਿਆ। ਇਹ ਸਾਰਾ ਜਿਹੜਾ ਹੈਗਾ ਲੋਭ ਦਾ ਵਿਚਾਰ ਆ ਜਾਂਦਾ ਹੈ। ਇਸ ਤਰੀਕੇ ਦੇ ਨਾਲ ਵਿਚਾਰਾਂ ਦੇ ਨਾਲ ਆਪਾਂ ਜਿਹੜੇ ਹੈਗੇ ਆ, ਇਹ ਆਪਾਂ ਨੂੰ ਜਿਹੜੇ ਹੈਗੇ ਆਪਾਂ ਆਪਣੇ ਜੀਵਨ ਨੂੰ ਜਿਹੜਾ ਹੈਗਾ, ਆਪਣੇ ਸੁਨਹਿਰੀ ਜੀਵਨ ਨੂੰ ਜਿਹੜਾ ਹੈਗਾ, ਉਹਨੂੰ ਇਹ ਜਿਹੜੇ ਹੈਗੇ ਕੌਡੀਆਂ ਦੇ ਭਾਅ ਜਿਹੜੇ ਹੈਗੇ ਉਹਨੂੰ ਜਿਹੜੇ ਹੈਗੇ ਲੁਟਾ ਰਹੇ ਭਾਈ। ਬਨੇ ਬਸੇ ਕਿਉਂ ਪਾਈਏ, ਜੋ ਲੋ ਮਨੋ ਨਾ ਤਜੇ ਵਿਕਾਰ। ਜੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ। ਹੁਣ ਇੱਥੇ ਘਰ ਨੂੰ ਦੇਖੋ ਔਂਕੜ ਲੱਗੀ ਹੋਈ ਹੈ, ਬਨ ਨੂੰ ਔਂਕੜ ਲੱਗੀ ਹੋਈ ਹੈ। ਬਨ ਕੀ ਹੈਗਾ? ਬਨ ਕੋਈ ਜੰਗਲ ਦੀ ਗੱਲ ਥੋੜ੍ਹੀ ਨਾ ਕਰ ਰਹੇ। ਬਨ ਕਹਿੰਦੇ ਆ ਸੰਸਾਰ ਬਨ ਹੀ ਤਾਂ ਹੈਗਾ ਸਾਰਾ ਦਾ ਸਾਰਾ। ਕਿੰਨੇ ਸੋਹਣੇ ਚੀਜ਼ਾਂ ਇਹਦੇ 'ਚ ਹੈਗੀਆਂ ਸੰਸਾਰ ਦੇ ਵਿੱਚ।
ਘਰ ਜਿਹੜਾ ਤੇਰਾ ਹਿਰਦਾ ਤੇਰਾ ਅੰਦਰ, ਜੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ। ਔਰ ਬਨ ਜਿਹੜਾ ਜੇ ਆਪਾਂ ਘਰ ਗ੍ਰਸਤੀ ਲੈ ਇੱਥੇ ਲਾ ਲਈਏ ਤੇ ਜੇ ਜੰਗਲ ਨੂੰ ਕਹਿ ਲਓ ਬਨ ਤਾਂ ਵੀ ਪਾਏ। ਜਿਹੜਾ ਜਿਹਨੇ ਜੇ ਘਰ ਨੂੰ ਹੀ ਜੰਗਲ ਸਮਝ ਲਾ, ਤੂੰ ਆਪਣੇ ਮਨ ਨੂੰ ਜਿਹੜਾ ਹੈਗਾ ਉਹ ਮਨ ਨੂੰ ਆਤੰਕ ਕਰ ਲਾ, ਮਨ ਨੂੰ ਕੱਢ ਲਾ ਵਿੱਚੋਂ। ਦੁਨੀਆ ਦੇ ਨਾਲ ਵਿਵਹਾਰ ਕਰ, ਦੁਨੀਆ ਦੇ ਨਾਲ ਵਿਵਹਾਰ ਕਰ, ਪਰ ਆਪਣਾ ਜਿਹੜਾ ਹੈਗਾ ਉਹ ਸਿਰਫ ਵਿਵਹਾਰ ਰਹੇ। ਮਨ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੇ ਨਾਲ ਜੁੜਿਆ ਰਹੇ। ਜੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ। ਉਹ ਪੂਰੇ ਆ ਭਾਈ ਸੰਸਾਰ ਦੇ ਵਿੱਚ, ਉਹ ਪੂਰੇ ਆ ਸੰਸਾਰ ਦੇ ਵਿੱਚ। ਕਿਤੇ ਜਾਣ ਦੀ ਲੋੜ ਨਹੀਂ ਆ, ਬਸ ਆਪਣੇ ਅੰਦਰ ਵੜਨ ਦੀ ਲੋੜ ਆ। ਆਪਣੇ ਆਪ ਨੂੰ, ਆਪਣੇ ਵਿਚਾਰਾਂ ਨੂੰ ਦੇਖਣ ਦੀ ਲੋੜ ਆ। ਬਸ ਵਿਚਾਰ ਦੇਖਾਂਗੇ ਤੇ ਉਹਨਾਂ ਨੂੰ ਛੱਡਣ ਦੀ ਲੋੜ ਆ। ਬਸ ਐਸੇ ਜਗ੍ਹਾ ਤੇ ਆਹੀ ਕੰਟਰੋਲ ਆ। ਮਨ ਜੀਤੇ ਜਗ ਜੀਤ ਵਾਲੀ ਗੱਲ ਆਹੀ ਹੈਗੀ ਆ। ਇਹੀ ਭਗਤੀ ਹੈਗੀ, ਇਹੀ ਭਗਤੀ ਹੈਗੀ। ਇਹ ਵਿਚਾਰ ਹੀ ਆਪਣੀ ਜਿਹੜੀ ਹੈਗੀ, ਵਿਚਾਰ ਹੀ ਜਿਹੜੇ ਹੈਗੇ ਇਹੀ ਮੈਲ ਹੈਗੀ ਆ। ਇਸੇ ਨੂੰ ਝਾੜੂ ਲਾਉਣਾ ਹੈ, ਨਾਮ ਦੇ ਨਾਲ ਝਾੜੂ ਲਾਉਣਾ ਹੈ, ਧਿਆਨ ਦੇ ਨਾਲ ਝਾੜੂ ਲਾਉਣਾ ਹੈ। ਜਦ ਤੱਕ ਧਿਆਨ ਨਹੀਂ ਕਰਾਂਗੇ ਤੇ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਭਾਈ? ਧਿਆਨ ਕਰਨਾ ਕਿ ਆਪਣੇ ਅੰਦਰ ਜਿਹੜਾ ਹੈਗਾ ਸੁਰਤ ਨੂੰ ਅੰਦਰ ਦੇਖਣਾ, ਆਪਣੇ ਅੰਦਰ ਆਪਣੇ ਕਾਮ ਕ੍ਰੋਧ ਲੋਭ ਮੋਹ ਕਾਰ ਨਜ਼ਰ ਆਉਣਗੇ ਆਪਾਂ ਨੂੰ, ਆਪਣੇ ਅਵਗੁਣ ਨਜ਼ਰ ਆਉਣਗੇ ਆਪਾਂ ਨੂੰ। ਸਾਰ ਸੁਖ ਪਾਈਏ ਰਾਮਾ। ਸਾਰ ਸੁਖ ਕੀ ਹੈਗਾ? ਪਰਮਾਤਮਾ ਦੀ ਬੰਦਗੀ, ਧਿਆਨ ਸਿਮਰਨ, ਆਹੀ ਸਾਰ ਸੁਖ ਹੈ। ਹੋਰ ਕਿਹੜਾ ਸਾਰ ਸੁਖ ਹੈਗਾ? ਸਾਰ ਸੁਖ ਪਾਈਏ ਰਾਮਾ, ਉਹਦੇ ਨਾਲ ਪਰਮਾਤਮਾ ਮਿਲ ਜਾਂਦਾ ਹੈ। ਰੰਗ ਰਵੋ ਆਤਮੇ ਰਾਮ ਰਹੋ। ਕਹਿੰਦੇ ਆਪਣੀ ਅੰਦਰ ਵੜ, ਆਪਣੀ ਆਤਮਾ ਦੇ ਵਿੱਚ ਆਪਣੇ ਅੰਦਰ ਵੜ, ਪਰਮੇਸ਼ਰ ਦੇ ਨਾਲ ਪਿਆਰ ਪਾ। ਰੰਗ ਰਵੋ, ਰੰਗ ਕਿਹੜਾ ਰੰਗ ਦੇ ਵਿੱਚ ਰਵਣਾ ਹੈ ਪਾਏ? ਪਰਮਾਤਮਾ ਦੇ ਨਾਲ ਪਿਆਰ ਪਾ ਆਪਣੇ ਅੰਦਰ। ਪਰਮਾਤਮਾ ਮਾਲਕ ਦੇ ਨਾਲ ਪਿਆਰ ਪਾ, ਅੰਦਰੋਂ ਪਿਆਰ ਪਾ, ਆਤਮਾ ਤੋਂ ਪਿਆਰ ਪਾ। ਮਨ ਤੋਂ ਮਨ ਨੂੰ ਮਨ ਲਗਾ, ਬਾਹਰੋਂ ਨਹੀਂ। ਰੰਗੇ ਰਵੋ ਆਤਮੇ ਰਾਮ ਰਹਾਓ। ਬਨੇ ਬਸੇ ਕਿਉਂ ਪਾਈਏ ਜੋਲੋ ਮਨ ਹੋਣਾ ਤਜੇ ਵਿਕਾਰ। ਬਨ ਦੇ ਵਿੱਚ ਬਸਣ ਦੇ ਨਾਲ ਕਿਸ ਤਰ੍ਹਾਂ ਜਿਹੜਾ ਹੈਗਾ ਪਰਮਾਤਮਾ ਨੂੰ ਤੂੰ ਪਾ ਲੇਗਾ ਭਾਈ? ਪਰਮਾਤਮਾ ਕਿਵੇਂ ਆ ਜਾਊਗਾ ਜਦ ਤੱਕ ਤੇਰੇ ਅੰਦਰ ਵਿਕਾਰ ਜਿਹੜੇ ਹੈ ਕਾਇਮ ਹੈਗੇ। ਮਨ ਤੋਂ ਮਨ ਵਿਕਾਰ ਛੱਡਦਾ ਨਹੀਂ ਆ, ਅਵਗੁਣ ਛੱਡਦਾ ਨਹੀਂ ਆ। ਅਵਗੁਣ ਨਾਲ ਉਸੇ ਤਰੀਕੇ ਨਾਲ ਗਤੀ ਕਰੀ ਜਾ ਰਹੇ ਆ ਔਰ ਇੱਧਰ ਭਗਤੀ ਵੀ ਕਰੀ ਜਾ ਰਹੇ ਆ। ਹਾਂਜੀ ਵੀਰ ਜੀ, ਠੀਕ ਹੈ ਜੀ। ਤਾਂ ਸੰਗਤ ਅਗਰ ਆਪ ਅੱਜ ਦੀ ਕਥਾ ਵੀ ਕੈਚ ਕਰ ਗਏ ਤੇ ਤੁਹਾਨੂੰ ਸਾਫ਼ ਤੱਤ ਸਮਝਣ 'ਚ ਕੋਈ ਮੁਸ਼ਕਲ ਨਹੀਂ ਆਏਗੀ। ਇਹਨਾਂ ਦੀ ਗੱਲ ਕਰਦੀ ਕਿ ਨਾ ਤੇ ਬੰਦੇ 'ਚ ਇੰਟਰਸਟ ਵੱਜ ਜਾਂਦਾ ਨਜੇ ਸਾਹਿਬ। ਹਾਂਜੀ ਬਿਲਕੁਲ ਸਹੀ ਗੱਲ ਹੈ। ਬੰਦਾ ਸੋਚਦਾ ਕਿ ਪਤਾ ਨਹੀਂ ਚਰਨਜੀਤ ਨੇ ਕੀ ਸੱਪ ਕੱਢ ਦੇਣਾ। ਠੀਕ ਹੈ ਜੀ। ਇੰਟਰਸਟ ਬੜਾ ਜ਼ਰੂਰੀ ਹੈ। ਕਹਾਣੀ ਕਰਦਾ ਕਿ ਇੱਕ ਚੈਪਟਰ ਲੁਕਾਈ ਜਾਂਦਾ ਫਿਰ ਦੂਜਾ ਖੋਲੀ ਜਾਂਦਾ। ਉਹ ਵੇਖਣ ਵਾਲਾ ਬੜਾ ਇੰਟਰਸਟਿੰਗ ਚ ਲੈਂਦਾ ਕਿ ਪਤਾ ਨਹੀਂ ਕਿਹੜੀ ਗੱਲ ਕਹਿ ਦੇਣੀ। ਹੁਣ ਮੈਂ ਗੱਲ ਭਾਵੇਂ ਨੋਰਮਲੀ ਕਰਨੀ ਸੀ, ਸਾਰਿਆਂ ਨੇ ਕੰਨ ਖੜੇ ਕਰ ਲਏ। ਅੱਛਾ ਠੀਕ ਹੈ। ਇਹਦੇ ਵਿੱਚ ਸਾਧ ਸੰਗਤ ਜੀ ਦੇਖੋ, ਸੰਸਾਰ ਜਿਹੜਾ ਹੈਗਾ ਨਾ, ਦੇਖੋ ਇਹ ਚੀਜ਼ ਨੂੰ ਆਪ ਸਮਝੋ। ਇਹ ਬ੍ਰਹਮ ਦਾ ਇੱਕ ਪਸਾਰ ਹੈ। ਤੇ ਕਈ ਲੋਕ ਕਹਿੰਦੇ ਨਾ ਕਿ ਆਤਮਾ ਆ ਗਈ, ਆਤਮਾ ਚੱਲ ਗਈ। ਆਤਮਾ ਕਿਤੇ ਆਉਂਦੀ ਨਹੀਂ ਤੇ ਨਾ ਕਿਤੇ ਜਾਂਦੀ। ਤੁਸੀਂ ਵੇਖੋ ਹਵਾ ਤੋਂ ਬਿਨਾਂ ਕੋਈ ਜੀਵ ਜਿੰਦਾ ਰਹਿ ਸਕਦਾ? ਨਹੀਂ। ਇਸੇ ਤਰ੍ਹਾਂ ਹੀ ਪਰਮਾਤਮਾ ਹੈ। ਪਰਮਾਤਮਾ ਤੋਂ ਬਿਨਾਂ ਕੁਛ ਵੀ ਨਹੀਂ ਜਾਏਗਾ। ਇੱਥੋਂ ਤੱਕ ਇਹ ਆਕਸੀਜਨ ਖਤਮ ਹੋ ਜਾਏ ਨਾ ਤੇ ਅੱਜ ਜੋ ਵੀ ਧਰਤੀਆਂ ਧੁਰਤੀਆਂ ਪੁਲ ਪਲ ਦੇਖਦੇ ਸਾਰਿਆਂ ਨੂੰ ਇੱਕ ਪ੍ਰੋਬਲਮ ਹੋ ਜਾਣੀ ਹੈ। ਕਿਉਂਕਿ ਆਕਸੀਜਨ ਦੇ ਵਿੱਚ ਹੀ ਸਾਰਾ ਕੰਕਰੀਟ ਨੂੰ ਜੋੜਨ ਦੀ ਸ਼ਕਤੀ ਹੈ ਔਰ ਆਕਸੀਜਨ ਕਰਕੇ ਸਾਰਾ ਕੁਝ ਜੁੜਿਆ ਹੋਇਆ। ਇਹ ਬ੍ਰਹਮ ਜਿਹੜਾ ਨਾ, ਬ੍ਰਹਮ ਦੇਖੋ, ਆਤਮਾ ਪਰਮਾਤਮਾ 'ਚ ਕੋਈ ਭੇਦ ਨਹੀਂ ਹੈ। ਕਿਉਂਕਿ ਜੋ ਵੀ ਕੁਝ ਹੈ ਰਿਹਾ ਨਾ ਤੁਹਾਡੇ ਲਾਗੇ ਬੰਨੇ, ਇਹ ਸਭ ਉਹੀ ਬ੍ਰਹਮ ਦਾ ਹੀ ਰੂਪ ਹੈ। ਆਖਰ ਤੇ ਤੁਸੀਂ ਜਦੋਂ ਬਿੰਦੂ ਤੇ ਪਹੁੰਚਦੇ ਜੋ ਤੇ ਬ੍ਰਹਮ ਤੋਂ ਇਲਾਵਾ ਕੁਝ ਨਹੀਂ ਹੈਗਾ। ਤੇ ਸੂਰਜ ਸਾਰ ਚੰਦਰ ਮਾਤਾ ਇਹਨੂੰ ਤੇ ਕਹਿੰਦੇ ਉੱਤੇ ਨਹੀਂ ਹੈਗੇ। ਕਿਉਂ ਨਹੀਂ ਹੈਗੇ? ਕਿਉਂਕਿ ਸੂਰਜ ਪਰਮਾਤਮਾ ਦੇ ਵਿੱਚੋਂ ਇੱਕ ਪੈਦਾ ਹੋਇਆ ਇੱਕ ਤਾਰਾ ਹੈ, ਪਰ ਪਰਮਾਤਮਾ ਇੱਕ ਸ਼ਕਤੀ ਹੈ। ਉਹ ਨਿਰਗੁਣ ਬ੍ਰਹਮ ਹੈ। ਉਹ ਰੂਪ ਨਹੀਂ ਹੈ, ਰੰਗ ਨਹੀਂ ਹੈ, ਨਾ ਉਹਦੀ ਰੇਖ ਹੈ। ਔਰ ਸਾਡੀ ਕਥਾ ਹਰ ਦਿਨ ਸੁਣਨ ਆਉਂਦਾ, ਇਹ ਪੱਕੀ ਗਰੰਟੀ ਹੈ। ਸੁਣ ਕਿਉਂ ਆਉਂਦਾ? ਕਿਉਂਕਿ ਪਰਮਾਤਮਾ ਦੀ ਕਥਾ ਜਦੋਂ ਹੁੰਦੀ ਹੈ ਤੇ ਪਰਮਾਤਮਾ ਉੱਥੇ ਆਉਂਦਾ ਹੈ।
ਇਹ ਬੜੀ ਬੜੀ ਵੱਡੀ ਗੱਲ ਹੈ। ਉਹ ਬ੍ਰਹਮ ਚਾਹੁੰਦਾ ਹੈ ਕਿ ਮੇਰੀ ਕਥਾ ਹੋਵੇ, ਭਾਵੇਂ ਕਿਸੇ ਰੂਪ ਚ ਹੋ। ਤਾਰੀਫ ਕਿਹਨੂੰ ਨਹੀਂ ਚੰਗੀ ਲੱਗਦੀ ਨਜਰ ਸਾਹਿਬ? ਇੱਥੋਂ ਤੱਕ ਪ੍ਰਮਾਤਮਾ ਨੂੰ ਵੀ ਚੰਗੀ ਲੱਗਦੀ ਹੈ। ਪ੍ਰਮਾਤਮਾ ਨੂੰ ਉਹ ਬਾਣੀ ਕਹਿੰਦੀ ਨੇ ਕਿ ਇਹਨੂੰ ਪੁੱਤਾਂ ਵਾਲਾ ਬਣਾਉਣਾ ਬੜਾ ਜ਼ਰੂਰੀ ਹੈ। ਬੇਸ਼ੱਕ ਅਰਬਾਂ ਖਰਬਾਂ ਦੁਨੀਆ ਹੈ, ਪਤਾ ਨਹੀਂ ਕਿੰਨਾ ਕੁਛ ਹੈਗਾ, ਪਰ ਇਹਦੇ ਬਾਵਜੂਦ ਪ੍ਰਮਾਤਮਾ ਦੇ ਜਿਹੜੇ ਬੱਚੇ ਜ਼ਿਆਦਾ ਨਹੀਂ ਹੈਗੇ, ਬਹੁਤ ਲਿਮਿਟਡ। ਬਿਲਕੁਲ। ਇਸ ਕਰਕੇ ਉਹ ਪ੍ਰਮਾਤਮਾ ਨੂੰ ਬਹੁਤ ਇੰਟਰਸਟ ਹੈ। ਵੇਖਿਆ ਨੀ ਕਬੀਰ ਦੇ ਉੱਤੇ ਪੈਰ ਰੱਖਣ ਦਿਆ ਨਹੀਂ, ਹਾਥੀ ਨਹੀਂ ਪੈਰ ਰੱਖਦਾ। ਪਰ ਇਹ ਨਾ ਸੋਚੋ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਕਿਉਂ ਸ਼ਹੀਦ ਹੋਏ। ਉਹਨਾਂ ਦੀ ਸ਼ਹੀਦੀ ਦੇਣੀ ਜ਼ਰੂਰੀ ਸੀ, ਉਹ ਵੀ ਇੱਕ ਰਿਕੁਆਇਰਮੈਂਟ ਜੀ। ਓਦਾਂ ਇੰਨਾ ਵੱਡਾ ਪੰਥ ਨਹੀਂ ਜੋ ਬਣਨਾ। ਜੇ ਯਿਸੂ ਮਸੀਹ ਨੂੰ ਸੂਲੀ ਤੇ ਨਾ ਚਾੜਦੇ, ਇੰਨੇ ਲੋਕ ਈਸਾਈ ਨਾ ਬਣਦੇ। ਇਹਨਾਂ ਚੀਜ਼ਾਂ ਦੇ ਪਿੱਛੇ ਨਾ ਬੜੇ ਬੜੇ ਰੀਜ਼ਨ ਹੁੰਦੇ ਆ, ਪਰ ਸਾਡੀ ਜਿੰਨੀ ਕਮਾਤੇ ਅਸੀਂ ਉਹਨਾਂ ਕੀ ਵੇਖ ਸਕਦੇ ਹਾਂ। ਸਾਡੇ ਕੋਲ ਗਹਿਰੀ ਬੁੱਧੀ ਥੋੜੀ ਹੋ ਗਈ। ਅਸੀਂ ਤਾਂ ਬਹੁਤ ਛੋਟੇ ਹਾਂ, ਅਸੀਂ ਤੇ ਮਰ ਕੇ 5-6 ਫੁੱਟ ਤੱਕ ਹੀ ਵੇਖਦੇ ਹਾਂ, ਪਰ ਉਹਦੇ ਪਿੱਛੇ ਕੀ ਹੈਗਾ, ਅੱਗੇ ਕੀ ਹੈਗਾ, ਇਹ ਬ੍ਰਹਮ ਨੂੰ ਸਭ ਪਤਾ। ਠੀਕ ਹੈ ਜੀ। ਹੁਣ ਇਹ ਚੀਜ਼ ਆਪਾਂ ਵਿਚਾਰ ਕਰਦੇ ਹਾਂ। ਜਿੰਨੀ ਕਥਾ ਘੁੰਮਣੀ ਆ ਕੇਵਲ ਵਿਚਾਰਾਂ ਤੇ ਹੀ ਘੁੰਮਣੀ ਆ, ਵਿਚਾਰ ਤੋਂ ਅੱਗੇ ਕੁਛ ਵੀ ਨਹੀਂ ਹੈਗਾ। ਠੀਕ ਹੈ। ਮਨ ਜੀਤੇ ਜਗ ਜੀਤ, ਬਾਣੀ ਕਹਿੰਦੀ ਹੈ, ਤੂੰ ਮਨ ਨੂੰ ਜਿੱਤ ਲਿਆ ਤੇ ਜਗ ਨੂੰ ਜਿੱਤ ਲਿਆ। ਮਨ ਕੀ ਹੈ? ਤੁਹਾਡੇ ਵਿਚਾਰ। ਹੁਣ ਵਿਚਾਰ ਕਿੱਥੋਂ ਆਉਂਦੇ ਆ? ਉਹ ਆਉਂਦੇ ਸਾਡੀ ਸਿਮਰਤੀ ਚੋਂ। ਮੈਮਰੀ ਕਹਿੰਦੇ ਆਪਾਂ ਨੂੰ। ਇੱਕ ਸਿਮਰਤੀ ਹੁੰਦੀ ਆ ਜਿਹੜੀ ਸਾਡੇ ਮਸਤੇ ਦੇ ਅੰਦਰ ਆ, ਇੱਕ ਮੈਮਰੀ, ਉਹਦੇ ਅੰਦਰ ਹੈਗਾ ਸਾਰਾ ਕੁਛ। ਉਹਦੇ ਅੰਦਰ ਜੋ ਵੀ ਡਾਟਾ ਇਕੱਠਾ ਹੁੰਦਾ ਨਾ, ਇਹ ਸਾਰਾ ਸਾਡੇ ਸੰਸਕਾਰਾਂ ਤੇ ਡਿਪੈਂਡ ਕਰਦਾ। ਹੁਣ ਜਿੱਦਾਂ ਤੁਸੀਂ ਪਾਣੀ ਗਰਮ ਕੀਤਾ, ਚਾਹ ਗਰਮ ਕੀਤੀ, ਜੋ ਵੀ ਚੀਜ਼ ਤੋਂ ਗਰਮ ਕੀਤੀ, ਉਹਦੇ ਤੇ ਜਿਹੜਾ ਧੂੰਆਂ ਆਉਣਾ ਹੈ ਨਾ, ਉਸੇ ਤੱਤ ਤੋਂ ਆਉਣਾ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਠੀਕ ਹੈ ਗੁਰਕੀ ਸਾਹਿਬ। ਇਹਦੇ ਵਿੱਚ ਥੋੜ੍ਹਾ ਜਿਹਾ ਮੈਂ ਐਡ ਕਰਨਾ ਚਾਹੂੰਗਾ ਕਿ ਇਹ ਜਿਹੜੇ ਵਿਚਾਰ ਆਉਂਦੇ ਹੈਗੇ ਆ, ਕਿਹੜਾ ਵਿਚਾਰ ਕਦੋਂ ਆਊਗਾ, ਇਹ ਆਪਣੇ ਵੱਸ 'ਚ ਨਹੀਂ ਹੈਗਾ। ਇਹ ਆਪਣੇ ਵੱਸ ਨਹੀਂ, ਆਪਣੀ ਬੁੱਧੀ ਦਾ ਵਿਸ਼ਾ ਨਹੀਂ ਹੈ। ਆਪਣੇ ਇਹਦਾ ਕੰਟਰੋਲ ਆਪਣੇ ਕੋਲ ਨਹੀਂ ਹੈਗਾ। ਇਹ ਕੰਟਰੋਲ ਜਿਹੜਾ ਹੈਗਾ ਕਾਲ ਕੋਲ ਆ। ਇਹ ਕੰਟਰੋਲ ਜਿਹੜਾ ਹੈਗਾ ਆਪੋਜ਼ਿਟ ਟੀਮ ਦੇ ਕੋਲ ਹੈਗਾ। ਹਾਂਜੀ ਵੀਰ ਜੀ। ਵੀਰ ਜੀ, ਜਿਹੜੀ ਤੁਸੀਂ ਗੱਲ ਕਹਿੰਦੇ ਆ, ਇਹ ਵੇਦ ਕੀ ਕਹਿੰਦੇ, ਜਿਹੜੀ ਕਬੀਰ ਜੀ ਦਾ ਸ਼ਬਦ ਹੈ, ਵੇਦ ਕੀ ਪੁੱਤਰੀ ਸਿਮਰਤੀ ਭਾਈ, ਕਹਿੰਦੇ ਇਹਨੇ ਸਾਰਾ ਜੱਗ ਠੱਗਿਆ ਆ। ਤੇ ਨਾ ਇਹ ਅੰਦਰਲੀ ਗੱਲ ਮੈਨੂੰ ਲੱਗਦਾ ਕਹਿ ਰਿਹਾ ਇੱਥੇ ਵੀ। ਨਹੀਂ, ਉਹ ਚਲੋ ਉਸ ਚੀਜ਼ ਨੂੰ ਆਪਾਂ ਫਿਰ ਵਿਚਾਰਾਂਗੇ, ਕਿਉਂਕਿ ਪੂਰਾ ਸ਼ਬਦ ਵਿਚਾਰਨਾ ਪੈਣਾ। ਦੇਖੋ, ਉਹ ਇੱਕ ਤੁਕ ਨਾਲ ਗੱਲ ਨਹੀਂ ਬਣਦੀ। ਹਾਂਜੀ ਗੁਰਕੀ ਸਾਹਿਬ। ਠੀਕ ਹੈ। ਹੁਣ ਆਪਾਂ ਇਸ ਚੀਜ਼ ਨੂੰ ਥੋੜਾ ਅੰਡਰਸਟੈਂਡ ਕਰੀਏ। ਬਾਣੀ ਕਹਿੰਦੀ ਕਈ ਜਨਮ ਮੈਂ ਕੀਟ ਪਤੰਗਾ, ਕਈ ਜਨਮ ਚ ਮੈਂ ਕੁਛ ਬਣਿਆ। ਮੈਂ ਪਤਾ ਨਹੀਂ ਕਿੰਨੀ ਕੁ ਵਾਰੀ, ਕਬੀਰ ਜੀ ਖੁਦ ਕਹਿੰਦੇ ਨੇ, ਮੈਂ ਤੇਰਾ ਪਿਓ ਬਣਿਆ, ਭੈਣ ਬਣਿਆ, ਧੀ ਬਣਿਆ, ਮੈਂ ਬਹੁਤ ਕੁਝ ਬਣਿਆ। ਉਹ ऐसे घर हम बहुत बसाए। वो कहते मैं बड़े घर बसाए है। जब गर्भ में आए, बाणी लिखा मैनू पता नहीं है, पर बाणी ਇਹੋ ਚੀਜ਼ ਨੂੰ ਹੀ ਟਾਰਗੇਟ ਕਰਦੀ। ਹੁਣ ਸਿਮਰਤੀ ਬਣਦੀ ਹੈ ਤੁਹਾਡੇ ਸੰਸਕਾਰਾਂ ਤੋਂ। ਤੁਹਾਡਾ ਕਾਰਨ ਸਰੀਰ, ਸੰਸਕਾਰ ਮਤਲਬ ਤੁਹਾਡੇ ਕਾਰਨ ਸਰੀਰ। ਕਾਰਨ ਸਰੀਰ ਨੇ ਕੀ ਕਰਨਾ ਵਾ? ਤੁਹਾਡੇ ਅੰਦਰ ਇੱਕ ਸਿਮਰਤੀ ਪੈਦਾ ਕਰਨੀ ਹੈ। ਸਿਮਰਤੀ ਦਾ ਮਤਲਬ ਤੁਸੀਂ ਵੇਖੋ, ਇੱਕ ਛੋਟਾ ਬੱਚਾ, ਇੱਕ ਪਿਓ ਦੇ ਨਾ 3 ਬੱਚੇ, 4 ਬੱਚੇ, 8 ਬੱਚੇ, 10 ਬੱਚੇ, 20 ਬੱਚੇ ਹੋਣਗੇ। ਹਰ ਇੱਕ ਬੱਚੇ ਦੀ ਇੱਕ ਆਪਣੀ ਸੋਚ ਹੁੰਦੀ ਹੈ। ਤੁਸੀਂ ਛੋਟੇ ਹੁੰਦੇ ਵੇਖੋ ਆਲਮੋਸਟ ਸੇਮ ਨੇ, ਪਰ ਜਿਵੇਂ ਜਿਵੇਂ ਬੱਚਾ ਗਰੋ ਕਰਦਾ ਨਾ, ਇੱਕ ਆਪਣੇ ਕਰੈਕਟਰ ਨੂੰ ਬਾਹਰ ਕੱਢਦਾ ਹੈ। ਔਰ ਉਸ ਕਰੈਕਟਰ 'ਚ ਤੁਹਾਡਾ ਕੋਈ ਲੈਣਾ ਦੇਣਾ ਨਹੀਂ। ਉਸ ਕਰੈਕਟਰ ਨੂੰ ਕੋਈ ਕਾਲਜ, ਕੋਈ ਯੂਨੀਵਰਸਿਟੀ, ਕੋਈ ਦੁਨੀਆ ਦੀ ਸ਼ਕਤੀ ਬਦਲ ਨਹੀਂ ਸਕਦੀ। ਇਹ ਚੀਜ਼ ਨੂੰ ਆਪ ਸਮਝੋ। ਤੁਹਾਡੇ ਅੰਦਰ ਜਿਹੜੀ ਇੱਕ ਤੱਤ ਹੈਗਾ, ਜੋ ਤੁਹਾਡਾ ਇਹਨੂੰ ਕਹਿੰਦੇ ਆਪਾਂ ਅਚੇਤਨ ਮਨ। ਚੇਤਨ ਮਨ ਮਤਲਬ ਤੁਹਾਡਾ ਕਾਰਨ ਸਰੀਰ ਹੀ ਆ, ਅਚੇਤ ਆ, ਗੁਪਤ ਆ, ਸਾਹਮਣੇ ਦਿਖਦਾ ਨਹੀਂ ਆ, ਪਰ ਉਹਦੇ ਵਿੱਚੋਂ ਸਾਰਾ ਕੁਛ ਆ ਰਿਹਾ। ਔਰ ਤੁਸੀਂ ਖਾਸ ਕਰਕੇ ਉਸੇ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਜੋ। ਸਾਡਾ ਜੋ ਵੀ ਐਕਸ਼ਨ ਹੈ ਨਾ, ਉਹਦੇ ਤੇ ਡਿਪੈਂਡੈਂਟ ਹੈ। ਉੱਥੋਂ ਪੈਦਾ ਹੁੰਦਾ ਧੂਏ ਦੇ ਰੂਪ ਚ ਵਿਚਾਰ। ਠੀਕ ਹੈ। ਸਭ ਤੋਂ ਪਹਿਲਾਂ ਸਿਮਰਤੀ ਦਾ ਮਤਲਬ ਤੁਹਾਡੇ ਜੀਵਨ ਦਾ ਜੋ ਡਾਟਾ, ਤੁਹਾਡਾ ਜੋ ਵੀ ਤੁਸੀਂ ਜੋ ਕਿਸੇ ਕਰਕੇ ਆ ਰਹੇ ਜੋ, ਔਰ ਤੁਸੀਂ ਚੱਲ ਰਹੇ ਜੋ, ਉਹ ਸਾਰਾ ਕੁਝ ਇਕੱਠਾ ਸਮਰਨ ਮਤਲਬ ਜਿਹੜੀ ਚੀਜ਼ ਸਮਰਨ ਆ ਤੁਹਾਡੀ, ਜਿਹੜੀ ਚੀਜ਼ ਸਮਰਨ ਹੈਗੀ, ਜਿਹੜੀ ਚੀਜ਼ ਤੁਹਾਡੇ ਅੰਦਰ ਜਿਹੜੀ ਹੈਗੀ ਸੰਸਕਾਰ ਬਣ ਚੁੱਕੇ ਆ, ਜੋ ਵੀ ਉਹ ਸਾਰਾ ਜਿਹੜਾ ਉੱਥੋਂ ਨਿਕਲਣਾ ਹੈ ਡਾਟਾ। ਹਾਂਜੀ ਵੀਰ ਜੀ। ਮੈਂ ਨਾ ਬੈਠਾ ਹਿਸਾਬ ਲਿਆ ਹਾਂ। ਮੈਂ ਜਸਟ ਬੈਠਾ
ਤੇ ਮੇਰੇ ਮਨ 'ਚ ਵਿਚਾਰ ਚੱਲਿਆ, ਮੈਂ ਇਹ ਪ੍ਰਮਾਤਮਾ ਨੇ ਕਿੰਨੀ ਸ਼ਰਾਰਤ ਕੀਤੀ ਹੈ। 83 ਲੱਖ ਜੂਨ ਆ, ਤੂੰ ਬਾਕੀ ਸਾਰਿਆਂ ਨੂੰ ਕੁਛ ਨਹੀਂ ਕਿਹਾ, ਪਰ ਇੱਕ ਬੰਦੇ ਨੂੰ ਥੋੜੀ ਜਿਹੀ ਬੁੱਧੀ ਦੇਤੀ। ਹੁਣ ਜਦੋਂ ਬੁੱਧੀ ਦਿੱਤੀ, ਇਹਨੂੰ ਪਤਾ ਲੱਗਾ ਮੈਂ ਨੰਗਾ ਵਾਂ, ਇਹਨੇ ਕੱਪੜਿਆਂ ਦਾ ਅਰੇਂਜਮੈਂਟ ਕੀਤਾ। ਹੁਣ ਜਦੋਂ ਕੱਪੜੇ ਲੈ ਪਹਿਲਾਂ ਅੰਗੇਜ ਕਵਰ ਕਰਦਾ ਸੀ, ਫਿਰ ਇਹਨੂੰ ਪਤਾ ਲੱਗਾ ਇਹ ਜਿਹੜੇ ਕੱਪੜੇ ਆ ਇਹਦੇ ਨਾਲ ਇੱਕ ਬੰਦਾ ਅਮੀਰ ਵੀ ਨਜ਼ਰ ਆ ਸਕਦਾ, ਇੱਕ ਬੰਦਾ ਗਰੀਬ ਨਜ਼ਰ ਆ ਸਕਦਾ। ਦੇਖੋ ਨਿਜਰ ਸਾਹਿਬ ਕਿੰਨੀ ਡਿਪਲੋਮੇਸੀ ਪਰਮਾਤਮਾ ਨੇ ਖੇਡੀ ਆ। ਉਸ ਤੋਂ ਬਾਅਦ ਕਿਸੇ ਮੱਝ ਨੂੰ, ਕਿਸੇ ਗਾਂ ਨੂੰ ਕੋਈ ਵਾਲ ਕੰਘੀ ਕਰਨ ਦੀ ਲੋੜ ਕੋਈ ਨਾ, ਕਿਸੇ ਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਕਿਸੇ ਨੂੰ ਜੁੱਤੀਆਂ ਦੀ ਲੋੜ ਨਹੀਂ, ਕਿਸੇ ਨੂੰ ਕੱਪੜੇ ਦੀ ਲੋੜ ਨਹੀਂ, ਕਿਸੇ ਨੂੰ ਦਵਾਈ ਦੀ ਲੋੜ ਨਹੀਂ, ਕਿਸੇ ਨੂੰ ਕੁਛ ਵੀ ਨਹੀਂ ਚਾਹੀਦਾ। ਔਰ ਬੰਦੇ ਦੀ ਡਿਮਾਂਡ ਵੇਖੋ ਕਿੰਨੀ ਹੈ, ਇਹਨੂੰ ਕਰੀਮ ਚਾਹੀਦੀ ਆ, ਸਰੋਂ ਦਾ ਤੇਲ ਚਾਹੀਦਾ ਹੈ, ਰੋਟੀ ਬਣਾਉਣੀ ਹੈ ਤੇ ਇਹਨੂੰ ਤੇਲ ਚਾਹੀਦਾ, ਅੱਗ ਚਾਹੀਦੀ ਆ, ਪਤਾ ਨਹੀਂ ਕੀ ਕੁਝ ਉਹਦੇ ਲਈ ਵੱਖਰਾ ਅਰੇਂਜਮੈਂਟ ਕਰ ਛੱਡਿਆ ਇਹ ਬੰਦਾ। ਮਤਲਬ ਨਿਜਰ ਸਾਹਿਬ ਉਲਝਿਆ ਰਿਹਾ ਇਹਦੇ ਵਿੱਚ। ਫਿਰ ਦੇਖੋ ਆਪਾਂ ਵੀ ਇੱਕ ਜਾਨਵਰ ਹੈ, ਮੈਂ ਇਹ ਸੋਚਦਾ ਕਿ ਜਾਨਵਰ ਹੀ ਆ, ਥੋੜਾ ਜਿਹਾ ਪੜ੍ਹਿਆ ਲਿਖਿਆ ਜਾਨਵਰ ਹੈ, ਆਪਾਂ ਵੀ ਉੱਥੇ ਬੈਠੇ, ਪਰ ਸਾਨੂੰ ਵੇਖੋ ਕਿੱਦਾਂ ਉਸ ਕੁਦਰਤ ਨੇ ਇੱਕ ਗੁੰਝਲ ਚ ਪਾਇਆ। ਹੋਰ ਕਿਸੇ ਜਾਨਵਰ ਨੂੰ ਸਵੈਟਰ ਦੀ ਲੋੜ ਨਹੀਂ, ਕਿਸੇ ਕੰਬਲ ਦੀ ਲੋੜ ਨਹੀਂ, ਓਦਾਂ ਸਰਵਾਈਵ ਕਰ ਰਹੇ ਨੇ ਉਹ। ਪਰ ਸਾਡਾ ਦੇਖੋ ਸਿਸਟਮ ਇੱਕਦਮ ਅਲੱਗ। ਇੱਕ ਦੂਜੇ ਕਿਸੇ ਵੀ ਤੁਸੀਂ ਜੀਵ ਨੂੰ ਦੇਖੋਗੇ ਨਾ, ਔਨ ਦਾ ਸਪੋਟ ਥੋੜੇ ਸਮੇਂ ਬਾਅਦ ਤੁਰਨ ਡਿਆ ਪੈਂਦਾ, ਚੱਲਣ ਡਿਆ ਪੈਂਦਾ। ਪਰ ਸਾਡਾ ਟਾਈਮ ਪੀਰੀਅਡ ਵੇਖੋ ਕਿੰਨੇ ਸਾਲ ਲੱਗ ਜਾਂਦੇ ਇੱਕ ਬੱਚੇ ਨੂੰ ਵੱਡਾ ਕਰਨ ਚ। ਇਟ ਇਜ਼ ਆਲਰੇਡੀ ਬੀਨ ਪਲਾਨਡ। ਇਹਨੂੰ ਸ਼ਾਰਟਕਟ ਨਹੀਂ ਤੁਸੀਂ ਕਰ ਸਕਦੇ। ਨਹੀਂ, ਇਹਦਾ ਟਾਈਮ ਸਪੈਨ ਹੈਗਾ, ਉਹ ਕੁਦਰਤ ਬਹੁਤ ਜ਼ਿਆਦਾ ਚਲਾਕ ਆ, ਬਹੁਤ ਜ਼ਿਆਦਾ ਹਾਈਲੀ ਬ੍ਰੇਨ, ਮਤਲਬ ਵੈਰੀ ਐਕਸਟਰਾਆਰਡੀਨਰੀ ਬ੍ਰੇਨ ਉਹਨੇ ਬੁੱਧੀ ਦੇ ਨਾਲ ਇਸ ਸੰਸਾਰ ਨੂੰ ਰਚਿਆ। ਹਾਂ, ਉਹ ਕਹਿੰਦੀ ਵੀ ਇਹ ਬੱਚੇ ਨੂੰ ਪਰਵਰਿਸ਼ ਕਰਨ ਤੇ ਇਹਦੇ ਨਾਲ ਚੰਗਾ ਮੋਹ ਪੈ ਜੇ ਇਹਦਾ, ਬੰਦੇ ਦਾ ਉਲਝ ਕੇ ਰਹੇ ਇਹਦੇ ਵਿੱਚ। ਤੁਸੀਂ ਵੇਖੋ ਹੋਰ ਕਿਸੇ ਜਾਨਵਰ ਨੂੰ ਨਹੁੰ ਕੱਟਦੇ ਵੇਖਿਆ? ਕਿਸੇ ਨੂੰ ਵੇਖਿਆ ਕਿ ਤੂੰ ਨਹੁੰ ਕੱਟ ਲਾ? ਪਰ ਤੁਹਾਨੂੰ ਨਹੁੰ ਕੱਟਣ ਦੀ ਲੋੜ ਪੈਂਦੀ। ਕਿਸੇ ਨੂੰ ਤੂੰ ਜਾਨਵਰ ਨੂੰ ਵੇਖਿਆ ਕਿ ਇਹਨੂੰ ਹੱਥ ਧੋਣ ਦੀ ਲੋੜ ਪਈ, ਸਾਬਣ ਦੀ ਲੋੜ ਪਈ ਇਹਨਾਂ ਨੂੰ? ਦੱਸੋ, ਨਹਾਉਣ ਦੇ ਲਈ ਕਿ ਬਦਬੂ ਆਉਂਦੀ ਇਹਨਾਂ ਕੋਲ? ਉਹ ਤਾਂ ਨਹਾਈ ਨੂੰ ਹੀ ਜਾਂਦੇ ਆ, ਜੂਆਂ ਪਈਆਂ ਆਪੇ ਕਾਗੂ ਕੱਢ ਦਿੰਦੇ ਆ। ਪਰ ਸਾਨੂੰ ਸਪੈਸ਼ਲੀ ਏਦਾਂ ਦਾ ਡਿਜ਼ਾਈਨ ਕੀਤਾ ਹੈ ਕਿ ਇਹਨੂੰ ਇਹ ਚੀਜ਼ਾਂ ਇਹਦੀਆਂ ਜ਼ਰੂਰਤਾਂ ਬਣ, ਇਹਨੂੰ ਘਰ 'ਚ ਰਹਿਣਾ ਪਵੇ, ਇਹਨੂੰ ਕੱਪੜੇ ਪਾਉਣੇ ਪੈਣ, ਇਹਨੂੰ ਜੁੱਤੀ ਪਾਉਣੀ ਪਵੇ। ਕਿਸੇ ਜਾਨਵਰ ਨੂੰ, ਕਿਸੇ ਪਰਿੰਦੇ ਨੂੰ ਤੁਸੀਂ ਵੇਖਿਆ ਜੁੱਤੀ ਪਾਈ? ਨਹੀਂ ਲੋੜ ਨਾ, ਉਹਨਾਂ ਦੀ ਜੁੱਤੀਆਂ ਕੁਦਰਤੀ ਪਈਆਂ ਹੋਈਆਂ। ਪਰ ਸਾਡਾ ਕਿੰਨਾ ਜੱਬ ਪਾਇਆ। ਉਸ ਤੋਂ ਬਾਅਦ ਜੁੱਤੀ ਨਹੀਂ ਚਾਹੀਦੀ ਸਾਨੂੰ ਵਧੀਆ ਬੂਟ ਚਾਹੀਦੇ ਨੇ, ਜਿੱਥੇ ਬ੍ਰਾਂਡ ਲਿਖਿਆ ਹੋਵੇ, ਮਸ਼ਹੂਰੀ ਹੋਵੇ, ਸਾਨੂੰ ਲੋਕ ਵੇਖਣਗੇ ਇੰਨੇ ਮਹਿੰਗੇ ਬੂਟ ਪਾਏ। ਪਰ ਹੈ ਸਾਡੀ ਲਾਈਫ ਦਾ ਪਰਪਸ ਵੀ ਉਹੀ ਕੁਛ ਆ, ਆਪਾਂ ਕੋਈ ਵੱਖਰਾ ਨਹੀਂ ਕਰਨ ਦੇ। ਹੈ ਉਹੀ ਬੱਚੇ ਪੈਦਾ ਕਰ ਰਹੇ ਨੇ, ਉਹ ਲਿਵਿੰਗ ਖਾਣ ਪੀਣ ਲੀਵ ਕਰ ਰਹੇ ਨੇ, ਘਰ ਬਣਾਉਂਦੇ ਨੇ, ਜਿੱਦਾਂ ਦਾ ਉਹਨਾਂ ਦਾ ਸਿਸਟਮ ਆ, ਕਰਦੇ ਆਪਾਂ ਹੀ ਉਹ ਕੁਛ ਆ। ਪਰ ਸਾਡੇ ਅੰਦਰ ਇੱਕ ਹਉਮੈ ਪਾਤੀ ਹੈ, ਉਹ ਹਉਮੈ ਦੇ ਕਰਕੇ ਹੀ ਕਰਦੇ ਆ। ਅਸੀਂ ਚਾਹੁੰਦੇ ਕਿ ਦੂਜਿਆਂ ਤੋਂ ਅੱਗੇ ਲੰਘ ਜਾਈਏ। ਜਾਨਵਰ ਨਹੀਂ ਲੰਘਣ ਦੀ ਕੋਸ਼ਿਸ਼ ਕਰ ਰਹੇ ਅੱਗੇ, ਉਹ ਰੋਟੀ ਢਿੱਡ ਭਰ ਗਿਆ ਬਾਹਰ ਸਾਈਡ ਤੇ ਬੈ ਕੇ ਬੈਠਾ। ਪਰ ਸਾਨੂੰ ਇਕੱਲੀ ਰੋਟੀ ਨਹੀਂ ਚਾਹੀਦੀ, ਸਾਡੇ ਅੰਦਰ ਹਉਮੈ ਆ ਸਾਡਾ। ਵੇਖਿਆ ਕਿਤੇ ਜਾਨਵਰ ਨੂੰ ਕੰਪੀਟ ਕਰਦੇ ਵੇਖਿਆ? ਉਹ ਕਹਿੰਦਾ ਕਿ ਮੈਂ ਤੇਰੇ ਤੋਂ ਵਧੀਆ ਆਲਣਾ ਬਣਾਵਾਂ। ਨਿੱਜਰ ਸਾਹਿਬ ਨਾ, ਕਿਤੇ ਜਾਨਵਰ ਨੂੰ ਵੇਖਿਆ ਤੁਸੀਂ ਫਾਈਟ ਕਰਦੇ ਨੂੰ ਕਿ ਮੈਂ ਤੇਰੇ ਤੋਂ ਜ਼ਿਆਦਾ ਭੱਜਾਂ, ਤੂੰ ਪਿੱਛੇ ਰਹਿ ਜਾ? ਪਰ ਬੰਦੇ 'ਚ ਹੈ, ਬੰਦੇ 'ਚ ਹਉਮੈ ਪਾਈ ਵੱਡੇ ਲੈਵਲ ਦੀ। ਤੋ ਇੱਥੇ ਆਪਾਂ ਫਿਰ ਮੈਂ ਵਾਪਸ ਕਥਾ ਤੇ ਆ ਜਾਂਦਾ, ਕਿਉਂਕਿ ਟੌਪਿਕ ਉਹ ਵੀ ਨਾਲ ਜੁੜਿਆ ਸੀ, ਮੇਰੇ ਮਨ 'ਚ ਵਿਚਾਰ ਆਇਆ, ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਹੁਣ ਇੱਥੇ ਪਤਾ ਕੀ ਆ, ਸਿਮਰਤੀ ਜਿਹੜੀ ਹੁੰਦੀ ਆ, ਸਿਮਰਨ, ਜੋ ਸਾਡੇ ਜੀਵਨ ਦੀ ਯਾਦ ਸ਼ਕਤੀ, ਅਸੀਂ ਜੋ ਵੀ ਕੀਤਾ, ਬਾਣੀ 'ਚ ਇੱਕ ਤੁਕ ਆਉਂਦੀ ਹੈ, ਜੈਸਾ ਕਰਮ ਕਰੇ ਇਨਸਾਨ ਤੈਸਾ ਫਲ ਦੇਵੇ। ਤੁਕ ਆਉਂਦੀ ਜਾਂ ਨਹੀਂ ਆਉਂਦੀ ਮੈਨੂੰ ਨਹੀਂ ਪਤਾ, ਚਲੋ ਜੋ ਪ੍ਰਮਾਤਮਾ। ਹਾਂ, ਉਹ ਹੀ ਹੈ ਨਾ, ਖੇਤ ਸਰੀਰ ਜੋ ਬੀਜੇ ਸੋ ਅੰਤ ਖਲੋਇਆ ਆਏ, ਇਹ ਆਉਂਦੀ ਬਾਣੀ ਦੇ ਵਿੱਚ। ਹਾਂ ਦੇਖੋ ਤੁਹਾਡੀ ਜ਼ਿੰਦਗੀ ਦਾ ਜੋ ਤੁਸੀਂ, ਮੈਂ ਜੇ ਤੁਹਾਨੂੰ ਨਿਚੋੜ ਕੱਢ ਕੇ ਸਾਈਡ ਤੇ ਰੱਖ ਦੇਣਾ, ਤੁਸੀਂ ਆਪੇ ਸਮਝ ਲੈਣਾ। ਸਿਮਰਤੀ ਸ਼ਕਤੀ ਨੇ ਵਿਚਾਰ ਨੂੰ ਪੈਦਾ ਕਰਨਾ ਹੈ ਤੇ ਵਿਚਾਰ ਨੇ ਸਾਡੇ ਕਰਮ ਨੂੰ ਪੈਦਾ ਕਰਨਾ ਹੈ। ਆਪਾਂ ਕੋਈ ਵੀ ਕੰਮ ਕਰਦੇ ਹਾਂ, ਤੁਸੀਂ ਘਰੇ ਬੈਠੇ ਜੋ, ਤੁਸੀਂ ਚਾਹ ਪੀਣ ਗਏ, ਰੋਟੀ ਖਾਧੀ, ਐਵੇਂ ਥੋੜੀ ਚੱਲ ਗਈ, ਪਹਿਲਾਂ ਤੁਹਾਡੇ 'ਚ ਵਿਚਾਰ ਆਇਆ। ਤੁਸੀਂ ਫੋਨ ਕਰ, ਆਵਾਜ਼ ਬੰਦ ਹੋ ਗਈ ਜੀ ਤੁਹਾਡੀ। ਹਾਂਜੀ, ਉਹ ਨਾ ਫੋਨ ਆ ਗਿਆ ਵਿੱਚ। ਹਾਂਜੀ, ਸਾਡੇ 'ਚ ਪਹਿਲਾਂ ਵਿਚਾਰ ਆਉਂਦਾ ਹੈ, ਵਿਚਾਰ ਤੋਂ ਬਾਅਦ ਅਸੀਂ ਉਸ ਚੀਜ਼ ਨੂੰ ਇੰਪਲੀਮੈਂਟ ਕਰ ਦਿੰਦੇ। ਬਿਲਕੁਲ ਸਹੀ ਗੱਲ ਹੈ। ਤੁਸੀਂ ਕਿ ਨਾ ਲੜਨ ਜਾਂਦੇ ਜੋ ਨਾ,
ਸਭ ਤੋਂ ਪਹਿਲਾਂ ਤੁਹਾਡੇ ਚਿੱਤ 'ਚ ਵਿਚਾਰ ਪ੍ਰਗਟ ਹੁੰਦਾ। ਹੁਣ ਇੱਕ ਚੀਜ਼ ਨੂੰ ਆਪ ਸਮਝੋ, ਇੱਥੇ ਨਾ ਹਜੇ ਸਟੇਜ 1 ਚੱਲਦੀ ਹੈ। ਸਟੇਜ ਜਿਹੜੀ ਸਿਮਰਤੀ ਤੁਸੀਂ ਉਹਨੂੰ ਬਦਲ ਨਹੀਂ ਸਕਦੇ। ਸਟੇਜ 2 ਆ ਜਿਹੜੀ ਵਿਚਾਰ ਸ਼ਕਤੀ 'ਚ ਆ ਗਿਆ ਹੈ, ਕੋਈ ਚੀਜ਼ ਤਰੰਗ ਪੈਦਾ ਹੋਈ ਹੈ, ਇਹਨੂੰ ਸਟਾਪ ਕੀਤਾ ਜਾ ਸਕਦਾ ਹੈ, ਇਹਨੂੰ ਐਕਟਿਵ ਲਿਆਂਦਾ ਜਾ ਸਕਦਾ। ਅਗਲਾ ਸਟੈਪ ਹੈਗੀ ਹੈ ਕਰਮ। ਬਿਲਕੁਲ। ਹੁਣ ਨੰਬਰ 2 ਤੇ ਆ ਗਏ ਜੋ ਸਿਮਰਤੀ ਤੁਹਾਡਾ ਕੋਈ ਕੰਟਰੋਲ ਨਹੀਂ, ਵਿਚਾਰ ਤੇ ਵੀ ਤੁਹਾਡਾ ਅਜੇ ਕੰਟਰੋਲ ਨਹੀਂ, ਸਾਧਕ ਨਹੀਂ ਹੈਗੇ। ਜੇ ਤੁਸੀਂ ਸਾਧਕ ਬਣ ਜਾਓਗੇ ਤਾਂ ਵਿਚਾਰ ਵੀ ਕੁਝ ਨਹੀਂ ਕਰ ਸਕਦੇ। ਬਹੁਤ ਤੁਸੀਂ ਵਧੀਆ, ਉਹਨੂੰ ਬਹੁਤ ਐਲੀਮੀਨੇਟ ਕਰ ਸਕਦੇ। ਅਜੇ ਚੀਜ਼ ਛੋਟੇ ਲੈਵਲ ਤੇ ਪੈਦਾ ਹੋਏ, ਤੁਸੀਂ ਇਹਨੂੰ ਕੱਟ ਦਿਓ। ਹੁਣ ਕੱਟਣ ਦਾ ਕੀ ਤਰੀਕਾ ਹੈ? ਸਿੰਪਲ ਹੀ ਆ। ਕਿਸੇ ਨੂੰ ਗਾਲਾਂ ਕੱਢਣ ਨੂੰ ਦਿਲ ਕਰਦਾ, ਤੁਸੀਂ ਕਹੋ ਭਾਈ ਉਹ ਤੇ ਵਿਚਾਰਾ ਬੰਦਾ ਆਪ ਕਰਮਾਂ ਦਾ ਪਰੇਸ਼ਾਨ ਆ, ਮੈਨੂੰ ਕਿਉਂ ਗਾਲਾਂ ਕੱਢ? ਉਹਨੇ ਕੱਢੀਆਂ ਪਰ ਮੈਂ ਨਹੀਂ ਕੱਢ ਸਕਦਾ। ਵਿਚਾਰ ਨੂੰ ਰੋਕਣ ਦੀ ਕਿਹੜੀ ਗੱਲ ਹੈ? ਇੱਕ ਬੰਦੇ ਨੇ ਤੁਹਾਡੇ ਮੂੰਹ ਤੇ ਚਪੇੜ ਮਾਰੀ, ਤੁਸੀਂ ਕਹਿ ਦਿਓ ਵੀ ਇਹਨੇ ਮਾਰੀ ਆ। ਜੇ ਇੱਕ ਬੰਦਾ ਇੱਕ ਦੀ ਅੱਖ ਕੱਢੇ, ਦੂਜਾ ਉਹਦੀ ਅੱਖ ਕੱਢੇ, ਕਹਿੰਦੇ ਧਰਤੀ ਅੰਨਿਆਂ ਨਾਲ ਭਰ ਜਾਣੀ ਆ ਸਾਰੀ। ਮਾਫ ਕਰ ਦੋ ਉਹਨੂੰ ਨਹੀਂ ਪਤਾ। ਤੇ ਜੇ ਤੁਸੀਂ ਅੱਖਾਂ ਕੱਢਦੇ ਰਹੇ ਤੇ ਸਾਰੀ ਜ਼ਿੰਦਗੀ ਕੱਢਦੇ ਰਹੋਗਾ। ਇਹ ਨਹੀਂ ਜੋ ਕੰਮ ਰੋਕਣਾ ਨਾ। ਬਿਲਕੁਲ ਨਹੀਂ ਰੁਕਦਾ ਗੁਰਕੀ ਸਾਹਿਬ, ਬਿਲਕੁਲ ਨਹੀਂ ਰੁਕਦਾ। ਦੇਖੋ ਬੰਦਾ ਜਿਹੜਾ ਹੈਗਾ ਤੁਰ ਜਾਂਦਾ ਹੈ, ਪਰ ਉਹਦੇ ਅੰਦਰੋਂ ਜਿਹੜਾ ਹੈਗਾ ਆ ਨੈਗੇਟਿਵਿਟੀ ਨਹੀਂ ਜਾਂਦੀ। ਹਾਂ, ਤੁਸੀਂ ਮਾਫ ਕਰ ਦੋਗੇ ਤਾਂ ਉਹਦੇ ਟਾਈਮ ਹੀ ਚੱਲ ਜਾਣੀ ਹੈ। ਬ੍ਰਾਹਮਣ ਨੂੰ ਤਾਂ ਪਤਾ ਵਾ ਕਿ ਤੁਸੀਂ ਮਾਫ ਕੀਤਾ ਨਾਲ ਹੀ ਮੁਕਤ ਹੋ ਜਾਣਾ। ਅੱਛਾ ਠੀਕ ਹੈ, ਵਿਚਾਰ ਨੇ, ਸਿਮਰਤੀ ਨੇ ਵਿਚਾਰ ਨੂੰ ਲਿਆਂਦਾ। ਨੰਬਰ 2 ਵਿਚਾਰ ਆ ਕੇ, ਵਿਚਾਰ ਨੇ ਕਿ ਕਰਮ ਨੂੰ ਜਨਮ ਦੇਣਾ। ਕਰਮ ਕਰਨਾ ਹੈ ਜਾਂ ਨਹੀਂ ਕਰਨਾ ਉਹ ਤੁਹਾਡੇ ਹੱਥ 'ਚ ਹੈ। ਆਖਰ ਦੇ ਵਿੱਚ ਤੁਹਾਡਾ ਫੈਸਲਾ। ਪਰ ਇੱਕ ਗੱਲ ਹੈਗੀ ਜੀ, ਜਿੱਦਾਂ ਤੁਸੀਂ ਕਰਮ ਨੂੰ ਕਰਤਾ ਨਾ ਤੇ ਤੁਹਾਡੇ ਅੰਦਰ ਇੱਕ ਚਰਿੱਤਰ ਬਣ ਜਾਣਾ। ਤੁਸੀਂ ਮਾੜੇ ਕਰਮ ਕਰਨੇ ਸ਼ੁਰੂ ਕਰੋ ਤੇ ਤੁਹਾਡਾ ਇੱਕ ਗੰਦਾ ਕਰੈਕਟਰ ਬਣ ਜਾਊ। ਇਸ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਤੁਸੀਂ ਆਪਣੇ ਭਾਗ ਦੇ ਖੁਦ ਮਾਲਕ ਜੋ, ਔਰ ਤੁਸੀਂ ਜਾਂ ਮੈਂ ਆਪਾਂ ਖੁਦ ਲਿਖ ਰਹੇ ਹਾਂ ਇਹਨੂੰ। ਬਿਲਕੁਲ ਖੁਦ ਲਿਖ ਰਹੇ। ਨਾਲੇ ਗੋਰਖੀ ਸਾਹਿਬ ਇੱਕ ਵਾਰੀ ਕਰਮ ਕਰ ਦਿੱਤਾ ਤੇ ਉਹਦਾ ਫਲ ਭੁਗਤਣਾ ਹੀ ਪਊਗਾ। ਬਸ ਇਹ ਵੀ ਚੀਜ਼ ਹੈਗੀ ਨਾਲ ਦੀ ਨਾਲ। ਹੁਣ ਠੀਕ ਹੈ ਜੀ ਨਿਜੇ ਸਾਹਿਬ, ਇਸ ਤੋਂ ਬਾਅਦ ਮੈਂ ਅੱਗੇ ਚੱਲਦਾ ਹਾਂ। ਹਾਂਜੀ, ਪਹਿਲੀ ਸਿਮਰਤੀ ਵਿਚਾਰ ਆ ਗਿਆ। ਨੰਬਰ 2 ਵਿਚਾਰ ਨੂੰ ਕਰਨਾ ਨਹੀਂ ਕਰਨਾ, ਇਹ ਕਰਮ ਦੇ ਰੂਪ ਚ ਧਾਰਨ ਕਰਨਾ। ਪਰ ਆਪਾਂ ਅਕਸਰ ਤੁਸੀਂ ਨੋਟਿਸ ਕੀਤਾ, ਤੁਸੀਂ ਕਿਤੇ ਬਾਜ਼ਾਰ ਗਏ, ਮਨ ਤੇ ਕਰਦੇ ਵਿਚਾਰ ਕਰਨ ਨੂੰ ਕਿ ਉੱਥੇ ਰਾਣੀ ਹਾਰ ਖਰੀਦਣਾ, ਪਰ ਆਪਾਂ ਜਿਵਾ ਵੇਨੇ ਅਸੀਂ ਉਹ ਰਾਣੀ ਹਾਰ ਨਹੀਂ ਲੈਂਦੇ ਆ, ਪਰ ਕੁਛ ਹੋਰ ਲੈ ਲੈਂਦੇ ਜਿੰਨੇ ਕਿ ਸਾਡੇ ਕੋਲ ਪੈਸੇ ਆ। ਇਹਦਾ ਮਤਲਬ ਵਿਚਾਰ ਮੰਡਲ ਚ ਆਏ ਫੁਰਨੇ ਨੂੰ ਅਸੀਂ 100% ਐਗਜ਼ੀਕਿਊਟ ਨਹੀਂ ਕਰਦੇ, ਉਹਨੂੰ ਉਸ ਤੇ ਆਪਣਾ ਜੀਵਨ ਨਹੀਂ ਚਲਾਉਂਦੇ। ਬਿਲਕੁਲ ਸਹੀ ਆ। ਉੱਥੇ ਜਦ ਆਪਾਂ ਉਸ ਵਿਚਾਰ ਨੂੰ ਜਿਹੜਾ ਹੈਗਾ ਆਪਾਂ ਨੇ ਕੰਟਰੋਲ ਕਰ ਲਿਆ ਤੇ ਬਾਕੀ ਜਗ੍ਹਾ ਤੇ ਕਿਉਂ ਨਹੀਂ ਕੰਟਰੋਲ ਕਰ ਪਾਉਂਦੇ? ਸੇਮ ਚੀਜ਼ ਆਪਾਂ ਦੂਜੀ ਜਗ੍ਹਾ ਵੀ ਕਰਨੀ। ਹਾਂ, ਉੱਥੇ ਆਪਾਂ ਕਹਿੰਦੇ ਹੁਣ ਮੈਂ ਬਾਜ਼ਾਰ ਗਿਆ, ਮੈਨੂੰ ਪਤਾ ਮੇਰੇ ਕੋਲ 70-80 ਹਜ਼ਾਰ ਹੈ ਤੇ ਮੈਂ ਐਕਟਿਵਾ ਹੀ ਖਰੀਦੂੰਗਾ, ਮੈਂ ਮਰਸੀਡੀਜ਼ ਬੈਂਜ ਦੇ ਸ਼ੋਰੂਮ 'ਚ ਨਹੀਂ ਨਾ ਚੱਲ ਜਾਂਦਾ। ਹਾਂ, ਕਿਉਂਕਿ ਮੈਨੂੰ ਪਤਾ ਆਊਟ ਆਫ ਮਾਈ ਰੇਂਜ ਆ, ਮੇਰੇ ਬਜਟ ਤੋਂ ਵੱਡਾ ਵਾ, ਆਊਟ ਆ। ਉਹ ਚੀਜ਼ਾਂ ਨੂੰ ਆਪਾਂ ਵੇਖਦੇ ਆ ਨਾ। ਇੱਥੇ ਇੱਕ ਆ ਜਾਂਦਾ ਕਰਮ ਤੋਂ ਅੱਗੇ ਹੈਗਾ ਚਰਿੱਤਰ। ਤੁਸੀਂ ਜਿੱਦਾਂ ਦਾ ਚਰਿੱਤਰ ਦਾ ਮਤਲਬ ਹੈਗਾ ਜੀ ਚਿੱਤਰ ਗੁਪਤ। ਬਿਲਕੁਲ। ਇਹਨੂੰ ਚਿੱਤਰ ਗੁਪਤ ਨੂੰ, ਚਿੱਤ ਦਾ ਮਤਲਬ ਇਹ ਤੁਹਾਡਾ ਚਿੱਤਰ ਗੁਪਤ ਆ, ਜਿਹਨੇ ਤੁਹਾਡੇ ਗੁਪਤ ਰੂਪ ਚ ਤੁਹਾਡੇ ਚਿੱਤਰ ਬਣਾ ਕੇ ਤੁਹਾਡੀਆਂ ਫਾਈਲਾਂ ਲਾਈਆਂ ਨੇ ਅੰਦਰ। ਬਿਲਕੁਲ। ਉਹ ਫਾਈਲਾਂ ਜਿਹੜੀਆਂ ਹੈਗੀਆਂ ਤੁਹਾਡੀ ਆਤਮਾ ਨੇ ਹੀ ਜਾ ਕੇ ਉੱਥੇ ਧਰਮਰਾਜ ਨੂੰ ਦੇਣੀਆਂ ਆ। ਹਾਂ, ਉਹ ਚਿੱਤਰ ਗੁਪਤ ਦਾ ਮਤਲਬ ਚਿੱਤਰ ਦਾ ਮਤਲਬ ਪਤਾ ਤੁਸੀਂ ਅੱਜ ਕੱਲ ਆਪਾਂ ਲੋਨ ਲੈਂਦੇ ਆ, ਉਹ ਕਹਿੰਦੇ ਭਾਈ ਚਰਨਜੀਤ ਦਿਖਾ ਤੇਰਾ ਪਲਾਟ ਕਿੱਥੇ ਗਈ, ਮੈਂ ਕਹਿੰਦਾ ਜੀ ਫਲਾਣਾ ਪਲਾਟ, ਚੱਲ ਭਾਈ ਤੇਰਾ ਫੜ ਸਲੇਟ ਜੀ ਤੇ ਖਲੋ ਦੇ ਲਾਗੇ, ਮਾਲਕ ਆ। ਫਿਰ ਤੇਰੀ ਫੋਟੋ ਖਿੱਚ ਲੈਂਦੇ, ਚਿੱਤਰ ਲਾ ਲੈਂਦੇ ਮੇਰਾ। ਇੰਨੀ ਤਰੀਕ ਨੂੰ ਚਰਨਜੀਤ ਨੇ ਇਹ ਮਕਾਨ ਦਿਖਾਇਆ, ਜਾਂ ਨਾਲ 2 ਬੰਦੇ ਗਵਾਹ ਵੀ ਰੱਖਦੇ ਆ ਕਿ ਆਹ ਬਿਲਡਿੰਗ ਨੂੰ ਕੱਲ ਨੂੰ ਮੁੱਕਰ ਨਾ ਜਾਵੇ। ਐਵੀਡੈਂਸ ਅੱਜ ਕੱਲ ਤੁਸੀਂ ਕਚਹਿਰੀਆਂ ਚ ਵੇਖੋ, ਚਿੱਤਰ ਲੈ ਲੈਂਦੇ, ਤੁਸੀਂ ਸਾਈਨ ਕਰਦੇ, ਨਾਲ ਹੀ ਤਹਿਸੀਲਦਾਰ ਕਹਿੰਦਾ ਜੀ ਫੋਟੋ ਵੀ ਖਿੱਚੋ ਬੰਦੇ ਦੀ। 3-4 ਬੰਦੇ ਨਾਲ ਲਿਆ, ਕੱਲ ਨੂੰ ਕਿਤੇ ਮੁੱਕਰ ਨਾ ਜਾਣ। ਪਹਿਲਾਂ ਹੁੰਦਾ ਸੀ ਸਾਈਨ ਹੁੰਦੇ ਸੀ, ਅੱਜ ਕੱਲ ਫੋਟੋ। ਸੋ ਚਿੱਤਰ ਗੁਪਤ ਦਾ ਮਤਲਬ ਇਹਨੇ ਫੋਟੋਆਂ ਖਿੱਚਣੀਆਂ ਤੁਹਾਡੀ। ਹੁਣ ਇਹ ਜਿਹੜਾ ਚਿੱਤਰ ਗੁਪਤ ਆ, ਤੁਸੀਂ ਜਦੋਂ ਇੱਕ ਫੋਟੋ ਖਿੱਚ ਦਿੱਤੀ, ਹੁਣ ਇਸ ਚਿੱਤਰ ਨੇ ਤੁਹਾਡਾ ਅਗਲਾ ਜੋ ਤੁਸੀਂ ਬਣੋਗੇ, ਤੁਸੀਂ ਚੰਗਾ ਜੀਵਨ ਪ੍ਰਾਪਤ ਕਰੋਗੇ। ਹੁਣ ਪਤਾ ਨਹੀਂ ਕਿੰਨੇ ਕੁ ਤੁਸੀਂ ਮਾੜੇ ਕਰਮ ਕੀਤੇ ਜਾਂ ਕਿੰਨੇ ਕੁ ਚੰਗੇ ਕੰਮ ਕੀਤੇ। ਜੇ ਦੋਨੋਂ ਕਰਮ ਜਿਹੜੇ ਆ ਹਉਮੈ ਰੂਪ ਚ ਕੀਤੇ ਆ ਨਾ, ਚਾਹੇ ਚੰਗੇ ਜਾਂ ਮਾੜੇ, ਉਹ ਫਲਦਾਇਕ ਹੈਗੇ ਨੇ।
ਜੇ ਹਉਮੈ ਚ ਆ ਕੇ ਤੁਸੀਂ ਚੰਗੇ ਕਰਮ ਵੀ ਕਰ ਰਹੇ ਜੋ ਨਾ, ਉਹ ਵੀ ਫਲਦਾਇਕ ਹੈ, ਤੁਹਾਨੂੰ ਉਹਦਾ ਮਿਲਣਾ ਆ ਮੁਆਵਜ਼ਾ। ਬਿਲਕੁਲ। ਤੇ ਜੇ ਤੁਸੀਂ ਮਾੜੇ ਕਰਨੇ ਆ ਤਾਂ ਉਹਦਾ ਵੀ ਮੁਆਵਜ਼ਾ ਮਿਲਣਾ। ਇੱਥੇ ਕੁਦਰਤ ਬਿਲਕੁਲ ਨਿਰਪੱਖ ਬੈਠੀ ਆ, ਉਹ ਤੁਹਾਨੂੰ ਕੁਝ ਵੀ ਨਹੀਂ ਕਹਿੰਦੀ। ਹਾਂ, ਉਹ ਤਾਂ ਆਪਣਾ ਬਟੂਆ ਹੀ ਖੋਲ ਕੇ, ਆਪਣਾ ਹੀ ਬਟੂਆ ਖੋਲਦਾ ਹੈ ਗੁਰਕੀ ਸਾਹਿਬ, ਉਸੇ ਬਟੂਏ ਦਾ ਜਿਹੜਾ ਹੈਗਾ ਆਪਾਂ ਨੂੰ ਦਿੰਦੀ ਆ, ਉਹੀ ਕੁਝ ਦਿੰਦੀ ਆ। ਅਸੀਂ ਜੋ ਵੀ ਕਰਨਾ ਹੈ ਨਾ, ਤੁਸੀਂ ਦੇਖੋ, ਤੋਂ ਅਸੀਂ ਸਵੇਰੇ ਉੱਠੇ, ਸੱਜਾ ਪੈਰ ਪਹਿਲਾਂ ਬੂਟ ਚ ਪਾਉਣਾ ਹੈ, ਖੱਬਾ ਚ ਪਾਉਣਾ ਹੈ। ਤੁਹਾਨੂੰ ਕਿਸੇ ਨੇ ਕਿਹਾ ਕਿ ਅਜੇ ਤੱਕ ਕਿ ਆ ਖੱਬਾ ਪਾ ਜਾਂ ਸੱਜਾ ਪਾ? ਇਹ ਫੈਸਲਾ ਕਿਹਦਾ ਹੈ? ਸਾਡਾ। ਅਲਮਾਰੀ ਸੱਜੇ ਨਾਲ ਖੁੱਲਣੀ ਹੱਥ ਨਾਲ ਜਾਂ ਖੱਬੇ ਨਾਲ ਖੁੱਲਣੀ ਆ? ਕੁਦਰਤ ਨੇ ਤੁਹਾਨੂੰ ਕਿਤੇ ਕਿਹਾ ਖੋਲਣ ਵਾਸਤੇ? ਕਿਤੇ ਨਹੀਂ ਕਿਹਾ। ਕਰਮ ਨੂੰ ਵੀ ਕਰਨ ਦਾ ਜਿਹੜਾ ਫੈਸਲਾ ਉਹ ਬਿਲਕੁਲ 100% ਸਾਡਾ ਹੈ। ਸੋ ਹਰ ਦਿਨ ਸਾਨੂੰ ਇਹ ਮੌਕਾ ਮਿਲਦਾ ਹੈ। ਚਿੱਤਰਗੁਪਤ ਕੀ ਕਹਿੰਦਾ ਹੈ ਕਿ ਤੂੰ ਇਹ ਜਿਹੜੀ ਸਲੇਟ ਤੈਨੂੰ ਖਾਲੀ ਦਿੱਤੀ ਹੋ, ਅੱਜ ਤਰੀਕ ਹੈਗੀ ਹੈ ਤੁਹਾਡੀ 17 ਨਵੰਬਰ ਹੈ, ਕਹਿੰਦੇ ਲਿਖ ਲਓ। ਲਿਖੋ ਜੋ ਮਰਜੀ ਲਿਖ ਕੇ ਇਹ ਸ਼ਾਮ ਤੱਕ ਚਿੱਤਰਗੁਪਤ ਨੇ ਇੱਕ ਕਲੋਜ਼ ਕਰਨੀ, ਛੋਟੀ ਜਿਹੀ ਫਾਈਲ ਬਣਾ ਦੇਣੀ ਆ, 17 ਨਵੰਬਰ ਦਾ ਤੁਹਾਡਾ ਲੇਖਾ ਜੋਖਾ। ਇਹ ਬਿਲਕੁਲ ਸੱਚ ਜੇ, ਕਿਤੇ ਇਹ ਨਾ ਸੋਚਿਓ ਕਿ ਇਹ ਚਰਨਜੀਤ ਆਪਣੇ ਕੋਲੋਂ ਹੀ ਕਹਾਣੀਆਂ ਪਾਈ ਜਾਂਦਾ। ਇਹ ਪ੍ਰਕਿਰਤੀ ਹੈ। ਤੁਸੀਂ ਜੋ ਫਸਲ ਚ ਆਪਣੀ ਪੈਲੀ ਚ ਬੀਜ ਕੇ ਵੇਖੋ, ਤੁਹਾਡੇ ਗਮਲੇ ਚ ਜੋ ਤੁਸੀਂ ਬੀਜਿਆ ਉਹੀ ਉਗਣਾ ਜੇ। ਪਾਣੀ ਚ ਇਸ ਲਈ ਸਮਝਾਇਆ ਗਿਆ, ਤੱਦਾ ਦੋਸ਼ ਨਾ ਦਿਓ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਆਵਰਜਨਾ। ਹਾਂਜੀ ਨਿਜਰ ਸਾਹਿਬ, ਤੁਸੀਂ ਬੋਲਣਾ ਚਾਹੁੰਦੇ ਕੁਝ ਕਿ ਮੈਂ ਕਥਾ ਸ਼ੁਰੂ ਕਰ ਦਈਏ? ਨਹੀਂ, ਠੀਕ ਹੈ ਵੀਰ ਜੀ, ਬਿਲਕੁਲ ਸਹੀ ਹੈ ਤੁਹਾਡੀ, ਬਿਲਕੁਲ 100% ਹੈ ਕਿ ਜੋ ਕੁਛ, ਕਿਉਂਕਿ ਆਪਾਂ ਹੀ ਆਪਣੇ ਭਾਗ ਲਿਖ ਰਹੇ ਹਾਂ, ਇਹਦੇ ਵਿੱਚ ਕੋਈ 1% ਵੀ ਜਿਹੜਾ ਹੈਗਾ ਪਰਮਾਤਮਾ ਦਖਲ ਅੰਦਾਜ਼ੀ ਨਹੀਂ ਕਰ ਰਿਹਾ। ਹਾਂਜੀ ਵੀਰ ਜੀ। ਹਾਂ, ਪਰਮਾਤਮਾ ਬਿਲਕੁਲ ਨਹੀਂ ਕਰਦਾ। ਹਾਂ, ਪਰਮਾਤਮਾ ਉਦੋਂ ਇੰਟਰਫੇਰੈਂਸ ਕਰਦਾ ਵਾ ਜਦੋਂ ਤੁਸੀਂ ਆਤਮ ਗਿਆਨ ਪ੍ਰਾਪਤ ਕਰਨਾ ਚਾਹੁੰਦੇ, ਉਦੋਂ ਫਿਰ ਪਰਮਾਤਮਾ ਇੱਕ ਅਲੱਗ ਸਿਸਟਮ ਬਣਾਇਆ, ਉੱਥੇ ਹਿਸਾਬ ਕਿਤਾਬ ਨਹੀਂ ਚੱਲਦੇ ਫਿਰ ਬਹੁਤੇ। ਉਹਦੇ ਵਿੱਚ ਫਿਰ ਹੁੰਦਾ ਕਿ ਖਲਾਸੀ ਕਰੋ ਤੇ ਬੰਦੇ ਨੂੰ ਬਾਹਰ ਕੱਢ। ਬਿਲਕੁਲ ਸਹੀ ਗੱਲ ਹੈ। ਉਹ ਆਪਣੀ ਚੁਆਇਸ ਹੋਣੀ ਚਾਹੀਦੀ ਹੈ, ਬਸ ਆਪਣੀ ਚੁਆਇਸ ਹੋਣੀ ਚਾਹੀਦੀ, ਅੰਦਰੋਂ ਜਿਹੜੀ ਪੁਕਾਰ ਹੋਣੀ ਚਾਹੀਦੀ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ। ਆਪ ਨਿਜਰ ਸਾਹਿਬ ਬਾਣੀ ਬੋਲੋ। ਹਾਂ, ਬਨੇ ਬਸੇ ਕਿਉਂ ਪਾਈਏ, ਜੋ ਲੋ ਮਨੋ ਨਾ ਤਜੇ ਵਿਕਾਰ। ਕਹਿੰਦੇ ਬਨ ਦੇ ਵਿੱਚ ਜਾਣ ਦੇ ਨਾਲ ਤੂੰ ਕਿਸ ਤਰ੍ਹਾਂ ਉੱਚੀ ਅਵਸਥਾ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰ ਸਕਦਾ ਹੈ ਪਿਆਰਿਆ, ਜਦ ਤੇਰੇ ਮਨ ਤੋਂ ਤਾਂ ਤੂੰ ਜਿਹੜੇ ਅਵਗੁਣ ਛੱਡ ਨਹੀਂ ਰਿਹਾ, ਵਿਚਾਰਾਂ ਨੂੰ ਤਾਂ ਦੇਖ ਨਹੀਂ ਰਿਹਾ। ਵਿਚਾਰ ਤਾਂ ਉਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਆਈ ਜਾ ਰਹੇ ਤੈਨੂੰ। ਹਾਂਜੀ ਵੀਰ ਜੀ। ਹੁਣ ਉਹ ਕਹਿ ਰਹੇ ਨੇ ਤੂੰ ਜੰਗਲਾਂ 'ਚ ਚੜ ਗਿਆ। ਬਣ ਦਾ ਮਤਲਬ ਜੰਗਲ ਹੀ ਹੈ ਨਾ। ਬਿਲਕੁਲ। ਤੇ ਜੰਗਲ ਦਾ ਤੇਰੇ ਚਿੱਤ ਦਾ ਕੀ ਕਨੈਕਸ਼ਨ ਹੈ? ਜਦੋਂ ਤੇਰੇ ਚਿੱਤ 'ਚ ਚੀਜ਼ ਪੈਦਾ ਹੋ ਰਹੀ ਹੈ ਔਰ ਉਹ ਤੇਰੇ ਜੀਵਨ ਨੂੰ ਕੰਟਰੋਲ ਕਰਦੀ ਹੈ, ਭਾਵੇਂ ਤੂੰ ਜੰਗਲ 'ਚ ਬਹਿ ਤੇ ਭਾਵੇਂ ਤੂੰ ਸੰਸਾਰ 'ਚ ਬਹਿ, ਇੱਥੇ ਜਿੱਥੇ ਪਬਲਿਕ ਰਹਿੰਦੀ ਹੈ, ਲੋਕ ਰਹਿੰਦੇ ਆ, ਇਹ ਸਥਿਤੀ ਤੇਰੇ ਮਨ ਦੀ ਆ। ਇਹ ਬਾਹਰਲੀ ਸਥਿਤੀ ਦਾ ਕੋਈ ਕਨੈਕਸ਼ਨ ਨਹੀਂ। ਇਹ ਤੇਰੇ ਜਿਹੜੀ ਸਿਮਰਤੀਆਂ ਵਾ, ਸਿਮਰਤੀਆਂ ਦੇ ਵਿੱਚੋਂ ਵਿਚਾਰ ਆ ਰਹੇ ਨੇ। ਤੂੰ ਜਿੱਥੇ ਮਰਜੀ ਚੱਲ ਜਾ। ਇਸੇ ਲਈ ਤੁਸੀਂ ਵੇਖਿਆ ਕਿ ਜੋਗੀ ਦੇ ਅੰਦਰ ਜੋਗੀ ਤੇ ਭੋਗੀ ਦੇ ਅੰਦਰ ਭੋਗੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹ ਬੰਦਾ ਧਾਰਮਿਕ ਸਥਾਨ ਤੇ ਜਾ ਕੇ ਬਹਿ ਗਿਆ ਤੇ ਜੋਗੀ ਹੋ ਗਿਆ। ਬਾਣੀ ਇਸ ਚੀਜ਼ ਨੂੰ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਂਦੀ ਹੈ। ਬੰਗਲ ਸਮਾਧਨ ਸਿਲ ਪੂਜੇ ਬੰਗਲ ਸਮਾਧਨ। ਬੰਗਲਾ ਬਣਿਆ, ਸਮਾਧੀ ਲਾ ਕੇ ਬੈਠਾ ਹੈ, ਪਰ ਸਮਾਧੀ ਦੇ ਵਿੱਚ ਵੀ ਉਹ ਕੀ ਵੇਂਦਾ ਪਿਆ? ਮੱਛੀਆਂ। ਕਿਉਂਕਿ ਉਹਦੀ ਸਿਮਰਤੀ ਜਿਹੜੀ ਹੈਗੀ ਆ, ਉਹਦੇ ਅੰਦਰ ਇਹੋ ਚੀਜ਼ਾਂ ਹੈਗੀਆਂ ਨੇ। ਹੁਣ ਉਹ ਚੀਜ਼ਾਂ ਜਿਹੜੀਆਂ ਤੁਸੀਂ ਰਸੋਈ 'ਚ ਨਾ, ਮੇਰੀ ਗੱਲ ਸੁਣੋ, ਤੁਸੀਂ ਜਿਹੜੀਆਂ ਦਾਲਾਂ ਖਰੀਦੀਆਂ, ਜੋ ਵੀ ਤੁਸੀਂ ਆਈਟਮਾਂ ਖਰੀਦ ਕੇ ਇਸ ਰਸੋਈ 'ਚ ਰੱਖੀਆਂ, ਜਦੋਂ ਤੁਸੀਂ ਰਸੋਈ 'ਚ ਜਾਓਗੇ ਉੱਥੇ ਤੁਹਾਨੂੰ ਕਿਹੜਾ ਸਮਾਨ ਮਿਲੂਗਾ ਨਿਜਰ ਸਾਹਿਬ? ਉਹੀ ਮਿਲੂਗਾ ਜੋ ਤੁਸੀਂ ਖਰੀਦਿਆ। ਕਿ ਬਦਲ ਜੂਗਾ? ਨਾ, ਇੱਕ ਰੱਤੀ ਨਹੀਂ ਬਦਲਦਾ, ਕੁਛ ਵੀ ਨਹੀਂ ਬਦਲਦਾ। ਹਾਂ, ਇਹ ਹੋ ਸਕਦਾ ਹੋਵੇ ਕਿ ਸੋਚਿਆ ਹੋਵੇ ਕਿ ਸ਼ਾਇਦ ਦੁਕਾਨਦਾਰ ਨੇ ਫ੍ਰੀ ਗਿਫਟ ਦੇ ਦਿੱਤਾ ਜਾਵੇ, ਉਹ ਵੀ ਬੜਾ ਔਖਾ। ਨਾ, ਵਿਚਾਰ ਕਰੀਏ, ਜੇ ਤੁਸੀਂ ਸੁਸਰੀ ਵਾਲੀਆਂ ਦਾਲਾਂ, ਕੁੰਨ ਵਾਲਾ ਜਿਹੜਾ ਹੈਗਾ ਚਣੇ ਖਰੀਦਿਆ, ਤੇ ਉਹ ਬਰਾਬਰ ਉਹਨਾਂ ਦਾ ਪ੍ਰੋਡਕਸ਼ਨ ਉੱਥੇ ਵਧੀਆ ਮਿਲਣਾ ਤੁਹਾਨੂੰ। ਹਾਂ ਬਿਲਕੁਲ ਸਹੀ ਹੈ। ਫਿਰ ਕਹਿੰਦੇ ਤੁਸੀਂ ਜੰਗਲ 'ਚ ਜਾਓਗੇ ਤੇ ਉੱਥੇ ਜਾਣ ਨਾਲ ਤੈਨੂੰ ਕੁਛ ਫਾਇਦਾ ਨਹੀਂ ਹੋਣਾ, ਕਿਉਂਕਿ ਤੇਰੇ ਜਿਹੜੇ ਵਿਕਾਰ ਨੇ ਉਹ ਤੇਰੇ ਚਿੱਤ 'ਚ ਨੇ। ਤੇਰੇ ਮਨ ਦੇ ਅੰਦਰ ਉਹ ਚੀਜ਼ਾਂ
ਪ੍ਰਗਟ ਹੋ ਰਹੀਆਂ, ਡਿਸਪਲੇ ਹੋ ਰਹੀਆਂ। ਤੇਰਾ ਜਿਹੜਾ ਚਿੱਤ ਹੈ ਨਾ, ਉਹਦਾ ਸ਼ੀਸ਼ਾ ਹੈ, ਉੱਥੇ ਚੀਜ਼ਾਂ ਡਿਸਪਲੇ ਹੋ ਰਹੀਆਂ। ਹਾਂਜੀ ਨਿਜਰ ਸਾਹਿਬ, ਬਹੁਤ ਵਧੀਆ ਗੁਰਕੀ ਸਾਹਿਬ। ਅੱਜ ਦੀ ਨਾ ਤੁਸੀਂ ਜੋ ਗੱਲ ਕਹੀ ਸੀ ਉਹ ਤੁਹਾਡੀ ਝੂਠ ਹੋ ਰਹੀ ਹੈ ਗੱਲ। ਤੁਸੀਂ ਕਿਹਾ ਸੀਗਾ ਵੀ ਮੈਂ ਇੰਟਰਸਟ ਪੈਦਾ ਕਰ ਦੂੰਗਾ, ਨਾ ਨਾ ਨਾ, ਜੋ ਸੱਚ ਗੱਲ ਹੋਈ ਸੀ ਤੁਸੀਂ ਕਿਹਾ ਸੀ ਜੋ ਸੱਚ ਹੈ ਉਹ ਠੀਕ ਹੈ। ਉਹ ਥੋੜਾ ਇੰਟਰਸਟ ਬੰਦ ਇਦਾਂ ਨਾ ਵੇਲੇ ਵੇਲੇ। ਨਹੀਂ ਨਹੀਂ ਬਿਲਕੁਲ, ਸੰਗਤ ਖੁਸ਼ ਹੋ ਜਾਂਦੀ। ਠੀਕ ਹੈ। ਜਿਹੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ। ਬਸ ਕਹਿੰਦੇ ਘਰ ਤੇ ਬਨ ਜਿਹੜਾ ਹੈਗਾ ਇੱਕ ਬਰੋਬਰ ਹੈਗਾ ਭਾਈ। ਘਰ ਨੂੰ ਹੀ ਬਨ ਬਣਾ ਲਿਆ ਜਿਸਨੇ, ਜਿਹਨੇ ਆਪਣੇ ਵਿਚਾਰਾਂ ਨੂੰ ਦੇਖਿਆ, ਵਿਚਾਰਾਂ ਤੇ ਕੰਟਰੋਲ ਕੀਤਾ, ਜਿਹਨੇ ਆਪਣੇ ਮਨ ਨੂੰ ਰੋਕ ਲਿਆ, ਜਿਹਨੇ ਆਪਣੇ ਮਨ ਦੇ ਉੱਤੇ ਕੰਟਰੋਲ ਕਰ ਲਿਆ ਪਿਆਰਿਓ, ਉਹੀ ਜਿਹੜੇ ਹੈਗੇ ਪੂਰੇ ਹੈਗੇ ਸੰਸਾਰ ਦੇ ਵਿੱਚ। ਹਾਂਜੀ ਵੀਰ ਜੀ। ਹੁਣ ਇੱਥੇ ਕਹਿ ਰਹੇ ਨੇ ਕਿ ਜਿਹਨੇ ਆਪਣੀ ਅੰਦਰੂਨੀ ਸਥਿਤੀ ਨੂੰ ਸ਼ਾਂਤ ਕਰ ਲਿਆ। ਹਾਂ, ਦੇਖੋ ਇੱਕ ਚੀਜ਼ ਨੂੰ ਆਪ ਸਮਝੋ, ਬ੍ਰਹਮ ਗਿਆਨੀ ਭਾਵੇਂ ਨਰਕ ਚ ਭੇਜ ਦੋ, ਭਾਵੇਂ ਸਵਰਗ ਚ ਭੇਜ ਜੋ, ਉਹਨੂੰ ਕੋਈ ਫਰਕ ਨਹੀਂ ਜੋ ਪੈਂਦਾ। ਤੁਸੀਂ ਇੱਕ ਅਸੁਰ ਬੰਦੇ ਨੂੰ ਤੁਸੀਂ ਸਵਰਗ ਚ ਭੇਜ ਦੋਗੇ, ਉੱਥੇ ਵੀ ਉਹ ਸ਼ਾਂਤੀ ਰਹੂਗਾ, ਅਸ਼ਾਂਤ। ਹਾਂ, ਉਹਨੇ ਉੱਥੇ ਵੀ ਜਿਹੜਾ ਖੁਰਾਫਾਤੀ ਕਰਨੀ। ਬਾਂਦਰ ਨੂੰ ਜਿੱਥੇ ਮਰਜੀ ਲੈ ਜਾਓ, ਬਾਂਦਰ ਨੇ ਤਾਂ ਟੱਪਣਾ ਹੀ ਹੈਗਾ ਗੁਰਕੀ ਸਾਹਿਬ। ਹਾਂ, ਤੇ ਜਿੱਥੇ ਬ੍ਰਹਮ ਗਿਆਨੀ ਗਿਆ ਉਹਦੇ ਲਈ ਨਰਕ ਸਵਰਗ ਕੋਈ ਫਰਕ ਨਹੀਂ। ਹੁਣ ਜਿਹੜਾ ਸਵਰਗ ਆ ਜਾਂ ਨਰਕ ਆ, ਅਸਲ ਦੇ ਵਿੱਚ ਹੀ ਤੁਹਾਡੇ ਚਿੱਤ ਦੀ ਅਵਸਥਾ ਹੈ। ਠੀਕ ਹੈ। ਜਿਹਦਾ ਚਿੱਤ ਸ਼ਾਂਤ ਆ ਉਹ ਸਵਰਗ ਚ ਆ, ਜਿਹਦਾ ਚਿੱਤ ਅਸ਼ਾਂਤ ਆ, ਫਿਰ ਬਾਣੀ ਕਹਿੰਦੀ ਸਰਬ ਜਗਤ ਕਾ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋ ਸੁਖੀਆ। ਕਿ ਜੇ ਤੂੰ ਰਾਜਾ ਵੀ ਹੋ ਜੇ ਸੰਸਾਰ ਦਾ ਤੇ ਤੂੰ ਸੁਖੀ ਨਹੀਂ ਹੋ ਸਕਦਾ, ਦੁਖੀ ਹੈ। ਕਿਉਂਕਿ ਤੂੰ ਜਿੱਥੋਂ ਲੱਭ ਰਿਹਾ ਉੱਥੇ ਤੇ ਹੈ ਹੀ ਨਹੀਂ। ਉਹ ਕੋਈ ਪਦਾਰਥ ਤੇ ਸੁੱਖ ਨਹੀਂ ਹੈਗਾ। ਸੁੱਖ ਹੈਗਾ ਤੇਰੀ ਆਤਮਾ ਚ। ਉੱਥੇ ਤੈਨੂੰ ਜਾਣਾ ਪਊ, ਉੱਥੇ ਤੈਨੂੰ ਪਹੁੰਚਣਾ ਪਊ। ਉਹ ਇੱਕ ਬਿਖਮ ਮਾਰ ਗਿਆ, ਇੱਕ ਪਕਡੰਡੀ ਹੈ, ਉੱਥੇ ਰੋਡ ਨਹੀਂ ਬਣੀ। ਉੱਥੇ ਤੇਰਾ ਚਾਚਾ, ਮਾਮਾ, ਭੂਆ, ਫੁੱਫੜ ਤੇ ਤੇਰਾ ਗੁਰੂ ਵੀ ਜਿਹਨੂੰ ਤੂੰ ਕਹਿੰਦਾ, ਉਹ ਵੀ ਨਹੀਂ ਉੱਥੇ ਜਾ ਸਕਦਾ ਤੇਰੇ ਨਾਲ। ਤੈਨੂੰ ਇਕੱਲੇ ਨੂੰ ਜਾਣਾ ਪੈਣਾ। ਔਰ ਜਦੋਂ ਤੂੰ ਆਪਣੇ ਅੰਦਰ ਪ੍ਰਵੇਸ਼ ਕੀਤਾ ਤੇ ਤੈਨੂੰ ਉਦੋਂ ਪਤਾ ਲੱਗਣਾ ਹੈ ਕਿ ਮੈਂ ਐ ਇਨਸਾਨ ਹਾਂ। ਅਸਲ ਚ ਕੁਦਰਤ ਕੁਛ ਨਹੀਂ ਕਹਿੰਦੀ ਸਾਨੂੰ। ਇਹ ਜਿਹੜਾ ਤੁਹਾਡਾ ਵਿਚਾਰ ਮੰਡਲ ਹੈ ਨਾ, ਕਈ ਮੈਨੂੰ ਕਹਿੰਦੇ ਵੀਰ ਜੀ ਵਿਚਾਰ ਬਹੁਤ ਆਉਂਦੇ ਨੇ, ਬੰਦ ਨਹੀਂ ਹੋ ਰਹੇ। ਮੈਂ ਇਹਨਾਂ ਨੂੰ ਤੁਸੀਂ ਖੁਦ ਪੈਦਾ ਕੀਤਾ। ਕੁਦਰਤ ਤੁਹਾਨੂੰ ਕੁਛ ਨਹੀਂ ਕਹਿ ਰਹੀ। ਉਹ ਕਹਿੰਦੀ ਜਸਟ ਚਰਨਜੀਤ, ਤੇਰੇ ਅੰਦਰ ਜਿਹੜੀਆਂ ਫਾਈਲਾਂ ਆਈਆਂ ਨੂੰ ਵੇਖ ਲੈ, ਰਿਵਿਊ ਕਰ ਲਾ, ਕਿਉਂਕਿ ਤੂੰ ਅੰਦਰੋਂ ਏਦਾਂ ਵਾ, ਏਦਾਂ ਦਾ ਇਨਸਾਨ ਹੈ ਤੂੰ। ਬਹੁਤ ਬਹੁਤ ਅੰਦਰ ਨਾ ਤੂਫਾਨ ਮਚਿਆ ਹੋਇਆ ਹੈ। ਔਰ ਆਪਾਂ ਅੰਦਰ ਜਾਂਦੇ ਨਹੀਂ। ਆਪਾਂ ਜਦੋਂ ਅੱਖਾਂ ਬੰਦ ਕਰਦੇ ਹਾਂ, ਬੰਦਾ ਕਹਿੰਦਾ ਭਾਜੀ ਭੱਜੋ ਛੱਡੋ ਖੜਾ। ਉਹ ਮੈਨੂੰ ਕਹਿੰਦੇ ਚਰਨਜੀਤ ਜੀ ਜੀਵਨ ਦੇ ਅੰਦਰ ਜਾਂਦੇ ਆ ਤੇ ਬੜੀ ਭੀੜ ਮਚ ਜਾਂਦੀ ਹੈ, ਬੜਾ ਵਿਚਾਰ ਆ ਜਾਂਦਾ। ਮੈਂ ਭਾਜੀ ਵਿੱਚ ਮੱਚਦਾ ਨਹੀਂ, ਆਲਰੇਡੀ ਤੁਸੀਂ ਬਹੁਤ ਜ਼ਿਆਦਾ ਮਚਾਇਆ ਹੋਇਆ ਹੈ। ਬਿਲਕੁਲ ਸਹੀ ਕਿਹਾ ਗੁਰਕੀ ਸਾਹਿਬ। ਜਿਹੜੀਆਂ ਉਸ ਰੂਮ ਚ ਕਿਤੇ ਗਏ ਹੀ ਨਹੀਂ। ਜਿਹੜੀਆਂ ਫਾਈਲਾਂ ਹੈਗੀਆਂ ਨਾ, ਧਿਆਨ ਦਾ ਮਤਲਬ ਹੀ ਇਹੋ ਹੈ ਕਿ ਉਸ ਰੂਮ ਦੇ ਵਿੱਚ ਜਾਣਾ। ਉਹ ਕਾਲ ਕੋਠੀ ਕਿਹਾ ਗਿਆ ਨੂੰ, ਜਿੱਥੇ ਸਾਡਾ ਚਰਿੱਤਰ ਪਿਆ। ਇੱਕ ਗੁਪਤ ਇਨਸਾਨ ਜਿਹੜਾ ਸਾਡੇ ਅੰਦਰ ਰਹਿੰਦਾ ਹੈ ਨਾ, ਉਹਨੂੰ ਕੋਈ ਨਹੀਂ ਜਾਣਦਾ, ਉੱਥੇ ਹੈਗਾ ਉਹ। ਜਿਹੜੀਆਂ ਫਾਈਲਾਂ ਹੈ ਗੁਰਕੀ ਸਾਹਿਬ, ਜਿਹੜੀਆਂ ਫਾਈਲਾਂ ਪਈਆਂ ਆਪਣੇ ਅੰਦਰ, ਬਾਣੀ ਕਹਿੰਦੀ ਕਿ ਤੂੰ ਉਹ ਫਾਈਲਾਂ ਨੂੰ ਦੇਖ ਲਾ ਪਿਆਰਿਆ, ਉਹਨਾਂ ਨੂੰ ਕਲੋਜ਼ ਕਰ ਦੇ, ਫਾਈਲਾਂ ਤੇ ਡਿਸੀਜਨ ਲੈ ਲਾ ਭਾਈ। ਇੱਕ ਇੱਕ ਫਾਈਲ ਨੂੰ ਦੇਖ ਲਾ, ਡਿਸੀਜਨ ਲਈ ਜਾ, ਬਸ ਕਲੋਜ਼ ਕਰੀ ਜਾ ਉਹਨਾਂ ਨੂੰ। ਉਹਨਾਂ ਨੂੰ ਤੂੰ ਬੰਦ ਕਰ ਦੇ ਗੱਲ। ਕੁਛ ਕੁਦਰਤ ਕਹਿੰਦੀ ਹੈ ਕਿ ਦੇਖ ਗੱਲ ਸੁਣੋ, ਕੁਦਰਤ ਕੁਛ ਨਹੀਂ ਕਹਿੰਦੀ। ਉਹ ਕਹਿੰਦੀ ਜਦ ਤੱਕ ਤੇਰੀ ਸੇਵਿੰਗ ਹੈਗੀ ਨਾ ਬੈਂਕ ਚ, ਤੇ ਸਾਡਾ ਤੇਰੇ ਨਾਲ ਲੈਣ ਦੇਣ ਹੈਗਾ। ਕੋਈ ਸੇਵਿੰਗ ਕਰਕੇ ਬੈਠਾ, ਤੂੰ ਖੁਦ ਤੇ ਲੈਂਦੇ ਪੈਸੇ ਜਮਾ ਕਰਾਏ ਬੈਂਕ ਨੇ, ਆਪਣੇ ਕੋਲੋਂ ਤੇ ਵਿਆਜ ਹੀ ਲਾਇਆ ਥੋੜਾ ਬਹੁਤਾ, ਅਸਲੀ ਤੇ ਮੂਲ ਹੀ ਤੂੰ ਲੈ ਕੇ ਆਇਆ। ਹੁਣ ਜਿਹੜਾ ਮੂਲ ਆ, ਇਹ ਮੂਲ ਜਿਹੜਾ ਵਾ ਉਹਦੇ ਮਾਲਕ ਅਸੀਂ। ਕਿ ਖੁਦ ਤੁਸੀਂ ਵੇਖੋ ਬੈਂਕ ਚ ਪੈਸਾ ਜਮਾ ਕਰਾਉਣਾ ਕਿੰਨਾ ਔਖਾ, ਲੈਣ ਲੂਣ ਚ ਲੱਗਣਾ, ਕਾਗਜ਼ ਭਰਨਾ, ਫਿਰ ਪ੍ਰੋਪਰਲੀ ਡਾਕੂਮੈਂਟੇਸ਼ਨ ਹੋ ਕੇ ਫਿਰ ਚੈੱਕ ਕਰਦੇ ਆ, ਫਿਰ ਕਹਿੰਦੇ ਹਾਂ ਵੀ ਤੇਰੇ ਪੈਸੇ ਜਮਾ ਕਰ ਦੇ, ਜਦ ਕਿ ਖਾਤਾ ਮੇਰਾ ਹੀ। ਸੋ ਇੱਥੇ ਵੀ ਜਿਹੜੇ ਆਪਾਂ ਸੰਸਕਾਰ ਇਕੱਠੇ ਕਰਦੇ ਆ, ਜਿਹਨੂੰ ਆਪਾਂ ਚਰਿੱਤਰ ਕਹਿੰਦੇ ਆ, ਚਰਿੱਤਰ ਨੂੰ ਬਣਾਉਣ ਦੇ ਵਿੱਚ ਸਾਡਾ ਪੂਰਾ ਅਧਿਕਾਰ ਹੈ। ਕੋਈ ਵੀ ਸਾਡਾ ਚਰਿੱਤਰ ਨਹੀਂ ਬਣਾ ਸਕਦਾ, ਅਸੀਂ ਇਸ ਚਰਿੱਤਰ ਨੂੰ ਖੁਦ ਬਣਾਉਂਦੇ ਹਾਂ। ਠੀਕ ਹੈ। ਹੁਣ ਬਾਣੀ ਕਹਿ ਰਹੀ ਹੈ, ਕਹਿੰਦੇ ਜੈ ਘਰ ਬਨ
ਸਮਸਰ ਕੀ ਆ? ਬਰੋਬਰ। ਸਮਸਰ ਮਤਲਬ ਇੱਕ ਬਰੋਬਰ। ਤੇ ਪੂਰੇ ਸੰਸਾਰ ਕਿਤੇ ਵੀ ਜਿਹੜਾ ਬੰਦੇ ਲਈ ਜੰਗਲ ਤੇ ਘਰ ਵਿੱਚ ਕੋਈ ਫਰਕ ਨਹੀਂ ਆ, ਉਸ ਬੰਦੇ ਲਈ ਕੋਈ ਫਰਕ ਨਹੀਂ ਆ ਜਿਹਦਾ ਚਿੱਤ ਸ਼ਾਂਤ ਹੋ ਚੁੱਕਿਆ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਕਬੀਰ ਜੀ ਉਸ ਰਾਮਾਨੰਦ ਜੀ ਕਹਿੰਦੇ ਨਾ, ਮੇਰਾ ਚਿੱਤ ਨਾ ਚੱਲੇ ਤੇ ਮਨ ਪਿਓ ਅਪੰਗ। ਕਹਿੰਦੇ ਕੱਤ ਜਾਈਏ ਰੇ ਘਰ ਲਾਗੋ ਰੰਗ, ਕਿੱਥੇ ਜਾਵਾਂ ਮੈਂ ਹੁਣ, ਕੱਤ ਜਾਈਏ, ਮੈਂ ਕਿੱਥੇ ਜਾਵਾਂ, ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਿਓ ਅਪੰਗ। ਕਿ ਮੈਂ ਹੁਣ ਜਾਣ ਵਾਸਤੇ ਮੇਰੇ ਕੋਲ ਜਗ੍ਹਾ ਹੀ ਨਹੀਂ, ਕਿਉਂਕਿ ਮੈਂ ਜਿੱਥੇ ਜਾ ਚੁੱਕਿਆ ਉਹ ਉਸ ਤੋਂ ਅੱਗੇ ਕੁਛ ਵੀ ਨਹੀਂ ਹੈਗਾ, ਬ੍ਰਹਮ ਹੈ ਉਹ। ਬਿਲਕੁਲ। ਦੇਖੋ ਕਹਿੰਦੇ ਮੇਰਾ ਚਿੱਤ ਜਿਹੜਾ ਹੈਗਾ ਪੰਗ, ਹੁਣ ਅਪੰਗ ਬੰਦਾ ਜਿਹੜਾ ਹੈਗਾ ਉਹ ਕਿਸ ਤਰੀਕੇ ਨਾਲ ਮੂਵਮੈਂਟ ਕਰ ਸਕਦਾ ਬਈ, ਜਿਹਦੇ ਪੈਰ ਹੀ ਨਹੀਂ ਹੈਗੇ, ਹੱਥ ਵੀ ਨਹੀਂ ਹੈਗੇ, ਉਹ ਕਿਵੇਂ ਚੱਲੂਗਾ, ਕਿੱਥੇ ਜਾਊਗਾ, ਕਿਵੇਂ ਜਾਊਗਾ ਦੱਸੋ? ਹਾਂਜੀ, ਸਾਰੇ ਪ੍ਰੋਗਰਾਮ ਬੰਦ ਕਰ ਦਿੱਤੇ ਗਏ। ਧਿਆਨ ਦਾ ਮਤਲਬ ਹੀ ਇਹੋ ਆ ਕਿ ਉਹ ਜਿਹੜੀ ਅਸੁਰਾਂ ਵਾਲਾ ਕੰਮ ਆਪਾਂ ਕਰਦੇ ਪਏ ਆ, ਉਹਨੂੰ ਬੰਦ ਕਰ ਦੇਣਾ। ਤੁਸੀਂ ਜੋ ਦਿਨੇ ਕਰ ਰਹੇ ਹੋ ਨਾ, ਰਾਤ ਨੂੰ ਤੁਹਾਡੀ ਸਾਧਨਾ ਚ ਉਹੀ ਚੀਜ਼ ਤੇ ਡਿਸਪਲੇ ਹੁੰਦੀ ਹੈ। ਉੱਥੇ ਵੇਖੋ ਕਿ ਕਿਹੜੀ, ਜਦੋਂ ਤੁਸੀਂ ਸੁਰ ਦੇ ਵਿੱਚ ਆ ਗਏ ਨਾ, ਤੇ ਫਿਰ ਤੇ ਕੋਈ ਗੱਲ ਹੀ ਨਹੀਂ, ਫਿਰ ਤੇ ਨੁਕਸ ਕਿੱਦਾਂ ਕੱਢਣਾ ਤੁਹਾਡੇ ਚ, ਕਿਤੇ ਤੇ ਸੁਰ ਚ ਗਾਉਂਦੇ ਜੋ। ਹੁਣ ਵੇਖੋ ਆਪ ਆਵਾਜ਼ ਪੰਜਾਬ ਦੀ ਜਾਂ ਕੋਈ ਹੋਰ ਆਈਡਲ ਵਾਲੇ ਪ੍ਰੋਗਰਾਮ ਚ, ਜਦੋਂ ਬੰਦਾ ਸੁਰ ਚ ਗਾਉਂਦੇ ਆ ਵਾ, ਤੇ ਉਹ ਚ ਨੁਕਸ ਕਿੱਥੋਂ ਕੱਢ ਲੋਗੇ? ਪ੍ਰਕਿਰਤੀ ਵੀ ਤੁਹਾਨੂੰ ਕੁਛ ਨਹੀਂ ਕਰ ਸਕਦੀ। ਕਿਉਂ ਨਹੀਂ ਕਰ ਸਕਦੀ? ਤੁਸੀਂ ਸੁਰ ਚ ਤੇ ਜੀਵਨ ਬਤੀਤ ਕਰ ਰਹੇ ਜੋ, ਲੈ ਦੇ ਵਿੱਚ। ਪਰ ਜਦੋਂ ਆਪਾਂ ਉਹ ਸੁਰ ਨੂੰ ਗਵਾ ਦਿੰਦੇ ਆ, ਬੇਸੁਰੇ ਹੋ ਜਾਂਦੇ ਆ, ਤੇ ਕੁਝ ਏਦਾਂ ਦੇ ਕੰਮ ਕਰਦੇ ਆ, ਉਹ ਫਿਰ ਉਹ ਅਸਲ ਦੇ ਵਿੱਚ ਉਹ ਜਿਹੜੀ ਚੀਜ਼ ਸਾਡੀ ਹੈ ਨਹੀਂ, ਅਸੀਂ ਚੁੱਕ ਲਿਆਉਂਦੇ ਆ। ਉਹ ਫਿਰ ਰਾਕਸ਼ਸ ਬ੍ਰਿਤੀ ਹੈ। ਰਾਕਸ਼ਸ ਜਦੋਂ ਆਪਾਂ ਜੀਵਨ ਆ ਜਾਂਦੇ ਆ, ਤੇ ਫਿਰ ਉਹਦਾ ਕਰਮ ਫਲ ਹੈਗੇ ਭੋਗ, ਉਹਦੇ ਵਿੱਚ ਬੈਠਾ ਆਪਾਂ ਨੂੰ ਸਾਰਾ ਕੁਝ ਸਿਸਟਮ, ਉਹਨੂੰ ਸਾਨੂੰ ਫੋਲੋ ਅਪ ਕਰਨਾ ਪੈਂਦਾ। ਕੋਈ ਧਰਮ ਰਾਜ ਜਿਹੜਾ ਇੱਕ ਸਤਾ ਵਾ, ਕੋਈ ਬੰਦਾ ਨਹੀਂ ਬੈਠਾ ਉੱਥੇ ਸਾਡੇ ਇਕੱਲੇ ਇਕੱਲੇ ਕਰਮ ਦਾ ਹਿਸਾਬ ਕਰਨ ਵਾਸਤੇ। ਉਹ ਇੱਕ ਧਰਮ ਰਾਜ, ਇੱਕ ਪਰਮਾਤਮਾ ਨੇ ਕਾਨੂੰਨ ਬਣਾਇਆ ਕਿ ਜਿਹੜਾ ਇਨਸਾਨ ਜਿੱਦਾਂ ਦਾ ਕੋਈ ਕਰਮ ਕਰ ਰਿਹਾ, ਉਹਦੇ ਬਣਦੀ ਵਸਤੂ ਬਰਾਬਰ ਦੀ ਉਹਨੂੰ ਦੇ ਦਿਓ। ਆਪ ਜਿਹੜਾ ਬ੍ਰਹਮ ਆ ਉਹ ਸ਼ਾਂਤੀ ਨਾਲ ਬੈਠਾ ਹੈ, ਉਹ ਸਮਾਧੀ ਲੀਨ ਆ, ਉਹ ਇੰਟਰਫੇਰੈਂਸ ਨਹੀਂ ਕਰਦਾ, ਪ੍ਰਕਿਰਤੀ ਦੇ ਵਿੱਚ ਸਭ ਕੁਝ ਹੋ ਰਿਹਾ। ਠੀਕ ਹੈ, ਹੁਣ ਇੱਥੇ ਆਪਾਂ ਚੀਜ਼ ਨੂੰ ਸਮਝੀਏ। ਉਹ ਕਹਿੰਦੇ ਨੇ ਕਿ ਜਦੋਂ ਤੂੰ ਜੰਗਲ ਨੂੰ ਤੇ ਘਰ ਨੂੰ, ਤੈਨੂੰ ਜਿਹੜਾ ਭੇਦ, ਤੈਨੂੰ ਫਰਕ ਪੈ ਜਾਂਦਾ ਨਾ। ਆਮ ਬੰਦੇ ਵੇਖੇ ਨਾ, ਭੱਜ ਤੀਰਥਾਂ ਸਥਾਨਾਂ ਤੇ ਜਾਂਦੇ ਆ, ਕਦੇ ਇੱਧਰ ਤੁਰੇ ਜਾਂਦੇ, ਕਦੇ ਉੱਧਰ ਤੁਰੇ ਜਾਂਦੇ, ਕਦੇ ਉੱਤੇ ਸੇਵਾ, ਕਦੇ ਉੱਤੇ ਸੇਵਾ। ਉਹਨਾਂ ਦੇ ਮਨ ਚ ਇਹ ਬੈਠਾ ਹੁੰਦਾ ਕਿ ਇੱਥੇ ਜਿਹੜਾ ਬਾਬਾ ਬੈਠਾ, ਕੇਵਲ ਇੱਥੇ ਕੀਤਾ ਹੀ ਕਰਮ ਮਨਜ਼ੂਰ ਆ। ਪਰ ਕੁਦਰਤ ਇਸ ਚੀਜ਼ ਨੂੰ ਨਹੀਂ ਮੰਨਦੀ ਨਾ, ਬਿਲਕੁਲ ਨਹੀਂ ਮੰਨਦੀ। ਕੁਦਰਤ ਕਹਿੰਦੀ ਹੈ ਕਿ ਤੂੰ ਜਦੋਂ ਤੂੰ ਇਹ ਸੰਸਾਰ ਚ ਵਿਚਰਦਾ ਵਾ, ਤੇ ਇਹ ਧਰਮ ਆ, ਪ੍ਰਮਾਤਮਾ ਦਾ ਹੀ ਮੰਦਿਰ ਹੈ ਸਾਰਾ ਇਹ। ਬਿਲਕੁਲ ਸਹੀ ਆ। ਕੁਦਰਤ ਤਾਂ ਕਹਿੰਦੀ ਸੰਗਤ ਕਰ ਲਾ ਬਈ, ਵਧੀਆ ਬੰਦਿਆਂ ਦੀ ਸੰਗਤ ਕਰ ਲਾ। ਜੇ ਉਹਨਾਂ ਦਾ ਕੀ ਜਰਨੀ ਹੈਗੀ, ਉਹੀ ਜੀ ਉਹਨਾਂ ਦੀ ਸੰਗਤ ਕਰ। ਜਿੱਧਰ ਨੂੰ ਤੂੰ ਜਿਹੜਾ ਹੈਗਾ ਜਾਣਾ ਚਾਹੁੰਦਾ, ਉਹੀ ਜਿਹੇ ਬੰਦਿਆਂ ਦੀ ਸੰਗਤ ਕਰ ਲਾ। ਮਾੜਿਆਂ ਦੀ ਕਰੇਗਾ, ਮਾੜੇ ਪਾਸੇ ਨੂੰ ਤੁਰੇਗਾ, ਤੇ ਉਹ ਤਾਂ ਚੱਲ ਹੀ ਰਿਹਾ ਤੂੰ, ਤੇ ਚੰਗੇ ਬੰਦਿਆਂ ਦੀ ਸੰਗਤ ਕਰ ਲਾ ਬਸ। ਹਾਂਜੀ ਨਿੱਜਾ ਸਾਹਿਬ, ਉਹਦੇ ਚ ਇਹ ਪੰਗਾ ਵਾ ਕਿ ਜੇ ਆਪਾਂ ਸੋਚਦੇ ਹਾਂ ਕਿ ਪ੍ਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ, ਤੇ ਫਿਰ ਸਾਨੂੰ ਜੀਵਨ ਬੜੇ ਸੁਥਰੇ ਤਰੀਕੇ ਨਾਲ ਚਲਾਉਣਾ ਪੈਂਦਾ। ਔਰ ਫਿਰ ਉਹ ਜੀਵਨ ਇੱਕ ਸਧਾਰਨ ਜਿਹਾ ਜੀਵਨ ਹੋਊਗਾ, ਔਰ ਬੜਾ ਜ਼ਬਰਦਸਤ ਜੀਵਨ ਹੈ। ਵੇਖਣ ਨੂੰ ਲੱਗਦਾ ਹੈ ਕਿ ਇਹਦੇ ਪਦਾਰਥ ਆ, ਇਹਨਾਂ ਵਿੱਚ ਸੁੱਖ ਆ, ਪਰ ਇਹਨਾਂ ਚ ਸੁੱਖ ਨਹੀਂ ਹੈਗਾ। ਨਹੀਂ, ਇੱਕ ਮ੍ਰਿਗ ਤ੍ਰਿਸ਼ਨਾ। ਹਾਂ, ਇਹ ਤਾਂ ਜੀ ਗੋਰਖੀ ਸਾਹਿਬ ਕੁਨੀਨ ਦੀ ਗੋਲੀ ਆ, ਉੱਪਰ ਖੰਡ ਚੜੀ ਹੋਈ ਹੈ, ਬਸ ਇੰਨਾ ਕੀ ਹੈਗਾ। ਔਰ ਇਹ ਵੈਸੇ ਫੇਕ ਲਾਈਫ ਹੈਗੀ। ਠੀਕ ਹੈ ਜੀ, ਫਿਰ ਕਹਿੰਦੇ ਆ ਕਿ ਉਹ ਦੋਨਾਂ ਲਈ ਬਰਾਬਰ ਹੋ ਜਾਂਦਾ, ਤੇ ਸਮਝ ਲਓ ਕਿ ਉਹੀ ਬੰਦਾ ਜਿਹੜਾ, ਸਮਝ ਲਓ ਕਿ ਉਹ ਤੇ ਪੂਰੇ ਸੰਸਾਰ, ਉਹ ਬੰਦੇ ਜਿਹੜੇ ਪੂਰੇ ਨੇ, ਬਿਲਕੁਲ ਉਹ ਪੂਰੇ ਅਸਲੀ ਤਿਆਗੀ ਉਹ ਨੇ। ਹਾਂ, ਅਸਲੀ ਜਿਹੜਾ ਨਾ ਕਿ ਭਗੌੜ, ਬਿਲਕੁਲ ਅਸਲੀ ਸੰਸਾਰ ਚ ਆਉਣ ਦਾ ਜਿਹੜਾ ਹੈਗਾ, ਉਹਨਾਂ ਨੇ ਜਿਹੜਾ ਹੈਗਾ ਲਾਭ ਲੈ ਲਿਆ, ਬਸ ਆ ਹੈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵੇਖੋ ਉਹ ਚੀਜ਼ ਨੂੰ ਪ੍ਰੂਫ ਕੀਤਾ ਸੀ। ਮੁੜ ਕੇ ਕਰਤਾਰਪੁਰ ਜਾ ਕੇ ਖੇਤੀ ਕੀਤੀ ਹੈ, ਤੇ ਬੰਦਗੀ ਵੀ ਕੀਤੀ, ਫਿਰ ਉਹ ਚੀਜ਼ ਨੂੰ ਜਾਣਿਆ, ਫਿਰ ਲੋਕਾਂ ਨੂੰ ਸੁਣਾ ਵੀ ਦਿੱਤਾ, ਬੱਚੇ ਵੀ ਪਾਲੇ, ਗ੍ਰਸਤੀ ਬਣੇ। ਵੇਖੋ ਕੋਈ ਉਹਨਾਂ ਨੇ ਕਿਹਾ ਹੀ ਨਹੀਂ ਕਿ ਤਿਆਗ ਕਰਕੇ ਭੱਜ ਜਾਓ। ਅਗਲੇ ਕਹਿੰਦੇ ਜੰਗਲਾਂ ਚ ਜਾਓਗੇ ਤੇ ਵਣ ਤੇ ਕੰਡੇ ਆ, ਮੋੜ ਆ, ਤੇ ਕੀ ਬੋਲੂ ਤੁਹਾਨੂੰ ਕਿ ਰੱਬ ਤੇ ਤੇਰੇ ਅੰਦਰ ਵਸਣ ਦੇ ਆ, ਤੇ ਤੂੰ ਬਾਹਰ ਕੇ ਢੂੰਡੇ, ਤੂੰ ਬਾਹਰ ਨਾ ਚੱਲ ਜੀ ਕਦੇ। ਔਰ ਲੋਕੀ ਕਹਿੰਦੇ ਬਾਹਰ ਹੈਗਾ। ਇਹੋ ਬਹੁਤ ਵੱਡੀ ਕਨਫਿਊਜ਼ਨ ਹੈ। ਹਾਂਜੀ, ਅੱਗੇ ਚੱਲੀਏ। ਅੱਗੇ ਰਾਓ ਦੀ ਪੰਕਤੀ ਹੈ ਗੁਰਕੀ ਸਾਹਿਬ, ਕਮਾਲ ਦਾ ਗਿਆਨ ਹੈਗਾ।
ਸਾਰ ਸੁਖ ਪਾਈਏ ਰਾਮਾ ਰੰਗੇ ਰਵੋ ਆਤਮੇ ਰਾਮ ਰਹਾਓ। ਕਹਿੰਦੇ ਸਾਰ ਸੁਖ ਕੀ ਹੈਗਾ? ਸਾਰ ਸੁਖ ਪਾਏ, ਦੁਨੀਆ ਦੇ ਵਿੱਚ ਆਇਆ ਕੀ ਸਾਰਿਆ? ਨੌ-ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਆਹ ਸਾਰ ਸੁਖਿਆ ਪਾਏ, ਉਹ ਅੰਮ੍ਰਿਤ ਤੱਕ ਪਹੁੰਚਣਾ ਹੈ ਆਪਾਂ ਨੇ, ਦੇਹੀ ਦੇ ਵਿੱਚ ਹੈਗਾ ਤੇਰੇ। ਔਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਲਪੇਟਿਆ ਹੋਇਆ ਉਹਨੂੰ, ਇਹ ਵਿਚਾਰਾਂ ਨੇ ਤੇਰੇ ਜਿਹੜੇ ਹੈਗੇ ਉਹਨੂੰ ਘੇਰਿਆ ਹੋਇਆ। ਮਜਾ ਲਿਆ ਜਦ ਤੱਕ ਵਿਚਾਰ ਕੋਈ ਤੈਨੂੰ ਜਿਹੜਾ ਹੈਗਾ ਉਹ ਅੰਦਰ ਵੜਨ ਦੇਣ। ਵਿਚਾਰ ਜਿਹੜੇ ਹੈਗੇ ਆਪਾਂ ਨੂੰ ਇਸ ਅੰਮ੍ਰਿਤ ਤੱਕ ਨਹੀਂ ਜਾਣ ਦਿੰਦੇ। ਇਹ ਸਾਰ ਸੁਖ ਹੈਗਾ ਭਾਈ, ਇਹਨੂੰ ਕਿਵੇਂ ਪਾਉਣਾ ਪੈਣਾ ਫਿਰ? ਇਹ ਪਰਮੇਸ਼ਰ ਨੇ ਇਹਨੂੰ ਸੁੱਖ ਕਹਿ ਰਿਹਾ। ਪਰਮੇਸ਼ਰ ਵੱਲੋਂ ਜਿਹੜਾ ਹੈਗਾ ਸੁਖ ਨਾਮ ਦੀ ਡੈਫੀਨੇਸ਼ਨ ਹੈਗੀ ਆ ਭਾਈ, ਸਾਰ ਸੁਖ ਪਾਈਏ ਰਾਮਾ। ਔਰ ਸਾਰ ਸੁਖ ਕਿਵੇਂ ਮਿਲਣਾ? ਮਨੋ ਵਿਕਾਰ ਤਜਣੇ ਪੈਣੇ ਆ ਭਾਈ। ਜੇ ਪਹਿਲਾਂ ਜੇ ਸਟਾਰਟ ਕਰੇ ਬਨੇ ਬਸੇ ਕਿਉਂ ਪਾਈਏ, ਜੋ ਲੋ ਮਨੋ ਨਾ ਤਜੇ ਵਿਕਾਰ। ਮਨ ਤੋਂ ਵਿਕਾਰ ਤਜੇਗਾ। ਮਨ ਤੋਂ ਵਿਕਾਰ ਤਜਣੇ ਕੀ ਆ? ਵੀ ਆਪਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਵਿਚਾਰ ਹੀ ਤਾਂ ਹੈਗੇ ਆ, ਜਿਹੜੇ ਹੈਗੇ ਬਿਖ ਛੇਦ ਰਸ ਪੀਜੇ। ਇਹ ਬਿਖ ਜਿਹੜੀ ਆਹੀ ਤਾਂ ਹੈ, ਇਹਨੂੰ ਪਾਸੇ ਕਰ ਕਰਕੇ ਅੰਮ੍ਰਿਤ ਤੱਕ ਪਹੁੰਚ ਜਾਣਾ ਆਪਾਂ ਨੇ। ਜੇ ਸਾਰ ਸੁਖ ਪਾਈਏ ਰਾਮਾ ਰੰਗੇ ਰਵੋ ਆਤਮੈ ਰਾਮ। ਦੇਖ ਆਪਣੀ ਆਤਮਾ, ਆਪਣੇ ਮਨ ਨੂੰ ਰੰਗ ਲਾ ਪਿਆਰਿਆ ਪਰਮੇਸ਼ਰ ਦੇ ਨਾਮ ਦੇ ਵਿੱਚ। ਆਪਣੇ ਆਪ ਨੂੰ ਰੰਗ ਲਾ, ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਪਿਆਰ ਦੇ ਵਿੱਚ ਆਪਣੇ ਆਪ ਨੂੰ ਰੰਗ ਲਾ। ਤਾਂ ਜਿਹੜੇ ਹੈਗੇ ਮਾਲਕ ਵੱਲ ਨੂੰ ਜਿਹੜਾ ਹੈਗਾ ਧਿਆਨ ਮਾਲਕ ਵੱਲ ਨੂੰ ਕਰ, ਤਾਂ ਤੇਰੇ ਵਿਚਾਰ ਆਟੋਮੈਟਿਕਲੀ ਤੇਰੇ ਮਨ ਨੂੰ ਮੇਰੇ ਪਾਵਰ ਆ ਜਾਣੀ ਹੈ। ਔਰ ਉਹਨੇ ਜਿਹੜਾ ਹੈਗਾ ਮਨ ਨੇ ਜਿਹੜਾ ਹੈਗਾ ਇਹਨਾਂ ਨੂੰ ਕਰਬ ਕਰ ਦੇਣਾ ਹੈ। ਇਹਨਾਂ ਨੂੰ ਵਿਚਾਰਾਂ ਨੂੰ ਆ ਜਿਹੜੇ ਤੇਰੇ ਕੋਲੋਂ ਤੈਨੂੰ ਦੱਬੀ ਫਿਰਦੇ ਆ, ਤੈਨੂੰ ਜਿਹੜਾ ਹੈਗਾ ਘੋੜਾ ਬਣਾਈ ਫਿਰਦੇ ਆ, ਤੇ ਫਿਰ ਜਿਹੜਾ ਹੈਗਾ ਭਾਈ ਤੂੰ ਇਹਨਾਂ ਨੂੰ ਘੋੜਾ ਬਣਾ ਲਏਗਾ। ਹਾਂਜੀ ਗੋਰਖੀ ਸਾਹਿਬ ਰਹਾਓ। ਠੀਕ ਹੈ ਜੀ। ਸੋ ਉਹ ਕਹਿੰਦੇ ਆ ਕਿ ਸਾਰ ਸੁਖ ਪਾਈਏ ਰਾਮ ਰੰਗ ਰਵੋ ਆਤਮੇ ਰਾਮ। ਤੇ ਤੂੰ ਆਤਮਾ ਦੇ ਰੰਗ ਦੇ ਵਿੱਚ ਰੰਗਿਆ ਜਾ। ਤੇਰੀ ਜ਼ਿੰਦਗੀ ਦਾ ਜਿਹੜਾ ਸਾਰ ਹੈ, ਸਾਰ ਦਾ ਮਤਲਬ ਸੁਖ ਪਰਮ ਆਨੰਦ। ਦੇਖੋ ਸੱਚ ਚਿੱਤ ਆਨੰਦ ਕਿਹਾ ਹੈ ਪਰਮਾਤਮਾ ਨੂੰ। ਸੱਚ ਵੀ ਹੈ ਤੇ ਚਿੱਤ ਤੇ ਆਨੰਦ। ਅਖੰਡ ਅਵਸਥਾ ਹੈ। ਅਖੰਡ ਦਾ ਮਤਲਬ ਕਿ ਆਤਮਾ ਨੂੰ ਤੁਸੀਂ ਤੋੜ ਨਹੀਂ ਸਕਦੇ। ਤੁਸੀਂ ਜਿੱਦਾਂ ਆਕਾਸ਼ ਨੂੰ ਨਹੀਂ ਨਾ ਤੋੜ ਸਕਦੇ, ਉਸੇ ਤਰ੍ਹਾਂ ਹੀ ਆਤਮਾ ਨੂੰ ਨਹੀਂ ਤੋੜਿਆ ਜਾ ਸਕਦਾ। ਆਤਮਾ ਜਿਹੜਾ ਹੈ ਉਹ ਅਖੰਡ ਅਵਸਥਾ ਹੈ। ਜਿੱਦਾਂ ਬੂੰਦ ਸਾਗਰ ਚ ਗਈ ਉਹ ਸਾਗਰ ਹੋ ਗਈ, ਉਹ ਬੂੰਦ ਨਹੀਂ ਰਹਿ ਗਈ। ਹੁਣ ਬੂੰਦ ਨਿਕਲੂਗੀ ਪਰ ਉਹ ਬੂੰਦ ਨਹੀਂ ਨਿਕਲਣੀ ਜਿਹੜੀ ਗਈ। ਮੇਜਰ ਸਾਹਿਬ ਉਹ ਬੂੰਦ ਸਾਗਰ ਦਾ ਰੂਪ ਹੋ ਗਈ। ਨਦੀ ਗਈ ਮੁੜ ਕੇ ਕੋਈ ਨਦੀ ਕਹਿੰਦਾ, ਉਹ ਕਹਿੰਦੇ ਸਾਗਰ ਹੋ ਗਈ। ਉਹਨੇ ਯਾਤਰਾ ਕਰ ਲਈ ਗੋਰਖੀ ਸਾਹਿਬ, ਉਹ ਕਿਵੇਂ ਨਿਕਲ ਜਾਊਗੀ? ਜਿਹੜਾ ਮਾਲਕ ਨੇ ਗੇਮ ਪਾਈ ਸੀ, ਮਾਲਕ ਤੋਂ ਆਈ ਸੀ, ਮਾਲਕ ਨਾਲ ਮਿਲ ਗਈ, ਹੁਣ ਨਿਕਲਣ ਦੀ ਉਹਨੂੰ ਕੀ ਲੋੜ ਆ? ਹਾਂ, ਜੇ ਮਾਲਕ ਚਾਹੂਗਾ ਵੀ ਉਹ ਬੂੰਦ ਨੂੰ ਫਿਰ ਕੱਢਣਾ ਆ ਤੇ ਮਾਲਕ ਦੀ ਮਰਜ਼ੀ ਆ, ਉਹ ਤਾਂ ਕੁਝ ਵੀ ਕਰ ਸਕਦਾ ਬਸ। ਹਾਂਜੀ ਉਹ ਬ੍ਰਹਮ ਜਿਹੜਾ ਨਾ, ਬ੍ਰਹਮ ਦੇਖੋ ਬ੍ਰਹਮ ਕੀ ਕਹਿੰਦਾ ਹੈ ਕਿ ਬ੍ਰਹਮ ਦੀ ਖੇਡ ਹੀ ਇਹੋ ਆ ਕਿ ਜਦੋਂ ਕੋਈ ਬੰਦਾ ਮੁਕਤ ਹੋ ਜਾਂਦਾ ਹੈ ਉਹਨੂੰ ਫਿਰ ਆਪਣੇ ਇਸ ਇੱਕ ਐਸੀ ਸਤਾ ਚ ਲੈ ਜਾਂਦਾ ਹੈ ਜਿੱਥੇ ਜਨਮ ਨਹੀਂ ਹੈਗਾ। ਇਹ ਚੀਜ਼ ਨੂੰ ਆਪ ਸਮਝੋ ਪਲੀਜ਼। ਦੁਬਾਰਾ ਜਨਮ ਨਹੀਂ ਹੋਵੇਗਾ ਉਹ ਬੰਦੇ ਦਾ, ਬਹੁਤ ਮੁਸ਼ਕਿਲ ਹੈ। ਹਾਂ, ਕੋਈ ਹਾਇਰ ਰਿਕੁਆਇਰਮੈਂਟ ਹੈ, ਕੋਈ ਬੰਦਾ ਕਿਸੇ ਦਾ ਭਲਾ ਕਰਨਾ ਹੈ ਤਾਂ ਕੋਈ ਬ੍ਰਹਮ ਗਿਆਨੀ ਜੰਮਦਿਆਂ ਹੀ ਪੈਦਾ ਹੋ ਜਾਂਦਾ, ਉਹ ਗੱਲ ਵੱਖਰੀ। ਉਹ ਕੁਦਰਤ ਤੇ ਡਿਪੈਂਡ ਹੈ, ਉਹਦੇ ਬਾਰੇ ਆਪਾਂ ਡੀਪ ਨਹੀਂ ਬੋਲ ਸਕਦੇ। ਉਹ ਅੰਦਾਜ਼ਾ ਮੇਰੇ ਹਿਸਾਬ ਨਾਲ। ਬਿਲਕੁਲ ਪਰ ਜਿਹੜਾ ਹਾਈ ਪਰਪਸ ਹੈ ਜੀ, ਆਪਾਂ ਦੁਬਾਰਾ ਹੀ ਜਨਮ ਲੈਣਾ ਹੈ ਤੇ ਫਿਰ ਉਹ ਚੀਜ਼ ਤੇ ਫਿਰ ਤੁਰ ਪਈ। ਬਾਣੀ ਚ ਆਉਂਦਾ ਹੈ ਗੋਰਖੀ ਸਾਹਿਬ ਕਿ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ। ਆਉਂਦੇ ਆ ਬ੍ਰਹਮ ਗਿਆਨੀ, ਆਉਂਦੇ ਆ ਸਿੱਧੇ, ਜਿਹੜੇ ਜਨਮ ਮਰਨ ਚ ਨਹੀਂ ਹੁੰਦੇ। ਉਹਨਾਂ ਨੇ ਦੁਨੀਆ ਨੂੰ ਤਾਰਨਾ ਹੁੰਦਾ ਹੈ, ਦੁਨੀਆ ਨੂੰ ਸੇਧ ਦੇਣੀ ਹੁੰਦੀ ਆ। ਨਹੀਂ ਤਾਂ ਪਰਪਸ ਕੀ ਰਹਿ ਜਾਏਗਾ ਇਹ ਜਿਹੜੀ ਦੁਨੀਆ ਪਰਮਾਤਮਾ ਦੀ ਖੇਡ ਦਾ, ਜੇ ਇੱਥੇ ਕੋਈ ਬ੍ਰਹਮ ਗਿਆਨੀ ਨਹੀਂ ਹੋਊਗਾ ਤੇ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਹਾਂਜੀ, ਇੱਥੇ ਆਪਾਂ ਚੀਜ਼ ਨੂੰ ਵਿਚਾਰ ਕਰੀਏ। ਸਾਰ ਸੁਖ ਪਾਈਏ ਰਾਮ। ਸੁਖ ਦਾ ਮਤਲਬ, ਸਾਰ ਦਾ ਸੁਖ ਦਾ ਮਤਲਬ ਕਿ ਜਿਹੜਾ ਸੁਖ ਆ, ਜਿਹੜੀ ਇੱਕ ਮਨ ਦੀ ਅਵਸਥਾ ਹੈ ਜਿੱਥੇ ਮਨ ਜਦੋਂ ਇੱਕਦਮ ਸ਼ਾਂਤ ਹੋ ਕੇ ਚਿੱਤ ਚ ਲੀਨ ਹੋ ਜਾਂਦਾ ਤੇ ਚਿੱਤ ਕੀ ਕਰਦਾ, ਆਤਮਾ ਚ ਲੀਨ ਹੋ ਜਾਂਦਾ, ਉਹੀ ਸੁਖ ਸਾਰ ਹੈ।
ਜਿਸਨੇ ਆਪਣੇ ਅੰਦਰ ਜਿਹੜੀ ਚਿੱਤ ਦੇ ਅੰਦਰ ਚੱਲਣ ਵਾਲੀ ਵਿਚਾਰ ਰੂਪੀ ਧਾਰਾ ਨੂੰ ਰੋਕ ਲਿਆ, ਉਸਨੇ ਸਾਰ ਸੁਖ ਨੂੰ ਪਾਲਿਆ। ਕਿਉਂਕਿ ਵਿਚਾਰ ਮੰਡਲ ਚ ਤੇ ਕਰਮ ਬਣਦੇ ਆ, ਔਰ ਕਰਮ ਜਿਹੜਾ ਕਰਾਂਗੇ ਉਸ ਤੋਂ ਹੀ ਅੱਗੇ ਤੇ ਸਾਰਾ ਸਿਸਟਮ ਚੱਲਣ ਦਿਆ। ਹੁਣ ਆਪਾਂ ਦੇਖੀਏ, ਵਿਚਾਰ ਤੋਂ ਹੀ ਤੇ ਸਾਰੀ ਗੇਮ ਬਣਦੀ ਪਈ। ਤੁਸੀਂ ਵਿਚਾਰ ਕੱਢ ਦੋ, ਬਾਕੀ ਤੁਹਾਡੇ ਕੋਲ ਕੀ ਰਹਿ ਗਿਆ? ਕੁਛ ਵੀ ਨਹੀਂ ਰਹਿ ਗਿਆ। ਤੁਸੀਂ ਬ੍ਰਹਮ ਹੋ ਗਏ। ਇਸੇ ਕਰਕੇ ਤਾਂ ਕਹਿੰਦੇ ਆ ਕਿ ਜੰਗਲ ਦੇ ਤੇ ਸੰਸਾਰ ਚ ਕੋਈ ਫਰਕ ਨਹੀਂ ਹੈਗਾ, ਕਿਉਂਕਿ ਤੇਰਾ ਚਿੱਤ ਹੀ ਸ਼ਾਂਤ ਹੋ ਗਿਆ। ਤੇ ਭਾਵੇਂ ਤੂੰ ਜੰਗਲ ਚ ਬੈਠਾ ਰਹਿ, ਭਾਵੇਂ ਤੂੰ ਸੰਸਾਰ ਤੇ ਰਹਿ, ਉਹ ਕਮਲ ਦੇ ਵਾਂਗੂ ਅਵਸਥਾ ਬਣ ਜਾਣੀ। ਤੂੰ ਸੰਸਾਰ ਤੋਂ ਉੱਪਰ ਆ ਜਾਣਾ, ਭਵਸਾਗਰ ਤੋਂ ਉੱਪਰ ਆ ਜਾਣਾ। ਤੈਨੂੰ ਮਲੀਨਤਾ ਚਿੰਬੜਨੀ ਨਹੀਂ। ਹੁਣ ਵੇਖੋ ਮਿਰਗਾਬੀ ਜਦੋਂ ਪਾਣੀ ਚ ਜਾਂਦੀ, ਉਹਦੇ ਖੰਭਾਂ ਨੂੰ ਪਾਣੀ ਲੱਗਦਾ ਹੀ ਨਹੀਂ। ਕਿਉਂ ਨਹੀਂ ਲੱਗਦਾ? ਉਹਦੇ ਬੋਡੀ ਦੀ ਬਣਾਵਟ ਏਦਾਂ ਦੀ ਬਣਾਈ ਕੁਦਰਤ ਨੇ। ਇਸੇ ਹੀ ਤਰ੍ਹਾਂ ਜਦੋਂ ਤੁਸੀਂ ਅੰਦਰੋਂ ਸ਼ਾਂਤ ਹੋ ਗਏ, ਤੁਸੀਂ ਜਿੱਥੇ ਮਰਜ਼ੀ ਚੱਲ ਜਾਓ। ਰਾਜੇ ਜਨਕ ਦੇ ਨਾਲ ਵੀ ਦੇਖੋ ਗੱਲ ਹੈ ਉਹ ਇੱਕ ਰਾਜਾ, ਪਰ ਮਹਿਲ ਚ ਸਾਰਾ ਕੁਝ ਹੋ ਰਿਹਾ, ਪਰ ਆਪ ਉਹ ਬੰਦਾ ਮਿਰਗਾਬੀ ਵਾਂਗੂ ਬੈਠਾ ਹੋਇਆ ਉੱਥੇ। ਸੁਖਦੇਵ ਮੁਨੀ ਗਿਆ, ਉਹ ਕਹਿੰਦਾ ਮੈਂ ਇੱਕ ਜਤੀ ਸਤੀ, ਵੇਖੋ ਮੈਂ ਤਿਆਗੀ, ਮੈਂ ਜੰਗਲਾਂ ਚ ਰਹਿਣ ਵਾਲਾ, ਕੰਧ ਮੂਲ ਖਾਣ ਵਾਲਾ, ਇਹ ਸੰਸਾਰੀ ਬੰਦਾ ਮੈਨੂੰ ਕਿੱਥੋਂ ਗਿਆਨ ਦਊਗਾ? ਬਿਲਕੁਲ। ਇਹ ਗੱਲ ਸੋਚ ਕੇ ਵਾਪਸ ਆ ਗਿਆ। ਵਾਪਸ ਆ ਕੇ ਆਪਣੇ ਪਿਓ ਨੂੰ ਕਹਿੰਦਾ ਕਿ ਉਹ ਬੰਦਾ ਤੇ ਠੀਕ ਠਾਕ ਜਿਹਾ ਸੀ, ਤੇ ਉਹ ਤੇ ਸੰਸਾਰੀ ਬੰਦਾ ਹੈ, ਤੇ ਉਹਨੇ ਮੈਨੂੰ ਕਹਿੰਦਾ ਤੂੰ ਗਿਆਨ ਦੇਣ ਗਿਆ ਕਿ ਲੈਣ ਗਿਆ? ਵਿਆਹ ਜੀ ਕਹਿੰਦੇ ਉਹਨੂੰ, ਕਹਿੰਦੇ ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ। ਕਹਿੰਦਾ ਜਾ ਫਿਰ ਜਿੱਦਾਂ ਉਹ ਕਹਿੰਦੇ ਹੋ, ਫਿਰ ਕਹਿੰਦਾ ਕਿ ਤੈਨੂੰ ਇੰਨੇ ਦਿਨ ਇੱਕ ਗੇਟ ਤੇ ਰਹਿਣਾ ਪਊਗਾ। ਦੇਖੋ, ਪਰ ਸੁਖਦੇਵ ਮੁਨੀ ਨੂੰ ਰਹਿਣਾ ਪਿਆ। ਫਿਰ ਰਹਿਣਾ ਪਿਆ। ਫਿਰ ਉਹਨੇ ਕਿਹਾ ਕਿ ਹੁਣ ਇਹ ਆਏ ਨੇ ਸੁਖਦੇਵ ਮੁਨੀ, ਮੈਂ ਇਹਨਾਂ ਨੂੰ ਗਿਆਨ ਦਊਂਗਾ ਤੇ ਇੰਟਰਫੇਰੈਂਸ ਨਹੀਂ ਚਾਹੀਦੀ। ਕਿਉਂਕਿ ਭਰਮ ਸੀ ਉਹਨਾਂ ਨੂੰ, ਸੁਖਦੇਵ ਜੀ ਨੂੰ ਇਹ ਭਰਮ ਸੀ ਕਿ ਮੈਂ ਜਤੀ ਛਤੀ ਹੋਇਆ ਪਿਆ, ਮੈਂ ਸੰਸਾਰ ਤਿਆਗਤਾ, ਮੈਂ ਜੰਗਲਾਂ ਚ ਰਹਿੰਦੇ ਆ, ਮੈਂ ਇੱਕ ਸੰਨਿਆਸੀ ਆ। ਪਰ ਗੱਲ ਇਹ ਨਹੀਂ ਆ। ਅਸਲ ਚ ਇਹ ਜਿਹੜੀ ਕਹਾਣੀ ਆ, ਇਹਦਾ ਪਰਪਸ ਇਹੋ ਹੀ ਆ ਕਿ ਸਾਡੇ ਵਰਗੇ ਕਈ ਲੋਕ ਅਗਿਆਨੀ ਇਹਨਾਂ ਚੀਜ਼ਾਂ ਨੂੰ ਫੈਕਟ ਸਮਝ ਲੈਂਦੇ ਨੇ, ਪਰ ਅੰਦਰੋਂ ਜਿਹੜੇ ਨਾ ਜੁੜੇ ਹੁੰਦੇ ਨੇ ਸੰਸਾਰ ਦੇ ਨਾਲ, ਕੇਵਲ ਐਕਟਿੰਗ ਆ ਸਾਡੀ, ਰਿਐਲਿਟੀ ਨਹੀਂ ਹੁੰਦੀ। ਫਿਰ ਉਹ ਕਹਾਣੀ ਨੂੰ ਸਾਨੂੰ ਇਹ ਸਮਝਾਉਂਦੀ ਆ, ਤੂੰ ਭਾਵੇਂ ਸੰਸਾਰ 'ਚ ਬੈਠਾ ਐ ਵੇਖੇ ਨਾ, ਆ ਕਹਿੰਦੇ ਜਿਹੜਾ ਬੰਦਾ ਭਾਵੇਂ ਸੰਸਾਰ 'ਚ ਬੈਠਾ ਤੇ ਭਾਵੇਂ ਉਹ ਬਣ 'ਚ ਬੈਠਾ, ਉਹਦੇ ਅੰਦਰ ਕੋਈ ਫਰਕ ਨਹੀਂ ਆ। ਬਿਲਕੁਲ। ਪਰ ਆਪਾਂ ਲੋਕ ਕਹਿੰਦੇ ਉਹ ਚਰਨਜੀਤ ਵੇਖੋ ਵੀ ਵੇਖਦਾ ਕਿ ਉਹ ਵੇਖੋ ਫਲਾਣਾ ਬੰਦਾ ਵੇਖ ਕਿੱਦਾਂ ਏਦਾਂ ਘੁੰਮਣ ਡਿਆ, ਪਦਾਰਥਾਂ 'ਚ ਘੁੰਮਣ ਡਿਆ, ਕੀਰਤਨ ਅੰਦਰੋਂ ਦੀ ਅਵਸਥਾ ਕਿੱਦਾਂ ਦੀ ਹੈ? ਇਹ ਤੇ ਉਹ ਬੰਦਾ ਜਾਣਦਾ ਜਾਂ ਪਰਮਾਤਮਾ ਜਾਣਦਾ। ਪਰ ਬਾਹਰੀ ਰੂਪ ਵੇਖ ਕੇ ਆਪਾਂ ਕਹਿੰਦੇ ਕਿ ਫਲਾਣਾ ਬੰਦਾ ਸੰਤ ਹੈਗਾ। ਨਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਸੌਰੀ। ਹੁਣ ਇਹ ਜੀ ਚੀਜ਼ ਆ, ਇਹ ਚੀਜ਼ ਨੂੰ ਆਪਾਂ ਸਮਝਣਾ ਹੈ। ਹਾਂਜੀ ਨਜਰ ਸਾਹਿਬ ਅੱਗੇ ਚਲੀਏ। ਹਾਂਜੀ। ਸਾਰ ਸੁਖ ਪਾਈਏ ਰਾਮਾ, ਰੰਗੇ ਰਵੋ ਆਤਮੈ ਰਾਮਾ। ਆਤਮੈ ਦਾ ਮਤਲਬ ਆ ਆਪਣੇ ਅੰਦਰ, ਆਪਣੇ ਮਨ ਤੋਂ, ਆਪਣੀ ਆਤਮਾ ਤੋਂ ਅੰਦਰੋਂ ਜਿਹੜਾ ਹੈਗਾ ਪਰਮਾਤਮਾ ਦੇ ਅੰਦਰੋਂ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾ। ਬਾਹਰੋਂ ਨਹੀਂ ਖਾਲੀ ਜਿਹੜਾ ਹੈਗਾ ਦਿਖਾਵਾ ਜਾਂ ਹੋਰ ਜਿਹੜਾ ਹੈਗਾ ਮੁਖ ਮੇ ਰਾਮ ਬਗਲ ਮੇ ਛੁਰੀ, ਉਹ ਨਹੀਂ। ਆਤਮਾ ਤੋਂ ਅੰਦਰੋਂ ਪਰਮੇਸ਼ਰ ਦੇ ਰੰਗ ਦੇ ਵਿੱਚ। ਪਰਮੇਸ਼ਰ ਦਾ ਰੰਗ ਕੀ ਹੈ? ਪਰਮੇਸ਼ਰ ਦਾ ਰੰਗ ਕਿਹੜਾ ਹੈਗਾ? ਕਿਹੜਾ ਕਾਲਾ ਪੀਲਾ ਗੋਰਾ ਰੰਗ ਹੈ? ਪਰਮੇਸ਼ਰ ਦਾ ਰੰਗ ਹੈ ਪਿਆਰ। ਉਹਦਾ ਮਾਲਕ ਪਰਮਾਤਮਾ ਦੇ ਪਿਆਰ ਦੇ ਵਿੱਚ ਰੰਗਿਆ ਜਾ। ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ। ਰਹਾਓ ਜਟਾ ਭਸਮ ਲੇਪਨ ਕੀਆ, ਕਹਾਂ ਗੁਫਾ ਮੈਂ ਬਾਸ। ਬਸ ਆ ਦੇਖ ਲਓ, ਹੁਣ ਆਪ ਆਊਟਰ ਲੁੱਕ ਹੋ ਗਿਆ ਸਾਰਾ ਕੁਛ, ਜੋਗੀ ਬਣ ਗਿਆ ਪੂਰਾ, ਜਿਸ ਤਰ੍ਹਾਂ ਵੀ ਪੂਰਾ ਜੁੜਿਆ ਹੈ ਪਰਮਾਤਮਾ ਦੇ ਨਾਲ, ਇੱਕ ਮਿਕ ਹੈਗਾ ਏ। ਜਟਾਵਾਂ ਵੀ ਵਧਾ ਲੀਆਂ, ਸੁਆਹ ਵੀ, ਭਸਮ ਵੀ, ਲੇਪਨ ਵੀ ਕਰ ਲਿਆ, ਸਾਰਾ ਕੁਛ ਮੱਥੇ ਤੇ ਤਿਲਕ ਵੀ ਲਾ ਲਿਆ, ਹੋਰ ਸਾਰਾ ਜੋ ਵੀ ਕੁਛ ਹੈਗਾ ਡਰੈਸ ਕੋਡ ਪੂਰਾ ਕੰਪਲੀਟ ਕਰ ਲਿਆ। ਔਰ ਗੁਫਾ ਦੇ ਵਿੱਚ ਜਾ ਕੇ ਜੰਗਲਾਂ ਦੇ ਵਿੱਚ ਰਹਿਣਾ ਵੀ ਕਰਤਾ ਸ਼ੁਰੂ। ਜਟਾ ਭਸਮ ਲੇਪਨ ਕੀਆ, ਕਹਾਂ ਗੁਫਾ ਮੇਂ ਬਾਸ। ਕਹਿੰਦੇ ਕਾਹਦੇ ਵਾਸਤੇ ਸਾਰਾ ਕੁਛ ਪਾਈ? ਕੁਐਸਚਨ ਕਰ ਰਹੇ ਕਬੀਰ ਜੀ, ਕਾਹਦੇ ਵਾਸਤੇ ਸਾਰਾ ਕੁਛ? ਮਨ ਜੀਤੇ ਜਗ ਜੀਤਿਆ, ਜਾਤੇ ਵਿਖਿਆ ਤੇ ਹੋਏ ਉਦਾਸ। ਕਹਿੰਦੇ ਤੇਰਾ ਮਨ ਤਾਂ ਫੇਰ ਖੁੱਲਾ ਛੱਡਿਆ ਹੋਇਆ ਤੂੰ ਮਨ ਨੂੰ। ਮਨ ਤਾਂ ਤੂੰ ਜਿਹੜਾ ਹੈ ਜਿੱਥੇ ਮੰਗਣ ਜਾਣਾ ਹੈ ਉੱਥੇ ਜਿਹੜਾ ਹੈਗਾ ਉਹਨਾਂ ਦੀਆਂ ਇਸਤਰੀਆਂ ਨੂੰ ਤੂੰ ਜਿਹੜਾ ਹੈਗਾ ਬੁਰੀ ਨਜ਼ਰ ਨਾਲ ਦੇਖਦਾ ਹੈ। ਉੱਥੇ ਕਾਮ ਤੇਰੇ ਕਾਬੂ 'ਚ ਹੀ ਨਹੀਂ ਹੈ। ਤੇਰੇ ਕਾਮ ਕ੍ਰੋਧ ਲੋ ਮੂੰਹ ਕਰ ਤੇਰੇ ਉਸ ਤਰ੍ਹਾਂ ਹੀ ਪਏ ਹੋਏ ਆ। ਬਦ ਨਜ਼ਰ ਪਰ ਨਾਰੀ,
ਬਾਣੀ ਦੇ ਵਿੱਚ ਲਿਖਿਆ, ਬਾਣੀ ਦੀ ਤੁਕ ਹੈਗੀ ਆ, ਮਨ ਜੀਤੇ ਜਗ ਜੀਤਿਆ ਜਾਂ ਤੇ ਵਿਖਿਆ ਤੇ ਹੋਏ ਉਦਾਸ। ਕਹਿੰਦੇ ਮਨ ਨੂੰ ਜਿੱਤਣਾ ਸੀਗਾ, ਮਨ ਨੂੰ ਜਿੱਤ ਲੈਂਦਾ ਸੰਸਾਰ ਸਾਰਾ ਜਿੱਤਿਆ ਜਾਣਾ ਸੀ ਤੇਰਾ। ਸਾਰੇ ਵਿਚਾਰ ਜਿਹੜੇ ਆਟੋਮੈਟਿਕਲੀ ਤੇਰੀਆਂ ਫਾਈਲਾਂ ਕਲੋਜ਼ ਹੋ ਜਾਣੀਆਂ ਸੀਗੀਆਂ। ਮਨ ਜੀਤੇ ਜਗ ਜੀਤਿਆ ਜਾਂ ਤੇ ਵਿਖਿਆ ਤੇ ਹੋਏ ਉਦਾਸ। ਇਸ ਤਰ੍ਹਾਂ ਜਿਹੜਾ ਹੈਗਾ ਉਦਾਸੀ ਆਉਣੀ ਸੀ ਪਾਏ। ਇਸ ਤਰ੍ਹਾਂ ਜਿਹੜੇ ਹੈਗੇ ਤੇਰਾ ਜਿਹੜਾ ਹੈਗਾ ਕਾਬੂ ਪਾ ਸਕਣਾ ਸੀ ਤੂੰ ਆਪਣੇ ਜਿਹੜਾ ਮਨ ਜਿਹੜਾ ਤੇਰਾ ਜਿਹੜਾ ਕਦੀ ਆ ਵੀ ਖਾ ਲਾਂ, ਆ ਵੀ ਲੈ ਲਾਂ, ਆ ਵੀ ਕਾਮ ਦਾ ਸਵਾਦ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਸਾਰੇ ਪਦਾਰਥ ਦੁਨੀਆ ਦੇ ਜਿਹੜਾ ਹੈਗਾ ਮਨ ਜਿਹੜਾ ਹੈਗਾ ਤੇਰਾ ਕਿਸੇ ਪਾਸਿਓਂ ਰੱਜਦਾ ਹੀ ਨਹੀਂ ਹੈਗਾ। ਅਤੇ ਇਹਨੇ ਇਸ ਤਰੀਕੇ ਦੇ ਨਾਲ ਰੱਜ ਜਾਣਾ ਸੀ ਪਾਏ। ਇਹ ਵਿਖਿਆ ਜੋ ਮਾਲਕ ਨੇ ਗੇਮ ਪਾਈ ਹੋਈ ਆ, ਇਹ ਸਵਾਦ, ਇਹ ਰਸਕਸ, ਇਹ ਮੋਹ, ਇਸ 'ਚੋਂ ਜਿਹੜਾ ਹੈਗਾ ਉਦਾਸ ਹੋ ਜਾਣਾ ਸੀਗਾ। ਹਾਂਜੀ ਵੀਰ ਜੀ, ਠੀਕ ਹੈ ਜੀ। ਉਹ ਕਹਿੰਦੇ ਨੇ ਜਟਾ ਪਸਮ ਲੇਪਨ ਕੀਆ ਕਹਾ ਗੁਫਾ ਮੈਂ ਵਾਸ। ਕਿੱਥੇ ਕਾਹਦੇ ਵਾਸਤੇ ਕਹਿੰਦਾ ਗੁਫਾ ਦੇ ਵਿੱਚ ਜਾ ਕੇ ਵਾਸ ਕੀਤਾ ਹੈ ਤੂੰ? ਇਹ ਕਿਉਂ ਕੀਤੇ ਸਾਰੇ ਕੁਛ? ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਇਹਨਾਂ ਨੂੰ, ਜਨੇਊ ਮੈਨੂੰ ਪਾਉਣ ਆ ਗਿਆ, ਤੂੰ ਆਪਣੀ ਅੱਖਾਂ ਨੂੰ ਜਨੇਊ ਪਾਇਆ, ਹਾਂ ਤੂੰ ਆਪਣੇ ਪੈਰਾਂ ਨੂੰ ਜਨੇਊ ਪਾਇਆ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਤੂੰ ਆਪਣੇ ਕੰਨਾਂ ਨੂੰ ਜਨੇਊ ਪਾਇਆ, ਤੂੰ ਆਪਣੇ ਮੂੰਹ ਤੇ ਜਨੇਊ ਪਾਇਆ, ਕਿੱਥੇ ਜਨੇਊ ਪਾਇਆ ਤੂੰ? ਹੁਣ ਵੀ ਜਿਹੜਾ ਜਨੇਊ ਪਾਉਂਦੇ ਗੋਰਖੀ ਸਾਹਿਬ, ਹੁਣ ਵੀ ਇਹੀ ਕੁਛ ਹੋ ਰਿਹਾ, ਹੁਣ ਵੀ ਇਹੀ ਕੁਛ ਹੋ ਰਿਹਾ ਆ। ਬਸ ਆਊਟਰ ਜਿਹੜਾ ਹੈਗਾ ਸਾਰੇ ਜਿਹੜੇ ਹੈਗੇ ਆਪਾਂ ਨੇ ਜਿਹੜਾ ਜੋ ਵੀ ਸ਼ਿੰਗਾਰ ਕੀਤਾ ਹੋਇਆ ਹੈ ਉਹਦੇ ਉੱਤੇ ਹੀ ਆਪਾਂ ਕੇਂਦਰਿਤ ਹੈਗੇ। ਹਰੇਕ ਧਰਮ ਦੇ ਵਿੱਚ ਦੇਖ ਲਓ, ਹਰੇਕ ਧਰਮ ਦੇ ਵਿੱਚ। ਹਾਂਜੀ ਮੈਂ ਨਾ ਨਿੱਜਰ ਸਾਹਿਬ, ਜੋ ਚੀਜ਼ ਅੱਜ ਪ੍ਰਚਾਰ ਕੀਤੀ ਜਾ ਰਹੀ ਹੈ, ਚਾਹੇ ਕੋਈ ਨਿਰੰਕਾਰੀ ਬਣ ਰਿਹਾ, ਚਾਹੇ ਕੋਈ ਸਿੱਖ, ਚਾਹੇ ਕ੍ਰਿਸਚਨ, ਚਾਹੇ ਕੋਈ ਹਿੰਦੂ, ਚਾਹੇ ਮੁਸਲਿਮ, ਉਹ ਬਾਹਰੋਂ ਧਾਰਮਿਕ ਬਣਨਾ ਦਿਖਾਈ ਦੇਣਾ ਚਾਹੁੰਦਾ ਹੈ, ਪਰ ਅੰਦਰੋਂ ਧਾਰਮਿਕ ਨਹੀਂ ਉਹ ਬਣਨਾ ਚਾਹੁੰਦਾ। ਨਹੀਂ, ਬਿਲਕੁਲ ਨਹੀਂ। ਇਹ ਬਿਲਕੁਲ ਸਹੀ ਗੱਲ ਹੈ, 100% ਸਹੀ ਗੱਲ ਹੈ। ਆਪਾਂ ਤਾਂ ਆਪਣਾ ਦੇਖੀਏ, ਮੈਂ ਤਾਂ ਆਪਣੇ ਉੱਤੇ ਸਾਰਾ ਘਟਾਈਏ ਭਾਈ। ਮੈਨੂੰ ਤਾਂ ਇਹ ਆ ਵੀ ਆਪਾਂ ਸਹੀ ਹੋ ਗਏ, ਬਾਕੀ ਦੁਨੀਆ ਸਹੀ ਹੋ ਜੂਗੀ। ਸਾਨੂੰ ਦੁਨੀਆ ਨਾਲ ਮਤਲਬ ਨਹੀਂ ਆ, ਅਸੀਂ ਆਪਣੇ ਵਾਸਤੇ ਕਹਿ ਰਹੇ ਹਾਂ ਭਾਈ, ਆਪਾਂ ਇਸ ਤਰ੍ਹਾਂ ਦੇ ਹੈਗੇ ਹਾਂ, ਬਸ ਇੰਨਾ ਹੀ ਮੀਨਿੰਗ ਹੈ। ਹਾਂਜੀ ਬੇਟੀ, ਹਾਂ ਇਹਦੇ ਵਿੱਚ ਦੇਖੋ ਪਤਾ ਕੀ ਆ, ਜੇਕਰ ਇੰਨੇ ਧਰਤੀ ਤੇ ਲੋਕ ਚੰਗੇ ਹੋਣ ਤੇ ਧਰਤੀ ਥੋੜੀ ਸ਼ਾਂਤੀ ਨਜ਼ਰ ਆ। ਬਿਲਕੁਲ ਸ਼ਾਂਤੀ ਨਜ਼ਰ ਆ ਜਾਏ। ਇਹ ਤਾਂ ਪੁੱਠਾ ਹੋ ਰਿਹਾ ਕੰਮ, ਤਾਂ ਕਾਰਵਾਈ ਤਾਂ ਪੁੱਠੀ ਹੋ ਰਹੀ ਹੈ ਗੋਰਖੀ ਸਾਹਿਬ। ਉਲਟਾ ਇਹ ਤੇ ਕਰੇਲਾ ਤੇ ਨਿੰਮ ਚੜਿਆ ਵਾ। ਬਿਲਕੁਲ ਸਹੀ ਗੱਲ। ਉਹਨੂੰ ਜਿਹੜੇ ਬੰਦੇ ਨੇ ਮੇਕਅਪ ਕੀਤਾ, ਤੁਸੀਂ ਉਹਨੂੰ ਕਹਿ ਦਿਓ ਵੀ ਏਦਾਂ ਕਰ ਲਾ, ਉਹ ਕਹਿੰਦਾ ਤੈਨੂੰ ਪਤਾ ਮੈਂ 20 ਸਾਲ ਤੋਂ ਇੱਥੇ ਆ ਰਿਹਾ, ਨਿਤਨੇਮੀ ਹੈਗਾ ਮੈਂ। ਹਾਂ ਬਿਲਕੁਲ। ਤੈਨੂੰ ਪਤਾ ਕਿੰਨੇ ਮੈਂ ਪਾਠ ਕੀਤੇ। ਉਹ ਬਾਣੀ ਉਹਨੂੰ ਕਹੋ ਵੀ ਭਾਜੀ ਗੁਰੂ ਗ੍ਰੰਥ ਸਾਹਿਬ ਚ ਕਿਤੇ ਲਿਖਿਆ ਕਿੰਨੇ ਕੁ ਪਾਠ ਕਰਨੇ, ਦਿਖਾਓ ਕਿੱਥੇ ਲਿਖਿਆ। ਉਹ ਕਹਿੰਦਾ ਸਾਨੂੰ ਉਹ ਨਾ ਪੁੱਛ, ਸਾਨੂੰ ਰਹਿਤ ਮਰਿਆਦਾ ਦੱਸੀ ਗਈ ਹੈ, ਏਦਾਂ ਚੱਲਾਂਗੇ। ਉੱਥੇ ਕਿਹਾ ਵਾ ਕਿ ਤੂੰ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹਿੰਦੇ ਜਨੇਊ ਤੇ ਰੌਲਾ ਪਾਤਾ ਕਿ ਨਹੀਂ ਤੇਰਾ ਜਨੇਊ ਬਰਾਬਰ ਨਹੀਂ ਹੈਗਾ। ਤੇ ਹੁਣ ਸਾਨੂੰ ਪੁੱਛੀਏ ਅਸੀਂ ਕਿੰਨੇ ਜਨੇਊ ਪਾਇਆ ਉਹਦਾ ਜਿਹੜੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਪਾਉਣ ਵਾਸਤੇ ਕਹਿ ਕੇ ਗਏ? ਨਾ ਬਿਲਕੁਲ ਨਹੀਂ ਪਾਇਆ। ਪਾਇਆ ਕਿਸੇ ਨੇ ਦੱਸੋ? ਲਿਆਓ ਬੰਦਾ ਫੜ ਕੇ। ਔਖਾ ਵਾ ਬੰਦਾ, ਤਾਂਹੀਓ ਬਾਣੀ ਕਹਿੰਦੀ ਆਖਣਾ ਔਖਾ ਸਾਚਾ ਨਾ ਬੜਾ ਔਖਾ। ਇਹ ਵੀ ਕਹਿੰਦੇ ਕਹਿ ਨਹੀਂ, ਤੂੰ ਫਿਕਰ ਨਾ ਕਰ, ਉੱਥੇ ਤੇ ਹੱਥ ਖੜੇ ਕਰਨ ਦੀ ਲੋੜ ਹੈ, ਬਾਕੀ ਕੁਛ ਵੀ ਕਰਨ ਦੀ ਲੋੜ ਨਹੀਂ, ਬਾਕੀ ਕੁਦਰਤ ਨੇ ਆਪੇ ਕਰ ਦੇਣਾ। ਤੂੰ ਐਡੀ ਵੱਡੀ ਨੌਕਰੀ ਤੇ ਬੈਠਾ, ਤੂੰ ਏਡਾ ਘਰ ਬਣਾ ਲਿਆ, ਤੂੰ ਐਡੀ ਫੈਕਟਰੀ ਬਣਾ ਲਈ, ਤੂੰ ਇੰਨਾ ਘਰ ਪਰਿਵਾਰ ਚਲਾਉਂਦੇ ਆ, ਤੂੰ ਕੁਛ ਵੀ ਨਹੀਂ ਕੀਤਾ, ਤੂੰ ਕੇਵਲ ਹੱਥ ਖੜਾ ਕੀਤਾ ਹੈ, ਤੂੰ ਇੱਛਾ ਜ਼ਾਹਰ ਕੀਤੀ, ਉਹ ਚੀਜ਼ਾਂ ਤੈਨੂੰ ਮਿਲਦੀਆਂ ਪਈਆਂ ਨੇ। ਤੇ ਜਿੱਦਾਂ ਤੂੰ ਬ੍ਰਹਮ ਨੂੰ ਮਿਲਣ ਦੀ ਗੱਲ ਕਰੇਗਾ ਨਾ, ਉਦੋਂ ਤੈਨੂੰ ਬ੍ਰਹਮ ਮਿਲੂਗਾ, ਤੇਰੀ ਲਿਸਟ ਚ ਨਹੀਂ ਹੈਗਾ, ਇਸ ਕਰਕੇ ਤੈਨੂੰ ਬ੍ਰਹਮ ਨਹੀਂ ਮਿਲ ਰਿਹਾ। ਬਸ ਬਸ ਬਹੁਤ ਵਧੀਆ ਜੀ, ਬਿਲਕੁਲ ਸਹੀ। ਤੇਰੀ ਲਿਸਟ ਚ ਕੇਵਲ ਮੇਕਅਪ ਹੈ, ਤੇ ਇਸ ਕਰਕੇ ਤੈਨੂੰ ਮੇਕਅਪ ਹੀ ਮਿਲ ਰਿਹਾ ਵਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ। ਅਗਲੀ ਲਾਈਨ ਦੇ ਵਿੱਚ ਕਬੀਰ ਸਾਹਿਬ ਇਹੀ ਕਹਿ ਰਹੇ ਅਗਲੇ ਬੰਦ ਦੇ ਵਿੱਚ। ਹਾਂਜੀ ਅੱਗੇ ਚੱਲੀਏ। ਦੇਖ ਲਓ, ਕਹਿੰਦੇ ਅੰਜਨ ਦੇ ਸਭੈ ਕੋਈ ਟੁਕ ਚਾਹਨ ਮਾਹੇ ਬਿਡਾਨ। ਕਹਿੰਦੇ ਸਾਰੇ ਹੀ ਜਿਹੜੇ ਹੈਗੇ ਬ੍ਰਹਮ ਗਿਆਨੀ ਹੋਣਾ ਚਾਹੁੰਦੇ ਆ, ਸਾਰੇ ਹੀ ਜਿਹੜੇ ਹੈਗੇ ਉਹ ਜਿਹੜੇ ਹੈਗੇ ਜੋਗੀ ਬਣਨਾ ਚਾਹੁੰਦੇ ਆ, ਸਾਰੇ ਹੀ ਜਿਹੜੇ ਦਿਖਣਾ ਚਾਹੁੰਦੇ ਆ ਧਾਰਮਿਕ, ਸਾਰੇ ਅੰਜਨ ਪਾ ਰਹੇ। ਅੰਜਨ ਦਾ ਮਤਲਬ ਹੁੰਦਾ ਸੁਰਮਾ, ਸਾਰੇ ਸੁਰਮਾ ਪਾ ਰਹੇ ਭਾਈ। ਟੁਕ ਚਾਹਨ ਮਾਹੇ ਬਿਡਾਨ ਕਹਿੰਦੇ, ਪਰ ਉਹਨਾਂ ਦਾ ਬੈਂਟ ਆਫ ਮਾਈਂਡ ਕੀ ਹੈਗਾ? ਸੁਰਮਾ ਕਾਹਦੇ ਵਾਸਤੇ ਪਾ ਰਹੇ ਆ? ਕੀ ਉਹਨਾਂ ਦਾ ਇੰਟਰਸਟ ਕੀ ਹੈਗਾ? ਇਹ ਡਰੈਸ ਕੋਡ ਕਾਹਦੇ ਵਾਸਤੇ ਹੈਗਾ?
ਕਿਉਂ ਜਿਹੜਾ ਹੈਗਾ ਬਾਹਰ ਹੀ ਜਿਹੜਾ ਹੈਗਾ ਸਾਰੇ ਜਿਹੜੇ ਹੈਗੇ ਇਹ ਰਹਿਤ ਮਰਿਆਦਾ ਸਾਰੀ ਕਾਹਦੇ ਵਾਸਤੇ ਹੈਗੀ ਹੈ? ਉਹਦਾ ਪਰਪਸ ਕੀ ਹੈਗਾ? ਅੰਜਨ ਦੇ ਸਭ ਹੈ ਕੋਈ, ਸਾਰੇ ਦੇਖ ਲਓ, ਜਿਹੜਾ ਮਰਜੀ ਪੁੱਛ ਲਓ, ਸਾਰੇ ਜਿਹੜੇ ਹੈਗੇ ਉਹ ਕਹਿੰਦੇ ਜੀ ਇੰਨੇ 1 ਲੱਖ ਨੂੰ ਪਤਾ ਨਹੀਂ ਇੰਨੇ ਲੱਖ ਨੂੰ ਅੰਮ੍ਰਿਤ ਛਕਾਤਾ, ਇੰਨਿਆਂ ਨੂੰ ਆਹ ਕਰਤਾ। ਹਰੇਕ ਧਰਮ ਦੇ ਵਿੱਚ ਈਸਾਈ ਦੇਖ ਲਓ ਇੰਨੇ ਬੈਪਟਾਈਜ਼ ਕਰਤੇ, ਮੁਸਲਮਾਨ ਇੰਨੇ, ਆ ਸਾਰੇ ਹਰੇਕ ਧਰਮ ਦੇ ਵਿੱਚ ਆਹੀ ਕੁਛ ਹੋ ਰਿਹਾ ਔਰ ਲੜ ਰਹੇ ਆ ਵੀ ਇਹਨਾਂ ਨੇ ਸਾਡੇ ਬੰਦੇ ਉੱਧਰ ਨੂੰ ਆਪਣੇ ਧਰਮ 'ਚ ਲੈ ਲਏ, ਉਹਨਾਂ ਨੇ ਉੱਧਰ ਲੈ ਲਏ। ਬਸ ਇਹ ਸਿਰਫ ਡਰੈਸ ਕੋਡ ਹੀ ਚੱਲ ਰਿਹਾ ਹੈ ਸਾਰਾ ਦਾ ਸਾਰਾ। ਇਹ ਅੰਜਨ ਹੀ ਹੈਗਾ ਸਾਰਾ। ਅੰਜਨ ਦੇ ਸਭੈ ਕੋਈ ਟੁਕ ਚਾਹਨ ਮਾਹੇ ਵਿਡਾਨ। ਕਹਿੰਦੇ ਉਹਦੇ ਅੰਦਰੋਂ ਜਿਹੜੇ ਮਾੜਾ ਜਿਹਾ ਟੁਕ, ਇੰਨਾ ਕੁ ਮਾੜਾ ਜਿਹਾ ਉਹਦੇ ਅੰਦਰ ਕੀ ਹੈਗਾ, ਅੰਦਰ ਕੀ ਚਾਹੁੰਦਾ ਹੈ ਉਹ ਤਾਂ ਦੇਖੋ ਨਾ ਯਾਰ। ਉਹਦੇ ਵਿੱਚ ਸਾਰਾ ਕੁਛ ਪਿਆ ਹੋਇਆ। ਅੰਜਨ ਦੇ ਸਭੈ ਕੋਈ ਟੁਕ ਚਾਹਨ ਮਾਹੇ ਵਿਡਾਨ, ਗਿਆਨ ਅੰਜਨ ਜਿਹ ਪਾਇਆ ਤੇ ਲੋਇਨ ਪਰਵਾਨ। ਬਸ ਕਹਿੰਦੇ ਉਹਨੇ ਅੰਜਨ ਕਾਹਦੇ ਵਾਸਤੇ ਪਾਇਆ ਆ? ਗਿਆਨ ਅੰਜਨ ਜਿਹੜਾ ਹੈਗਾ, ਇਹ ਗਿਆਨ ਜਿਹੜਾ ਹੈਗਾ ਇਹ ਅੰਜਨ ਹੈਗਾ। ਗਿਆਨ ਇਹਨੂੰ ਲੈਣਾ ਹੈ ਆਪਾਂ ਨੇ, ਆਪਣੇ ਮਨ ਦੀਆਂ ਅੱਖਾਂ 'ਚ ਪਾਉਣਾ ਹੈ ਗਿਆਨ ਜਿਹੜਾ। ਜਿਹੜੇ ਕਬੀਰ ਸਾਹਿਬ ਬੋਲ ਰਹੇ ਆ, ਇਹਨੂੰ ਆਪਾਂ, ਇਹ ਸੁਰਮਾ ਹੈਗਾ ਆਪਣਾ, ਇਹਦੇ ਨਾਲ ਆਪਾਂ ਨੂੰ ਦਿਸਣਾ ਹੈਗਾ, ਇਹਦੇ ਨਾਲ ਆਪਣੀ ਟਿਊਬਲਾਈਟ ਜਗਣੀ ਹੈ। ਗਿਆਨ ਅੰਜਨ ਜਿਹ ਪਾਇਆ ਤੇ ਲੋਇਨ ਪਰਵਾਨ। ਕਹਿੰਦੇ ਉਹ ਲੋਇਨ ਪਰਵਾਨ ਆ ਪਾਏ ਜਿਹਨੇ ਇਸ ਅੰਜਨ ਨੂੰ ਪਰਮਾਤਮਾ ਦੇ ਵਾਸਤੇ ਪਾਇਆ ਹੈ, ਮਾਲਕ ਪਰਮਾਤਮਾ ਨੂੰ ਮਿਲਣ ਵਾਸਤੇ, ਆਪਣੀ ਆਤਮਾ ਨੂੰ ਜਿਹੜੇ ਆਪਣੇ ਵਿਚਾਰ ਜਿਹੜੇ ਹੈਗੇ ਉਹਨਾਂ ਨੂੰ ਛੱਡਣ ਵਾਸਤੇ ਜਿਹੜਾ ਹੈਗਾ, ਭਗਤੀ ਵਾਸਤੇ ਜਿਹੜਾ ਹੈਗਾ, ਉਹਨੇ ਆ ਗਿਆਨ ਲਿਆਇਆ। ਉਹ ਲੋਇਨ ਪਰਵਾਨ ਹੈਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਆ ਕਿ ਅੰਜਨ ਦੇ ਸਭੇ ਕੋਈ ਟੁਕ ਚਾਹਨ ਮਾਹੇ ਵਿਡਾਨ। ਸਾਰੇ ਹੀ ਸੁਰਮਾ ਤਾਂ ਸਾਰੇ ਪਾਉਂਦੇ ਆ, ਪਰ ਪਰਪਸ ਕੀ ਹੈਗਾ ਸੁਰਮੇ ਪਾਉਣ ਦਾ? ਕੋਈ ਜੋਤੀ ਅੱਖਾਂ ਦੀ ਜਿਹੜੀ ਹੈਗੀ, ਜਿਹੜਾ ਸੁਰਮਾ ਜਿਹੜਾ ਹੈਗਾ, ਸੁਰਮਾ ਮਤਲਬ ਗਿਆਨ ਜਿਹੜਾ ਹੈਗਾ, ਕੋਈ ਲੈਂਦਾ ਹੈ ਗਿਆਨ ਵੀ ਮੈਨੂੰ ਸਹੀ ਰਸਤਾ ਪਤਾ ਲੱਗ ਜਾਏ, ਤੇ ਉਹ ਅੰਜਨ ਤਾਂ ਪਰਵਾਨ ਆ। ਬਾਕੀ ਜਿਹੜੇ ਹੈਗੇ ਉਹ ਤਾਂ ਸਾਰੇ ਜਿਹੜੇ ਖਾਲੀ ਸ਼ੋਅ, ਆਪਣੇ ਆਪ ਨੂੰ ਸੁੰਦਰ ਦਿਖਾਉਣ ਵਾਸਤੇ ਜਾਂ ਧਾਰਮਿਕ ਦਿਖਾਉਣ ਵਾਸਤੇ ਅੰਜਨ ਪਾਏ ਜਾਂਦੇ ਆ, ਤੇ ਉਹਦੇ ਨਾਲ ਤਾਂ ਕੁਛ ਨਹੀਂ ਹੋਣਾ ਜੀ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿੰਦੇ ਕਿ ਮੇਕਅਪ ਕੀਤਿਆਂ ਤੇਰੇ ਅੰਦਰ ਉਹ ਖੂਬਸੂਰਤੀ ਨਹੀਂ ਪੈਦਾ ਹੋ ਸਕਦੀ। ਹੁਣ ਤੁਸੀਂ ਦੇਖੋ ਕਿ ਇਹਦੇ ਮੂੰਹ ਤੇ ਲਾ ਦੋ ਰੰਗ ਰੁੰਗ ਜਿਹਾ, ਤੇ ਉਹ ਕੀ ਗੱਲਾਂ ਲਾਲ ਹੋ ਜਾਣਗੀਆਂ ਉਹਦੀਆਂ? ਪੰਗਾ ਤੇ ਹੋਈ ਹੈ। ਪਰ ਜੇ ਮੇਕਅਪ ਲਾਇਆ ਸਾਡੀਆਂ ਗੱਲਾਂ ਲਾਲ ਨਹੀਂ ਹੋ ਸਕਦੀਆਂ, ਤੇ ਫਿਰ ਧਰਮ ਦੇ ਵਿੱਚ ਆਪਾਂ ਏਦਾਂ ਕਿੱਦਾਂ ਸੋਚ ਰਹੇ ਹਾਂ? ਕਿਉਂ ਏਦਾਂ ਸੋਚਦੇ ਹਾਂ ਕਿ ਬਾਹਰੀ ਪਹਿਰਾਵਾ ਬਦਲਣ ਦੇ ਨਾਲ ਸਾਡਾ ਅੰਦਰਲਾ ਵੀ ਸਾਰਾ ਕੁਝ ਬਦਲ ਜਾਏ? ਜੇ ਸਭ ਕੋਸ਼ਿਸ਼ ਉਹੀ ਚੱਲ ਰਹੀ ਹੈ। ਬਿਲਕੁਲ ਇਹੀ ਚੱਲਦੀ ਆ। ਤੁਸੀਂ ਬਾਹਰੋਂ ਚੰਗੇ ਕੱਪੜੇ ਪਾ ਲੋਗੇ ਤੇ ਅੰਦਰੋਂ ਕਿੱਦਾਂ ਪਵਿੱਤਰ ਹੋ ਜਾਓਗੇ। ਵੇਖੋ ਬੰਗਲੇ ਭਗਤ ਬੜੇ ਨੇ, ਕਿੱਦਾਂ ਚਿੱਟੇ ਸੂਟ ਪਾਉਂਦੇ ਨੇ, ਚਿੱਟੀਆਂ ਪੱਗਾਂ, ਚਿੱਟੀਆਂ ਜੁੱਤੀਆਂ। ਆਹ ਬਾਬਾ ਜਿਹੜਾ ਵਾ, ਮੈਂ ਕਈ ਬਾਬੇ ਵੇਖੇ, ਨਾ ਕੀ ਲੈਣਾ ਵਿਚਾਰੇ ਦਾ, ਕਿਉਂ ਇਹ ਪਰਮਾਤਮਾ ਦੀ ਜਗ੍ਹਾ ਤੇ ਪਰਦਾ ਪਾਤਾ? ਮੈਂ ਤਾਂ ਸੋਚਦਾ ਕਿੱਦਾਂ ਜਰਾਬਾਂ ਚਿੱਟੀਆਂ, ਉਹਦੀਆਂ ਜੁੱਤੀਆਂ ਚਿੱਟੀਆਂ, ਉਹ ਜਿੱਥੇ ਬੈਠਾ ਉਹ ਜਗ੍ਹਾ ਚਿੱਟੀ, ਉਹ ਗੱਡੀ 'ਚ ਬਹਿੰਦਾ ਚਿੱਟੀ, ਉਹਦੀਆਂ ਸੀਟਾਂ ਚਿੱਟੀਆਂ। ਇਹ ਤੇ ਬਿਮਾਰ ਲੋਕ ਨੇ। ਚਿੱਟੇ ਰੰਗ ਦਾ ਮਤਲਬ ਇਹੋ ਹੀ ਪ੍ਰਤੀਕ ਆ, ਸ਼ੁੱਧ ਆ, ਉਹ ਪਵਿੱਤਰ ਆ। ਪਰ ਕੀ ਸੋਚੋਗੇ ਕਿ ਬਾਹਰਲੇ ਕੱਪੜੇ ਚਿੱਟੇ ਪਾਉਣ ਦੇ ਨਾਲ ਉਹ ਪਵਿੱਤਰਤਾ ਤੁਹਾਡੇ 'ਚ ਵੜ ਜਾਊਗੀ? ਜਿੱਦਾਂ ਮੇਕਅਪ ਕਰਕੇ ਆਪਾਂ ਗੱਲਾਂ ਲਾਲ ਕਰ ਲਈਏ, ਮੁੜ ਕੇ ਕਹੀਏ ਸਾਡੀਆਂ ਗੱਲਾਂ 'ਚੋਂ ਟਰਾਂਸਫਰ ਹੋ ਜਾਏ ਲਾਲੀ, ਹੋ ਸਕਦਾ, ਪਰ ਸਾਨੂੰ ਪਤਾ ਨਹੀਂ ਹੋਣੀ। ਪਰ ਧਰਮ ਦੇ ਵਿੱਚ ਆਪਾਂ ਕਿੱਦਾਂ ਸੋਚਦੇ ਕਿ ਆਪਾਂ ਏਦਾਂ ਕੱਪੜੇ ਪਾ ਕੇ ਧਰਮ ਕੁਝ? ਇਹ ਨਹੀਂ ਹੋ ਸਕਦੇ, ਬਿਲਕੁਲ ਨਹੀਂ ਹੋ ਸਕਦੇ। ਹਾਂ, ਇਹ ਕਿ ਖਾ ਪੀ ਕੇ ਕੋਈ ਚੰਗੀਆਂ ਤੁਸੀਂ ਖਾ ਲਓ, ਅਨਾਰ ਨੂਰ ਖਾ ਲਓ, ਲੂਣ ਜਿਹੜਾ ਖੂਨ ਤੁਹਾਡੇ ਅੰਦਰ ਪੈਦਾ ਹੋ ਜੇ, ਉਹ ਵੀ ਨਹੀਂ ਡਿਫਰੈਂਟ ਆ। ਪਰ ਜੇ ਤੁਸੀਂ ਸੋਚੋ ਗੱਲਾਂ ਦੇ ਲਾਲ ਰੰਗ ਲਾ ਕੇ ਲਾਲ ਹੋ ਜਾਣਗੀਆਂ, ਜੇ ਪਹਿਲੀ ਗੱਲ ਤੇ ਹੋਣੀਆਂ ਨਹੀਂ। ਜੇ ਤੁਸੀਂ ਕਰਵਾ ਵੀ ਲਈਆਂ ਤੇ ਉਹ ਨਕਲੀ ਨੇ, ਅਸਲੀ ਨਹੀਂ ਹੈਗੀਆਂ। ਠੀਕ ਹੈ, ਬਾਣੀ ਉਹ ਸਮਝਾ ਰਹੀ। ਅੱਗੇ ਚੱਲੀਏ। ਹਾਂਜੀ ਵੀਰ ਜੀ, ਬਿਲਕੁਲ ਸਹੀ ਗੱਲ ਆ। ਕਹਿ ਕਬੀਰ ਅਬ ਜਾਣਿਆ ਗੁਰੇ ਗਿਆਨ ਦਿਆ ਸਮਝਾਏ। ਆਹ ਦੇਖ ਲਓ ਭਾਈ, ਆਹ ਅੰਜਨ ਹੈਗਾ। ਆਹ ਜਿਹੜਾ ਆਪਾਂ ਲੈ ਰਹੇ ਹਾਂ ਅੰਜਨ ਹੀ ਹੈਗਾ। ਇਹ ਅੰਜਨ ਤੋਂ ਇਲਾਵਾ ਕੁਛ ਨਹੀਂ ਹੈਗਾ। ਇਹ ਜਿਹੜਾ ਗਿਆਨ ਹੈਗਾ, ਇਹ ਬਾਣੀ ਜਿਹੜੀ ਹੈਗੀ, ਇਹ ਸਿਰਫ ਅੰਜਨ ਹੈਗਾ, ਇਹ ਸੁਰਮਾ ਹੈਗਾ ਸਿਰਫ। ਇਹ ਆਪਾਂ ਨੂੰ ਦੇਖਣ ਲਾ ਦੂਗਾ। ਕਹਿੰਦੇ ਕਬੀਰ ਜੀ ਕਹਿੰਦੇ, ਕਹਿ ਕਬੀਰ ਅਬ ਜਾਣਿਆ, ਮੈਨੂੰ ਹੁਣ ਪਤਾ ਲੱਗਿਆ ਵੀ ਸੱਚਾਈ ਕੀ ਹੈਗੀ, ਮੈਂ ਕਰਨਾ ਕੀ ਸੀਗਾ, ਮੈਂ ਜਾਣਾ ਕਿੱਧਰ ਸੀਗਾ। ਮੇਰੇ ਗੁਰੂ ਨੇ ਮੇਰੇ ਅੰਦਰ ਸੁਰਮਾ ਪਾਤਾ, ਮੇਰੀਆਂ ਅੱਖਾਂ ਦੇ ਇਹ ਗਿਆਨ ਦੇ ਕੇ ਮੈਨੂੰ ਸਮਝਾਤਾ ਭਾਈ, ਸੋਝੀ ਪਾਤੀ ਮੈਨੂੰ। ਮੈਂ ਤਾਂ ਬਿਲਕੁਲ ਹੀ ਆਪੋਜ਼ਿਟ ਜਾ ਰਿਹਾ ਸੀਗਾ।
ਮੈਂ ਤਾਂ ਛੱਡਤੀ ਉਹ ਬੋਟ ਜਿਹੜੀ ਹੈਗੀ, ਜਿਹੜੇ ਤੇ ਮੈਂ ਚੜਿਆ ਬੈਠਾ ਸੀਗਾ ਭਾਈ। ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤੂ ਨਾ ਜਾਏ। ਲਓ ਹੋ ਗਈ ਯਾਤਰਾ ਪੂਰੀ। ਕਹਿੰਦੇ ਮੈਂ ਅੰਦਰ ਨੂੰ ਚੱਲਿਆ ਤੇ ਵਿਚਾਰ ਪਾਸੇ ਕੀਤੇ ਤੇ ਅੱਗੇ ਆਤਮਾ ਮਿਲ ਗਈ, ਪਰਮਾਤਮਾ ਮਿਲ ਗਿਆ। ਹੁਣ ਨਹੀਂ ਮੇਰਾ ਮਨ ਕਿਤੇ ਜਾਂਦਾ ਭਾਈ। ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤੂ ਨਾ ਜਾਏ। ਮੈਂ ਅੰਤਰਗਤ ਕੀ ਹੁੰਦਾ? ਆਪਣੇ ਅੰਦਰ। ਮੇਰੀ ਉੱਚੀ ਅਵਸਥਾ ਆਪਣੇ ਅੰਦਰ ਹੋ ਗਈ, ਪਰਮਾਤਮਾ ਮਿਲ ਗਿਆ ਮੈਨੂੰ। ਅਬ ਮੇਰਾ ਮਨ ਕਤੂ ਨਾ ਜਾਏ। ਔਰ ਸ਼ਬਦ ਵੀ ਪੂਰਾ ਹੋ ਗਿਆ ਜੀ। ਹਾਂਜੀ ਵੀਰ ਜੀ ਦੇਖ ਲਓ ਸਾਧ ਸੰਗਤ ਜੀ, ਉੱਥੇ ਕਬੀਰ ਜੀ ਦੀ ਬਾਣੀ ਨੂੰ ਪਤਾ ਨਹੀਂ ਕਿੱਥੇ ਲੋਕ ਤੋੜੀ ਮੋੜੀ ਜਾਂਦੇ ਆ। ਕਬੀਰ ਜੀ ਦੀ ਬਾਣੀ ਤੁਕ, ਹਰ ਇੱਕ ਤੁਕ ਚਲਾ ਕੇ ਕਹਿ ਰਹੀ ਹੈ, ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤੂ ਨਾ ਜਾਏ। ਅੰਦਰ ਹੀ ਲੱਭ ਲਿਆ, ਮੇਰੇ ਅੰਦਰ ਤੇ ਭੇਟਿਆ ਮਤਲਬ ਆਮੇ ਸਾਹਮਣੇ ਗੱਪਾਂ ਨਹੀਂ, ਪ੍ਰੈਕਟੀਕਲ ਗੱਲ ਕਰਦੇ ਨੇ। ਹਾਂ ਇਹ ਵੀ ਸੱਚ ਜੇ ਜਿੰਨਾ ਚਿਰ ਅਸਲੀ ਪਰਮਾਤਮਾ ਨਾ ਮਿਲਦਾ ਉਹਨਾਂ ਚਿਰ ਐਵੇਂ ਨਾ ਠੰਡੇ ਹੋ ਕੇ ਬਹਿ ਜਿਓ। ਤੁਹਾਨੂੰ ਪਤਾ ਲੱਗੂਗਾ ਕਿ ਮੈਂ ਐਸੀ ਜਗ੍ਹਾ 'ਚ ਜਾ ਚੁੱਕੀ ਹਾਂ ਜਿੱਥੇ ਕਬੀਰ ਜੀ ਕਹਿ ਰਹੇ ਨੇ ਉੱਥੇ ਸੂਰਜ ਨਹੀਂ, ਚੰਦਰਮਾ ਨਹੀਂ, ਤਾਰੇ ਨਹੀਂ, ਸਭ ਕੁਛ ਰੁਕ ਗਿਆ ਹੈ, ਇੱਕਦਮ ਬਲੈਕ ਆਊਟ, ਜੈਟ ਬਲੈਕ ਆਊਟ, ਕੋਈ ਨਹੀਂ ਹੈਗਾ ਉੱਥੇ। ਤੁਸੀਂ ਰਹਿ ਜਾਣਾ ਤੇ ਬ੍ਰਹਮ ਨੇ ਰਹਿ ਜਾਣਾ। ਉਦੋਂ ਸਮਝ ਲੈਣਾ ਕਿ ਤੁਸੀਂ ਕੁਝ ਦੇਖਿਆ। ਬਾਕੀ ਜਿਹੜਾ ਜਾ ਰਿਹਾ ਜਹਾਜ਼ ਹਜੇ ਜਾ ਰਿਹਾ, ਇਹ ਪਹੁੰਚਿਆ ਨਹੀਂ, ਉਹ ਗੱਲ ਵੱਖਰੀ ਹੈ। ਚੜ੍ਹਦੇ ਤਾਂ ਆਪਾਂ ਹਾਰਦੇ ਨੇ ਆ, ਪਰ ਇੱਕ ਦਿਨ ਅਵਸਥਾ ਬਣੂਗੀ, ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗੂਗਾ ਕਿ ਐਸਾ ਮੰਡਲ ਹੈ ਜਿੱਥੇ ਮੈਂ ਕਿਤੇ ਨਹੀਂ ਆਇਆ ਸਾਂ ਪਰ ਅੱਜ ਆ ਗਿਆ। ਉੱਤਰੀ ਅਵਸਥਾ ਹੈ ਜਾਗਰਤ, ਸਪਨ, ਸੁਖਾਪਤੀ। ਇਹ ਨਿਰਵਿਚਾਰ ਹੋਣਾ ਇੱਕ ਅਲੱਗ ਚੀਜ਼ ਆ, ਨਿਰਵਿਚਾਰ ਤੋਂ ਵੀ ਅੱਗੇ ਜਾਣਾ ਹੈ। ਤੇ ਤੁਰੀ ਅਵਸਥਾ ਜਿੱਥੇ ਇਹ ਬ੍ਰਹਮ ਜਿਹੜਾ ਇੱਕ ਹੋ ਜਾਂਦਾ, ਜੋ ਆਖਰੀ ਤੱਤ ਆ, ਆਤਮਾ ਤੱਤ, ਉੱਥੇ ਜਦੋਂ ਤੁਹਾਡਾ ਪ੍ਰਵੇਸ਼ ਹੋਇਆ, ਹੁਣ ਤੁਹਾਨੂੰ ਪਤਾ ਲੱਗੂ ਹੁਣ ਸਭ ਕੁਛ ਰੁਕ ਗਿਆ ਹੈ, ਕਿਉਂਕਿ ਉਹ ਧੁਰਾ ਹੈ, ਬ੍ਰਹਮ ਦਾ ਧੁਰਾ ਹੈ, ਸਾਰੇ ਬ੍ਰਹਿਮੰਡ ਦਾ ਧੁਰਾ। ਇੱਕ ਪਾਰ ਬ੍ਰਹਮ ਹੈ, ਇੱਕ ਬ੍ਰਹਮ ਹੈ। ਇਹ ਜਿਹੜਾ ਦਿਖਾਈ ਦੇ ਰਿਹਾ ਸਾਰਾ ਬ੍ਰਹਮ ਹੈ। ਪਾਰ ਬ੍ਰਹਮ ਉਹ ਅਰੂਪ ਬ੍ਰਹਮ ਹੈ, ਉਹ 'ਚ ਰੂਪ ਨਹੀਂ ਹੈਗਾ, ਅਰੂਪ ਹੈ। ਤਾਂ ਉਹ ਬਾਣੀ ਕਹਿੰਦੀ ਰੂਪ, ਰੰਗ ਤੇ ਰੇਖ ਤੋਂ ਪਰੇ ਹੈ, ਅਰੂਪ ਹੈ, ਉੱਥੇ ਕਾਲ ਨਹੀਂ ਹੈਗਾ। ਔਰ ਜਿੱਦਣ ਤੁਸੀਂ ਉਹ ਕਾਲ ਦੇ ਵਿੱਚ ਅਕਾਲ 'ਚ ਚੱਲ ਗਏ, ਇਸ ਅਕਾਲ ਤੋਂ ਅੱਗੇ ਲੰਘ ਗਏ, ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਹੁਣ ਅੰਦਰ ਦੀ ਜਿਹੜੀ ਘੜੀ ਚੱਲਦੀ ਉਹ ਬੰਦ ਹੋ ਗਈ, ਫਿਰ ਬੰਦ ਹੋ ਜਾਏਗੀ ਹੌਲੀ ਹੌਲੀ ਕਰਕੇ। ਫਿਰ ਕੁਛ ਕਰਨ ਦੀ ਲੋੜ, ਉਹਨੇ ਆਪੇ ਬੰਦ ਕਰ ਦੇਣੀ ਅੰਦਰ। ਪਵਿੱਤਰਤਾ ਵੀ ਆਪੇ ਖਤਮ ਕਰ ਦੇਣੀ ਉਹਨੇ, ਕਿਉਂਕਿ ਉੱਥੇ ਉਹਦੀ ਰਿਕੁਆਇਰਮੈਂਟ ਪਤਾ ਕੀ ਹੈ, ਉਹ ਕਹਿੰਦਾ ਚੁੱਪ ਕੇ ਆ ਜਾ ਬਸ। ਕੋਈ ਜ਼ਿਆਦਾ ਰਿਕੁਆਇਰਮੈਂਟ ਨਹੀਂ ਗੀ ਬ੍ਰਹਮ ਦੀ, ਬਹੁਤ ਸਿੰਪਲ ਜੀ ਰਿਕੁਆਇਰਮੈਂਟ ਹੈ। ਲੋਕਾਂ ਨੇ ਤੇ ਐਵੇਂ ਪਤਾ ਨਹੀਂ ਕਹਾਣੀਆਂ ਪਾਤੀਆਂ। ਆਪ ਸਾਰੀ ਬਾਣੀ ਪੜ੍ਹੋ, ਕੇਵਲ ਇਹ ਚਿੱਤ ਤੋਂ ਅੱਗੇ ਜਾਣ ਵਾਸਤੇ ਗੱਲ ਕੀਤੀ ਗਈ ਆ, ਮਨ ਤੋਂ ਅੱਗੇ ਜਾਣ ਵਾਸਤੇ ਗੱਲ ਕੀਤੀ ਆ। ਮਨ, ਬੁੱਧੀ, ਚਿੱਤ, ਹੰਕਾਰ, ਇਸ ਦੇ ਵਿੱਚ ਚੱਲਣ ਨੂੰ ਕਿਹਾ ਗਿਆ ਹੈ, ਸਮਝਾਇਆ ਕਿ ਕਿੱਦਾਂ ਬਚਣਾ ਹੈ, ਕਿੱਦਾਂ ਗੱਡੀ ਸਹੀ ਤਰੀਕੇ ਨਾਲ ਚਲਾਉਣੀ ਆ। ਹੁਣ ਜਿਹੜਾ ਬੰਦਾ ਜਹਾਜ਼ ਚਲਾਉਂਦਾ, ਉਹਨੂੰ ਕੀ ਹੈ, ਉਹਨੇ ਗਿਆਨ ਲੈ ਲਿਆ, ਉਹਨੂੰ ਕੰਟਰੋਲ ਕਰਨਾ ਆ ਗਿਆ, ਜਾਂ ਇਹਨੂੰ ਸੱਜੇ ਖੱਬੇ ਉੱਪਰ ਥੱਲੇ ਲੈਂਡ ਕਰਨਾ, ਅਪ ਕਰਨਾ, ਉਹ ਸਭ ਗਿਆਨ ਹੋ ਗਿਆ ਉਹਨੂੰ। ਬਿਲਕੁਲ ਜਿਹਨੇ ਗਿਆਨ ਪ੍ਰਾਪਤ ਕੀਤਾ ਉਹਨੂੰ ਜਹਾਜ਼ ਚਲਾਉਣਾ ਆਉਣਾ। ਜੇ ਆਪਾਂ ਕਰਾਂਗੇ, ਉਹ ਫਿਰ ਕਹਿੰਦੇ ਨੇ ਕਿ ਕਹਿੰਦੇ ਆ ਗਿਆਨ ਅੰਜਨ ਜਿਹ ਪਾਇਆ ਤੇ ਲੋਈ ਪਰਵਾਨ। ਜਿਨ੍ਹਾਂ ਨੂੰ ਜਹਾਜ਼ ਡਾਉਣਾ ਆ ਗਿਆ, ਅਗਲੇ ਕਹਿੰਦੇ ਵੀ ਬੰਦਾ ਸਹੀ ਤਰ੍ਹਾਂ ਜਹਾਜ਼ ਡਾਉਂਦਾ, ਇਹਨੂੰ ਪਾਸ ਕਰੋ, ਹਲਕਾ। ਕੋਈ ਇਹ ਚੀਜ਼ਾਂ ਹੈਗੀਆਂ ਨੇ, ਠੀਕ ਹੈ। ਤੇ ਗਿਆਨ ਜਿਹੜਾ ਹੈ ਉਹ ਸੰਗਤ ਚ ਮਿਲਦਾ ਹੈ ਥੋੜਾ ਬਹੁਤ, ਬਾਕੀ ਤੁਸੀਂ ਆਪ ਪ੍ਰਾਪਤ ਕਰਨਾ। ਸੰਗਤ ਚ ਬਹਿ ਕੇ ਬਾਣੀ ਨੂੰ ਵਿਚਾਰੋ। ਬਾਣੀ ਦਾ ਮਤਲਬ ਇਹ ਆ, ਦੇਖੋ ਬਾਣੀ ਦੀ ਜਦੋਂ ਕਥਾ ਚੱਲਦੀ ਹੈ, ਉਸ ਟਾਈਮ ਤੇ ਉਹਨਾਂ ਸੰਤਾਂ ਨੇ ਕੀ ਕਿਹਾ, ਉਹਨਾਂ ਦਾ ਮਤਲਬ ਕੀ ਹੈ। ਪਰਮਾਰਥ ਕਥਾ ਉਹਨੂੰ ਕਹਿੰਦੇ ਆਪਾਂ। ਜੋ ਮੈਂ ਜਾਂ ਨਿੱਜਰ ਸਾਹਿਬ ਕੱਢਦੇ ਆ, ਉਹ ਇੱਕ ਅਲੱਗ ਚੀਜ਼ ਹੈ, ਉਹ ਸਾਡਾ ਇੱਕ ਦ੍ਰਿਸ਼ਟੀਕੋਣ ਹੈ। ਪਰ ਜਿਹੜੀ ਬਾਣੀ ਜੋ ਬੋਲਣਾ ਚਾਹੁੰਦੀ ਹੈ, ਜਦੋਂ ਉਹ ਸੰਤ ਨੇ ਉਚਾਰਨ ਕੀਤੀ, ਜਦੋਂ ਉਸ ਬ੍ਰਹਮ ਗਿਆਨੀ ਨੇ ਜਾਂ ਕਿਸੇ ਭਗਤ ਨੇ ਉਚਾਰਨ ਕੀਤੀ, ਉਹ ਅਸਲ ਚ ਕਹਿਣਾ ਕੀ ਚਾਹੁੰਦਾ ਸੀ ਇਨਸਾਨ। ਉਸ ਮਤਲਬ ਨੂੰ ਯਥਾਰਕ ਤੌਰ ਤੇ ਬਾਣੀ ਚ ਕਿਹਾ ਗਿਆ, ਜੈਸੀ ਆਵੇ ਖਸਮ ਕੀ ਬਾਣੀ ਤੈਸਾ ਕਰਾਂ ਗਿਆਨ ਵੇ ਲਾਲੋ। ਜਿੱਦਾਂ ਦੀ ਬਾਣੀ,
ਹਾਂ ਹਨਾ ਏਦਾਂ ਦੀ ਤੁਕ ਬੋਲੀ ਨਾ। ਹਾਂਜੀ, ਤੈਸੜਾ ਕਰੀ ਗਿਆਨ ਵੇ ਲਾ ਲੋ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਹਾਂਜੀ ਵੀਰ ਜੀ। ਉਹ ਕਹਿੰਦੇ ਮੈਂ ਜਿੱਦਾਂ ਦਾ ਪਿਓਰ ਮਗਰੋਂ ਚੀਜ਼ ਆ ਗਈ, ਮੈਂ ਉਸ ਚੀਜ਼ ਨੂੰ ਇੱਕ ਬਾਂਸਰੀ ਦੇ ਵਾਂਗੂ ਉਹਨੂੰ ਅੱਗੇ ਪੁਸ਼ ਕਰਦਾ। ਬੰਸਰੀ ਵੇਖਿਆ, ਬੰਸਰੀ ਕੁਛ ਆਪਣੇ ਕੋਲ ਜੋੜਦੀ ਜਾਂ ਬਤਾਉਂਦੀ ਆ, ਉਹ ਹਵਾ ਨੂੰ ਉਸੇ ਰੂਪ ਚ ਬਾਹਰ ਕੱਢ ਦਿੰਦੀ। ਇਸੇ ਹੀ ਤਰ੍ਹਾਂ ਇਹਨਾਂ ਬ੍ਰਹਮ ਗਿਆਨੀਆਂ ਨੇ ਜਦੋਂ ਉਸ ਬ੍ਰਹਮ ਨੂੰ ਜਾਣਿਆ, ਫਿਰ ਉਹ ਜਿਹੜੀ ਉਹ ਇੱਕ ਅਵਸਥਾ ਦੇ ਵਿੱਚ ਉਹਨਾਂ ਨੇ ਉਚਾਰਨ ਕੀਤਾ। ਹੁਣ ਉਹ ਜਿਹੜੀ ਅਵਸਥਾ ਦੇ ਵਿੱਚ ਜਦੋਂ ਗੱਲ ਕਹੀ ਗਈ ਆ, ਇੱਕ ਸਧਾਰਨ ਬੰਦਾ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ, ਬਹੁਤ ਮੁਸ਼ਕਲ ਹੈ। ਫਿਰ ਉਹ ਬੰਦਾ ਹੀ ਰਿਪਰੈਜ਼ੈਂਟ ਕਰਦਾ ਹੈ, ਬ੍ਰਹਮ ਗਿਆਨੀ ਹੀ ਕਰ ਸਕਦਾ, ਕਿਉਂਕਿ ਬ੍ਰਹਮ ਗਿਆਨੀ ਨੇ ਆਪਣੀ ਅਲਾਈਨਮੈਂਟ ਸਹੀ ਕਰ ਲਈ ਹੈ। ਉਹਨੇ ਆਪਣੀ ਜੋ ਵੀ ਦੋਸ਼ ਹੈਗੇ ਉਹਨਾਂ ਨੂੰ ਦੂਰ ਕਰ ਲਿਆ। ਹੁਣ ਜਿਹੜੀ ਪਿਓਰ ਚੀਜ਼ ਆਉਂਦੀ ਆ, ਤੇ ਪਿਓਰ ਨੂੰ ਕੀ ਫਰਕ ਪੈਂਦਾ? ਤੁਸੀਂ ਵੇਖੋ, ਕਿਸੇ ਬਰਤਨ, ਜਿਹੜਾ ਬਰਤਨ ਸਾਫ਼ ਆ ਉਹ ਚ ਚੀਜ਼ ਪਾ ਲਓ, ਦੁੱਧ ਖਰਾਬ ਥੋੜੀ ਹੋਣਾ, ਉਹ ਤੇ ਪਿਓਰ ਹੈ। ਬਿਲਕੁਲ। ਤੇ ਤੁਸੀਂ ਗੰਦੇ ਬਰਤਨ ਚ ਪਾ ਦੋ, ਭਾਵੇਂ ਦੁੱਧ ਪਾ ਦੋ, ਭਾਵੇਂ ਅੰਮ੍ਰਿਤ ਪਾ ਦੋ, ਉਹਨੇ ਗੰਦਾ ਕਰ ਦੇਣਾ। ਇਸੇ ਲਈ ਬ੍ਰਹਮ ਗਿਆਨੀ ਜਿਹੜੇ ਸਾਫ਼ ਸੁਥਰੇ ਬਰਤਨ ਹੁੰਦੇ, ਉਹਦੇ ਚੀਜ਼ ਪੈਂਦੀ। ਉਹ ਫਿਰ ਕਹਿੰਦੇ ਜੈਸੀ ਆਵੇ ਖਸਮ ਕੀ ਬਾਣੀ, ਸਾਫ਼ ਬਰਤਨ ਆ, ਉਹਦੇ ਚ ਚੀਜ਼ ਪਊਗੀ, ਉਹਨੇ ਖਰਾਬ ਹੋਣਾ ਹੀ ਨਹੀਂ। ਬਿਲਕੁਲ। ਉਹ ਕਹਿੰਦੇ ਓਦਾਂ ਦੀ ਫਿਰ ਸਾਨੂੰ ਦੇ ਦਿੰਦੇ ਸੀ ਕੱਢ ਕੇ। ਸਹੀ ਹੈ ਨਿੱਜਰ ਸਾਹਿਬ, ਇਹੋ ਗੱਲ ਕਹੀ ਉਹਨਾਂ ਨੇ। ਬਿਲਕੁਲ ਸਹੀ ਹੈ। ਕਿ ਸਾਡੇ ਅੰਦਰ ਸ਼ੁੱਧ ਹੈਗਾ ਵਾ। ਹੁਣ ਉਹਦੇ ਅੰਦਰ ਮੈਲ ਨਹੀਂ ਹੈਗੀ, ਗੰਦਗੀ ਨਹੀਂ ਹੈਗੀ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਰਾਗ ਦੀ, ਦਵੈਸ਼ ਦੀ। ਇਸ ਕਰਕੇ ਉਹ ਬਰਤਨ ਚ ਜਿਹੜੀ ਵੀ ਚੀਜ਼ ਪਾਓਗੇ, ਭਾਵੇਂ 50 ਸਾਲਾਂ ਬਾਅਦ ਕੱਢ ਲਓ, ਉਹ ਪਵਿੱਤਰ ਹੀ ਰਹਿਣੀ ਆ, ਕਿਉਂਕਿ ਭਾਂਡਾ ਸਾਫ਼ ਹੈ ਨਾ। ਸਾਡੇ ਵਰਗਾ ਭਾਂਡਾ ਹੁਣ ਕੀ ਪਤਾ ਕੀ ਕੁਝ ਹੈਗਾ, ਉਹਦੇ ਵਿੱਚ ਜਿੱਦਾਂ ਚੀਜ਼ ਪਾਵਾਂਗੇ ਤੇ ਅਸੀਂ ਉਹਨੂੰ ਮਿਕਸ ਕਰ ਦਾਂਗੇ, ਤੇ ਉਸ ਤੋਂ ਬਾਅਦ ਫਿਰ ਉਹ ਜਿਹੜੀ ਅਸਲੀ ਚੀਜ਼ ਉਹ ਕੁਝ ਹੋਰ ਹੋਣੀ ਹੈ, ਤੇ ਮੈਂ ਕੁਝ ਹੋਰ ਹੀ ਬਣਾ ਕੇ ਦੇ ਦੇਣਾ। ਬਾਣੀ ਕਹਿੰਦੀ ਹੈ ਗੋਰਖੀ ਸਾਹਿਬ, ਸੂਹੀ ਰਾਗ ਦੇ ਵਿੱਚ ਪਹਿਲਾ ਸ਼ਬਦ ਹੈਗਾ, ਉਹ ਸ਼ੁਰੂ ਇੱਥੋਂ ਹੁੰਦਾ ਹੈ, ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੂਧੇ ਕੋ ਜਾਵੋ। ਕਹਿੰਦੇ ਭਾਂਡੇ ਨੂੰ ਧੋ, ਇਹਦੇ ਚ ਦੁੱਧ ਖਰਾਬ ਹੋ ਜਾਣਾ ਹੈ, ਅੰਮ੍ਰਿਤ ਇਹਦੇ ਤੇਰੇ ਵਿੱਚ ਕਿੱਥੇ ਅੰਮ੍ਰਿਤ ਸੁੱਟੇ ਪ੍ਰਮਾਤਮਾ, ਕਿੱਥੋਂ ਅੰਮ੍ਰਿਤ ਆਏ ਤੇਰੇ ਅੰਦਰ? ਤੇਰਾ ਤਾਂ ਭਾਂਡਾ ਹੀ ਮਲੀਨ ਹੈਗਾ। ਇਹਨੂੰ ਧੂਪ ਦਿਓ, ਇਹਨੂੰ ਜਿਹੜਾ ਹੈ ਧੁੱਪੇ ਰੱਖ, ਇਹਨੂੰ ਜਰਾਸੀਮ ਮਰ ਜਾਣ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਫਿਰ ਬਰਤਨ ਦੀ ਤਿਆਰੀ ਕਰੋ, ਬਰਤਨ ਚ ਫਿਰ ਦੁੱਧ ਪਾ ਲਓ। ਦੁੱਧ ਤੇ ਫਿਰ ਉਹਨੇ ਖਰਾਬ ਨਹੀਂ ਹੋਣਾ। ਪਰ ਜੇ ਤੂੰ ਖੱਟੇ ਨਾਲ ਭਰਿਆ ਇੱਕ ਜਿਹੜਾ ਤੇਰਾ ਬਰਤਨ ਇੰਨਾ ਵਾ ਪਿੱਤਲ ਦੇ ਵਾਂਗੂ ਹਰਿਆ ਹੋਇਆ, ਅੰਦਰੋਂ ਪਿਆ ਜ਼ਹਿਰ ਬਣਿਆ ਪਿਆ ਉਹਦੇ ਅੰਦਰ, ਤੂੰ ਦੁੱਧ ਕੀ ਉਹ ਚ ਅੰਮ੍ਰਿਤ ਵੀ ਪਾਵੇਂਗਾ, ਉਹ ਵੀ ਖਰਾਬ ਹੋ ਜਾਣਾ। ਬਿਲਕੁਲ। ਉਹ ਫਿਰ ਤੂੰ ਧੱਕੇ ਨਾਲ ਪਿਆਵੇਂਗਾ, ਕਿਹਨੇ ਪੀਣਾ ਨਹੀਂ, ਉਹਨੇ ਕਿਹੜਾ ਭਰਾਵਾ ਤੇ ਨੀਲਾ ਪੀਲਾ ਜਿਹਾ ਹੋਇਆ ਫਿਰਦਾ ਦੁੱਧ ਤੇਰਾ। ਬਿਲਕੁਲ ਸਹੀ ਗੱਲ ਹੈ ਗੋਗੀ ਸਾਹਿਬ। ਹੁਣ ਹਰਿਆ ਬਰਤਨ ਵੇਖਿਆ ਨਾ ਨਿੱਜਰ ਸਾਹਿਬ, ਉਹਨੂੰ ਕਲੀ ਨਾ ਕੀਤੀ ਹੋਏ, ਬਿਲਕੁਲ ਹੋ ਜਾਂਦਾ ਜੀ। ਦੇਖੋ ਪਿੱਤਲ ਜਿਹੜਾ ਹੈਗਾ ਹੋ ਜਾਂਦਾ ਹਰਾ, ਬਿਲਕੁਲ ਹੋ ਜਾਂਦਾ ਹੈ। ਪਿੱਤਲ ਹੋਇਆ ਤੇ ਉਹ ਕਹਿੰਦੇ ਇਹੋ ਬਾਣੀ ਕਹਿੰਦੀ ਹੈ, ਕਹਿੰਦੇ ਉਹਨੂੰ ਪਹਿਲਾਂ ਕਲੀ ਕਰ ਲਾ। ਤੇ ਫਿਰ ਕੋਈ ਗੱਲ ਨਹੀਂ, ਫਿਰ ਜੋ ਮਰਜ਼ੀ ਪਾਈ ਆ, ਫਿਰ ਉਹਦੀ ਜਿਹੜਾ ਮੂਲ ਸਰੋਤ ਨਹੀਂ ਖਰਾਬ ਹੋਊਗਾ। ਅੱਜ ਦੀ ਵਿਚਾਰ ਨਿੱਜਰ ਸਾਹਿਬ ਇੱਥੇ ਕਰਦੀ ਸਮਾਪਤ। ਹਾਂਜੀ ਬਿਲਕੁਲ ਗੋਰਖੀ ਸਾਹਿਬ, ਅੱਜ ਦੀ ਵਿਚਾਰ ਜਿਹੜੀ ਆ ਨਾ, ਮੇਰੀ ਸੰਗਤ ਨੂੰ ਫਿਰ ਬਾਰ-ਬਾਰ ਜਿਹੜੀ ਇਹ ਬੇਨਤੀ ਹੈ ਭਾਈ, ਇਹਨੂੰ ਬਾਰ-ਬਾਰ ਸੁਣ ਲਓ ਜੀ। ਇਹਦੇ ਵਿੱਚੋਂ ਜਿਹੜਾ ਹੈਗਾ ਬਹੁਤ ਤੱਤ ਵਸਤੂ ਹੈਗੀ, ਬਸ ਬਹੁਤ ਗਿਆਨ ਹੈਗਾ ਇਹਦੇ ਵਿੱਚ। ਹਾਂਜੀ ਵੀਰ ਜੀ ਠੀਕ ਹੈ ਜੀ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਅੱਜ ਇੱਕ ਅਰਦਾਸ ਹੈ ਮਾਤਾ ਦੀ, ਉਹ ਕਹਿੰਦੀ ਮੇਰੇ ਮੁੰਡੇ ਤੇ ਥੋੜਾ ਕਸ਼ਟ ਜਿਹਾ ਹੈਗਾ, ਮੈਂ ਚਲੋ ਕਰ ਦਿੰਦੇ ਸੰਗਤ ਦੇ ਵਿੱਚ ਅਰਦਾਸ। ਹਾਂਜੀ ਵੀਰ ਜੀ, ਕਾਫੀ ਪਾਵਰ ਆ ਜਾਂਦੀ। ਬਿਲਕੁਲ ਜੀ, ਬਹੁਤ ਵਧੀਆ। ਹਾਂਜੀ ਵੀਰ ਜੀ, ਇੱਕ ਅਰਦਾਸ ਵੀ ਕਰਨੀ ਹੈਗੀ ਹੈ। ਹਾਂਜੀ 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 ਠੀਕ ਹੈ ਜੀ, ਕੋਈ ਨਹੀਂ, ਕਰ ਦੇਣ। ਹਾਂਜੀ ਠੀਕ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਐ ਮੇਰੇ ਮਾਲਿਕ ਗਰੀਬ ਨਵਾਜ, ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਕਿ ਤੋਂ ਯੁੱਧ ਦੇ ਜੋ ਕਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ ਮੇਰੇ ਮਾਲਿਕ। ਨੇ ਮੇਰੇ ਮਾਲਿਕ ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣ, ਤੇ ਨਿਰੋਗਤਾ ਬਖਸ਼ਣੀ। ਸੁਣੀ ਬਾਣੀ, ਪੜ੍ਹੀ ਬਾਣੀ ਦਾ ਭਾਵ ਸਾਡੇ ਹਿਰਦੇ ਚ ਵਸਾਉਣਾ। ਮਿਹਰ ਕਰਨੀ ਮੇਰੇ ਮਾਲਿਕ। ਮੇਰੇ ਮਾਲਿਕ ਦੋ ਅਰਦਾਸਾਂ ਆਈਆਂ ਨੇ। ਇੱਕ ਤੇ ਮਾਤਾ ਅਰਦਾਸ ਕਰਾਉਂਦੀ, ਉਹਦਾ ਬੱਚਾ ਸਾਊਦੀ ਅਰਬ ਚ ਰਹਿੰਦਾ ਪਿਆ, ਕੁਛ ਨੌਕਰੀ ਤੇ ਕੁਛ ਹੈ ਪ੍ਰੋਬਲਮ, ਆਪ ਜਾਣੀ ਜਾਣ ਜੋ। ਉਸ ਬੱਚੇ ਨੂੰ ਉਸ ਉਲਝਣ ਚੋਂ ਬਾਹਰ ਕੱਢੋ, ਉਹਨੂੰ ਨੌਕਰੀ ਦਵਾਓ ਵਾਪਸ।
ਮੇਰੇ ਮਾਲਿਕ ਮਿਹਰ ਕਰੋ। ਇੱਕ ਮੇਰੇ ਮਾਲਿਕ ਇੱਕ ਭੈਣ ਆਪਣੇ ਭਰਾ ਦੇ ਲਈ ਅਰਦਾਸ ਕਰਦੀ ਆ। ਭਰਾ ਦੀ ਪਤਨੀ ਦੇ ਸਰੀਰ ਦੇ ਵਿੱਚ ਕਸ਼ਟ ਹੈ, ਆਪ ਜਾਨੀ ਜਾਣ ਜੋ ਕਰਮ ਰੋਗ ਹੈ, ਆਪ ਉਸ ਨੂੰ ਮੁਕਤ ਕਰ ਸਕਦੇ। ਅਸੀਂ ਤੇ ਤੁਹਾਡੇ ਘਰੇ ਅਰਦਾਸ ਕਰ ਸਕਦੇ ਹਾਂ। ਮੇਰੇ ਪਿਤਾ ਬਿਰਤੀ ਨਾਲ ਜੈ ਜਨ ਕੀ ਅਰਦਾਸ ਸੰਗਤ ਦੇ ਵਿੱਚ ਅਰਦਾਸ ਕੀਤੀ, ਆਪ ਜਾਨੀ ਜਾਣ ਜੋ ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਕਸ਼ਟ ਘਟਾਓ, ਤਾਂ ਜੋ ਉਹ ਇਸ ਭਵ ਸਾਗਰ ਤੋਂ ਆਪਣਾ ਜੀਵਨ ਸਫਲ ਕਰਕੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।